ਸਵਾਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅਸੀਂ ਆਪਣੇ ਸਮੇਂ ਤੱਕ ਪਹੁੰਚ ਜਾਈਦਾ ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਵੀ ਗੱਲਾਂ ਬਾਤਾਂ ਵੀ ਹੋ ਜਾਣ ਤੇ ਨਾਲ ਇੱਧਰ ਉੱਧਰ ਦੀਆਂ ਜੋ ਜਾਣਕਾਰੀਆਂ ਨੇ ਉਹ ਵੀ ਆਪ ਦੇ ਨਾਲ ਸਾਂਝੀਆਂ ਕਰ ਲਈਦੀਆਂ। ਅੱਜ ਵੀ ਗੱਲਬਾਤ ਕਰਾਂਗੇ ਕਿ ਗੁਆਂਢੀ ਮੁਲਕ ਦੇ ਵਿੱਚ ਪਹਿਲਾਂ ਤਾਂ ਕਹਿੰਦੇ ਸੀ ਕੰਮ ਹੋ ਗਿਆ, ਫਿਰ ਅਦਾਲਤ ਨੇ ਕੁਝ ਨਵੇਂ ਹੁਕਮ ਦਿੱਤੇ ਆ। ਫਿਰ ਆਪਾਂ ਗੱਲ ਕਰਾਂਗੇ ਪੰਜਾਬ ਦੀ, ਕਿਉਂਕਿ ਪੰਜਾਬ ਦੇ ਵਿੱਚ ਕੁਝ ਸਿਆਸੀ ਲੜਾਈਆਂ ਵੀ ਇਸ ਵਕਤ ਇਹੋ ਜਿਹੀਆਂ ਪੈ ਗਈਆਂ ਜਿਨ੍ਹਾਂ ਤੋਂ ਇੱਦਾਂ ਜਾਪਦਾ ਕਿ ਵੀ ਹਰੇਕ ਨੂੰ ਆਪੋ ਆਪਣੀ ਕੁਰਸੀ ਦਾ ਫਿਕਰ ਹੈ। ਕੁਛ ਚੱਕਰ ਇਹ ਵੀ ਹੈ ਕਿ ਵੀ ਕੇਂਦਰ ਸਰਕਾਰ ਦੇ ਕੁਝ ਫੈਸਲੇ ਨੇ ਜਿਨ੍ਹਾਂ ਫੈਸਲਿਆਂ 'ਤੇ ਇਤਰਾਜ਼ ਕੀਤੇ ਜਾ ਰਹੇ ਆ, ਅਤੇ ਕੁਛ ਸਿਆਸੀ ਗੱਲਾਂ ਬਾਤਾਂ ਤੋਂ ਇਲਾਵਾ ਹੋਰ ਕੁਝ ਵੀ ਹੈਗਾ। ਪਰ ਪਹਿਲਾਂ ਬਾਠ ਸਾਹਿਬ ਦਾ ਪਤਾ ਕਰ ਲਈਏ। ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ, ਕੀ ਹਾਲ ਨੇ? ਵਧੀਆ। ਸਿਹਤਾਂ? ਮੈਂ ਕਿਹਾ ਇੰਨਾ ਕੀ ਦਵਾਈ ਮੁੱਕ ਗਈ, ਦੁਬਾਰਾ ਲੈਣ ਹੀ ਨਹੀਂ ਗਏ। ਮੈਂ ਕਿਹਾ ਹੁਣ ਠੀਕ ਹੈ। ਚਲੋ ਵਧੀਆ। ਅੱਛਾ, ਗੱਲ ਇਹ ਆ ਵੀ ਜਿਹੜਾ ਗਵਾਂਢ 'ਚ ਹੋਇਆ ਕੰਮ, ਪਾਕਿਸਤਾਨ ਦੀ ਗੱਲ ਕਰਨ ਲੱਗਿਆ, ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਜਦੋਂ ਪਹਿਲਾਂ ਕਿਤੇ ਸਰਕਾਰਾਂ ਇੱਦਾਂ ਡਿੱਗਦੀਆਂ ਹੋਣ ਤੇ ਅਚਾਨਕ ਤੋਂ ਫੌਜ ਲਾਈਮਲਾਈਟ 'ਚ ਆਉਂਦੀ ਹੁੰਦੀ ਆ। ਪਰ ਇਸ ਵਾਰ ਸਾਰਾ ਕੁਝ ਹੋਇਆ ਤੇ ਫੌਜ ਨਹੀਂ, ਸੁਪਰੀਮ ਕੋਰਟ ਲਾਈਮਲਾਈਟ 'ਚ ਆਈ। ਐਂਡ ਸੁਪਰੀਮ ਕੋਰਟ ਨੇ ਜਿਸ ਹਿਸਾਬ ਨਾਲ ਸਾਰੇ ਕੁਝ ਨੂੰ ਕਿਹਾ ਵੀ ਮਹਾਰਾਜ ਆ ਜੋ ਕੁਝ ਤੁਸੀਂ ਕਰੀ ਜਾਂਦੇ ਕੋਈ ਸੰਵਿਧਾਨਕ ਨਹੀਂ ਹੈ, ਗੈਰ ਸੰਵਿਧਾਨਕ ਹੈ ਮਤੇ ਜੋ ਵੀ ਲੈਂਦੇ ਆ, ਅਤੇ ਦੁਬਾਰਾ ਅਵਿਸ਼ਵਾਸ ਮਤਾ ਹੈ ਉਹਨੂੰ ਤੁਸੀਂ ਲਿਆਓ ਦੁਬਾਰਾ। ਹੁਣ ਸ਼ਾਇਦ 9 ਤਰੀਕ ਯਾਨੀ ਕਿ ਕੱਲ੍ਹ ਦੇ ਹਿਸਾਬ ਨਾਲ ਉਹਨਾਂ ਨੇ ਫਿੱਟ ਕਰਤੀ ਕਹਾਣੀ। ਇਹ ਸਮਝੋ ਬਾਹਰ ਨਹੀਂ ਗੱਲ ਹੋਈ। ਸੰਧਾਲੀਆ ਸਾਹਿਬ, ਹੋਈ ਤਾਂ ਸਮਝੋ ਬਾਹਰ ਹੀ ਆ ਗੱਲ। ਅਸਲ ਦੇ ਵਿੱਚ ਤਾਂ ਜਿਹੜਾ ਜਿੰਨਾ ਕੁ ਲੋਕਤੰਤਰ ਪਾਕਿਸਤਾਨ ਦੇ ਵਿੱਚ ਬਚਿਆ, ਉਹਦੀਆਂ ਧੱਜੀਆਂ ਉਡਾਉਣ ਤੋਂ ਕੋਈ ਤਰਬਾਜ਼ ਤਾਂ ਆਉਂਦੀ ਨਹੀਂ। ਭਾਵੇਂ ਉਹ ਸਿਆਸਤਦਾਨ ਹੋਣ, ਭਾਵੇਂ ਉਹ ਫੌਜ ਹੋਵੇ। ਇਹ ਗੱਲ ਤੁਹਾਡੀ ਠੀਕ ਹੈ ਕਿ 5 ਦਿਨ ਹੋ ਗਏ ਸੀ, ਰੋਜ਼ ਲੋਕ ਸਵੇਰ ਨੂੰ ਉੱਠ ਕੇ ਪਹਿਲਾਂ ਪਾਕਿਸਤਾਨ ਦੀ ਖਬਰ ਲੱਭਦੇ ਸੀ ਕਿ ਫੌਜ ਨੇ ਅਜੇ ਤਖਤਾ ਨਹੀਂ ਪਲਟਿਆ, ਫੌਜ ਨੇ ਅਜੇ ਆਪਣੇ ਕਬਜ਼ੇ ਦੇ ਵਿੱਚ ਸੱਤਾ ਲਈ ਨਹੀਂ। ਕਿਉਂਕਿ ਉੱਥੇ ਜਿੱਦਾਂ ਰੌਲਾ ਜਿਹਾ ਪਿਆ ਹੁੰਦਾ, ਇੰਨੇ ਸਮੇਂ ਨੂੰ ਫੌਜ ਵਾਲੇ ਕਹਿੰਦੇ ਹੁੰਦੇ ਜੀ ਉਹ ਫਿਰ ਇਹਨਾਂ ਤੋਂ ਨਹੀਂ ਚੱਲਦਾ ਕੰਮ, ਅਸੀਂ ਫਿਰ ਸਾਂਭ ਲੈਣਾ ਹੀ। ਹੁਣ ਅਸੀਂ ਉਨੀ ਦੇਰ ਲਈ ਸਾਂਭਣਾ, ਇਲੈਕਸ਼ਨ ਕਰਾਵਾਂਗੇ, ਮੁੜ ਕੇ 15 ਸਾਲ ਇਲੈਕਸ਼ਨ ਨਹੀਂ ਕਰਾਉਂਦੇ ਹੁੰਦੇ ਉਹ। ਐਤਕੀ ਵੀ ਤੁਸੀਂ ਦੇਖੋ ਕਿ ਇਮਰਾਨ ਖਾਨ ਦਾ ਕਾਰਜਕਾਲ ਦਾ ਸਾਲ ਰਹਿ ਗਿਆ ਸੀ। ਉਹ ਕਹਿੰਦੇ ਸੀ ਨਵਾਂ ਪਾਕਿਸਤਾਨ ਬਣਾਉਣਾ। ਜਦੋਂ ਇਮਰਾਨ ਖਾਨ ਨੇ ਸੱਤਾ ਸਾਂਭੀ ਹੈ, ਸਾਬਕਾ ਕ੍ਰਿਕਟਰ ਨੇ, ਪਾਕਿਸਤਾਨ ਦੇ ਲੋਕ ਵੀ ਤੰਗ ਸਿਖਰ ਦੇ ਸੀ ਕਿ ਭਾਈ ਜਿਹੜਾ ਆਉਂਦਾ ਹੀ, ਭਾਵੇਂ ਬੇਨਜ਼ੀਰ ਭੁੱਟੋ ਦੀ ਪਾਰਟੀ ਹੈ, ਭਾਵੇਂ ਨਵਾਜ਼ ਸ਼ਰੀਫ ਹੋਰਾਂ ਦੀ ਪਾਰਟੀ ਹੈ, ਪ੍ਰਧਾਨ ਮੰਤਰੀ ਜਿਹੜਾ ਬੰਦਾ ਬਣ ਜਾਏ ਮਰਜ਼ੀ, ਕੋਈ ਫਰਕ ਨਹੀਂ ਪੈਂਦਾ। ਭਾਵੇਂ ਫੌਜ ਵਾਲੇ ਸੱਤਾ ਸਾਂਭ ਲੈਣ ਕਿਸੇ ਵੀ ਤਰੀਕੇ। ਲੋਕਾਂ ਦੀ ਹਾਲਤ ਉਹੀ ਰਹੀ ਸੀ ਕਿ ਜੇ ਕੋਵਿਡ ਆ ਗਿਆ ਤਾਂ ਵੈਕਸੀਨੇਸ਼ਨ ਲਈ ਪੈਸੇ ਹੈ ਨਹੀਂ, ਜੇ ਕੋਵਿਡ ਆ ਗਿਆ ਤਾਂ ਲੋਕਡਾਊਨ ਦੇ ਵਿੱਚ ਅਰਥ ਵਿਵਸਥਾ 90 ਦਿਨ ਯਾਨੀ ਕਿ 3 ਮਹੀਨੇ ਵੀ ਕੱਢ ਲਵੇ, ਉਨੇ ਜੋਗੀ ਵੀ ਨਹੀਂ। ਲੋਕ ਇੰਨੇ ਤੰਗ ਪਰੇਸ਼ਾਨ ਸੀ ਕਿ ਜਦੋਂ ਆਣ ਕੇ ਇਮਰਾਨ ਖਾਨ ਨੇ ਬਾਰ-ਬਾਰ ਕਹਿਣਾ ਸ਼ੁਰੂ ਕੀਤਾ ਕਿ ਭਾਈ ਨਵਾਂ ਪਾਕਿਸਤਾਨ ਬਣਾ ਦੂੰਗਾ, ਤੁਹਾਨੂੰ ਇੱਜ਼ਤ ਦੇ ਨਾਲ, ਸਨਮਾਨ ਦੇ ਨਾਲ ਦੁਨੀਆ 'ਚ ਜੀਣਾ ਦਾ ਇੱਕ ਮੌਕਾ ਦਊਂਗਾ, ਲੋਕਾਂ ਜਾ ਕੇ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਬਣਾਤਾ। ਪਰ ਸਮੱਸਿਆ ਦੇਸ਼ ਦੇ ਵਿੱਚ ਬਹੁਤਾ ਸਾਲ ਰਹਿ ਗਿਆ ਸੀ। ਇਮਰਾਨ ਖਾਨ ਦਾ ਵੀ ਕੰਮ ਬਹੁਤਾ ਸੂਤ ਨਹੀਂ ਸੀ ਆਉਂਦਾ। ਉਹਦੇ ਕਈ ਬੰਦੇ ਟੁੱਟ ਕੇ ਵਿਰੋਧੀਆਂ ਨਾਲ ਜੁੜ ਗਏ। ਉਹਨਾਂ ਨੇ ਬੇਭਰੋਸਗੀ ਮਤਾ ਲੈ ਆਂਦਾ ਕਿ ਭਾਈ ਇਹਦਾ ਬਹੁਮਤ ਹੈ ਨਹੀਂ, ਗਵਾ ਚੁੱਕਾ, ਵੋਟਾਂ ਪਵਾਓ। ਵਿਰੋਧੀ ਧਿਰਾਂ ਇਕੱਠੀਆਂ ਹੋ ਗਈਆਂ, ਬੇਭਰੋਸਗੀ ਮਤਾ ਐ ਪੇਸ਼ ਕਰਤਾ। ਅਤੇ ਉੱਥੇ ਫਿਰ ਡਿਪਟੀ ਸਪੀਕਰ ਨੈਸ਼ਨਲ ਅਸੈਂਬਲੀ ਹੈ ਜਿੱਦਾਂ ਆਪਣੀ ਲੋਕ ਸਭਾ, ਉਹਦੇ ਡਿਪਟੀ ਸਪੀਕਰ ਨੇ ਵੋਟਾਂ ਪੈਣ ਤੋਂ ਥੋੜ੍ਹੀ ਦੇਰ ਪਹਿਲਾਂ ਕਹਿ ਦਿੱਤਾ ਕਿ ਆਹ ਦੇਖੋ ਜੀ, ਇਹ ਤਾਂ ਵਿਦੇਸ਼ੀ ਤਾਕਤਾਂ ਦਾ ਹੱਥ ਹੈ, ਬੇਭਰੋਸਗੀ ਮਤਾ ਜਿਹੜਾ ਹੈ ਉਹ ਕਾਇਮ ਨਹੀਂ ਰਿਹਾ, ਉਹਦੇ 'ਤੇ ਅਸੀਂ ਵੋਟਾਂ ਬਿਲਕੁਲ ਨਹੀਂ ਪਾਉਣੀਆਂ। ਇਮਰਾਨ ਖਾਨ ਨੇ ਕਿਹਾ ਜੀ ਅਮਰੀਕਾ ਦੀ ਸਾਜ਼ਿਸ਼ ਹੈ, ਸਰਕਾਰ ਡੇਗਣੀ ਚਾਹੁੰਦਾ ਹੈ, ਅਤੇ ਕਾਨੂੰਨ ਸੰਵਿਧਾਨ ਦੇ ਮੁਤਾਬਕ ਪਾਕਿਸਤਾਨ ਦੇ ਹਰ ਇੱਕ ਨਾਗਰਿਕ ਦਾ ਫਰਜ਼ ਹੈ ਕੋਈ ਦੇਸ਼ ਦੇ ਪ੍ਰਤੀ ਆਪਣਾ ਜਿਹੜਾ ਫਰਜ਼, ਆਪਣਾ ਦੇਸ਼ ਦੇ ਪ੍ਰਤੀ ਆਸਥਾ, ਜਿਹੜੀ ਵਫਾਦਾਰੀ ਹੈ ਉਹ ਰੱਖੇ। ਪਰ ਕੁਝ ਲੋਕਾਂ ਨੇ ਵਫਾਦਾਰੀ ਰੱਖੀ ਨਹੀਂ, ਇਸ ਕਰਕੇ 90 ਦਿਨਾਂ 'ਚ ਆਪਾਂ ਵੋਟਾਂ ਪਾਉਂਦੇ ਹਾਂ। ਬੇਭਰੋਸਗੀ ਮਤੇ ਦੇ ਉੱਤੇ ਵੋਟਾਂ ਨਹੀਂ ਪੈਣਗੀਆਂ, ਸਾਰਾ ਮੁਲਕ ਵੋਟਾਂ ਪਾਊਗਾ, ਦੁਬਾਰਾ MP ਚੁਣੂਗਾ। ਚਲੋ ਜੀ, ਅਗਲੇ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਣਵਾਈ ਚੱਲਦੀ ਸੀ ਨਾ ਸੰਧਾਲੀਆ ਸਾਹਿਬ, ਉਦੋਂ ਹੀ ਫੌਜ ਲਾਤੀ ਸੀ। ਕਰਾਚੀ 'ਚ ਵੀ ਥੋੜ੍ਹੀ ਜਿਹੀ ਲਾਤੀ, ਇਸਲਾਮਾਬਾਦ ਦੇ ਵਿੱਚ ਵੀ ਲਾਤੀ। ਜਦੋਂ ਫੈਸਲਾ ਰਾਖਵਾਂ ਰੱਖ ਲਿਆ, ਉਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੰਮ ਉਹ ਚੱਲਾ ਹੀ। ਕਿਉਂਕਿ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਕਹਿਤਾ ਸੀ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ, ਕਿ ਭਾਈ ਜੋ ਡਿਪਟੀ ਸਪੀਕਰ ਨੇ ਕੀਤਾ ਉਹ ਸੰਵਿਧਾਨ ਦੇ ਮੁਤਾਬਕ ਨਹੀਂ। ਤੇ ਡਿਪਟੀ ਸਪੀਕਰ ਨੇ ਕੀ ਕੀਤਾ ਸੀ ਕਿ ਭਾਈ ਬੇਭਰੋਸਗੀ ਮਤੇ ਦੇ ਵੋਟਾਂ ਨਹੀਂ ਸੀ ਪੈਣ ਦਿੱਤੀਆਂ। ਉਦੋਂ ਹੀ ਪਤਾ ਲੱਗ ਗਿਆ ਸੀ ਕਿ ਫੌਜ ਐਵੇਂ ਨਹੀਂ ਲਾਈ, ਕਿਸੇ ਗੱਲ ਨੂੰ ਲਾਈ ਹੈ। ਉਹਦੇ ਤੋਂ ਬਾਅਦ ਉਹਨਾਂ ਨੇ ਫਿਰ ਕਹਿ ਦਿੱਤਾ ਕਿ ਭਾਈ ਗੈਰ ਸੰਵਿਧਾਨਕ ਕੰਮ ਕੀਤਾ, ਪਾਕਿਸਤਾਨ ਦੇ ਸੰਵਿਧਾਨ ਦੇ ਉਲਟ ਕੰਮ ਕੀਤਾ ਹੈ। ਜਿਹੜੀ ਪਾਰਲੀਮੈਂਟ ਇਮਰਾਨ ਖਾਨ ਨੇ ਕਹਿਤਾ ਸੀ ਭੰਗ, ਉਹ ਬਹਾਲ ਕਰ ਦਿੱਤੀ। ਜਿਹੜਾ ਬੇਭਰੋਸਗੀ ਮਤਾ ਜਿਹੜਾ ਡਿਪਟੀ ਸਪੀਕਰ ਨੇ ਇੱਧਰ ਉੱਧਰ ਦੇ ਤਰਕ ਦੇ ਕੇ ਰੱਦ ਕਰ ਦਿੱਤਾ ਸੀ, ਉਹਦੇ ਬਾਬਤ ਸੁਪਰੀਮ ਕੋਰਟ ਨੇ ਕਹਿਤਾ ਕਿ 9 ਅਪ੍ਰੈਲ ਜਾਣੀ ਕਿ ਕੱਲ੍ਹ ਨੂੰ ਵੋਟਾਂ ਪਾਓ। ਬਹੁਤੀ ਸੰਭਾਵਨਾ ਹੈ ਇਮਰਾਨ ਖਾਨ ਦੀ ਸਰਕਾਰ ਡਿੱਗ ਪੂ, ਜਾਂ ਉਹ ਕੱਲ੍ਹ ਤੱਕ ਅਸਤੀਫਾ ਦੇ ਦੂ, ਅਤੇ ਜੇ ਸਰਕਾਰ ਡਿੱਗ ਪਈ ਹੋ ਸਕਦਾ ਕਿ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਜਾਣ। ਪਰ ਜੋ ਵੀ ਹੋਣਾ ਤੇ ਸਾਲ ਕਲੀ ਹੈ ਜੀ, ਹੈ ਨਾ। ਪਹਿਲਾਂ ਇਹ ਸੀ ਵੀ ਜੇ ਹੁਣ ਕੰਮ ਨਿਬੜ ਜਾਂਦਾ ਤੇ 3 ਮਹੀਨੇ 'ਚ ਵੋਟਾਂ ਹੋ ਜਾਣੀਆਂ ਸੀ, ਯਾਨੀ ਕਿ ਅਗਲੇ 9 ਮਹੀਨੇ ਵੱਜ ਜਾਂਦੇ।
ਹੁਣ ਇਹ ਆ ਵੀ ਅਗਲੇ 9 ਮਹੀਨਿਆਂ ਦੇ ਲਈ ਜਾਂ ਤਾਂ ਇਹ ਜਾਂ ਫਿਰ ਕਿਸੇ ਹੋਰ ਨੂੰ ਮਤਲਬ ਚਾਬੀਆਂ ਦੇ ਕੇ ਵੀ ਚੱਲ ਤੂੰ ਥੋੜ੍ਹੀ ਜਿਹੀ ਰਾਖੀ ਰੱਖ ਵੀ ਉਹ ਕੰਮ ਕੱਢ ਲਿਆ ਜਾਊਗਾ। 1 ਸਾਲ ਬਾਅਦ ਤਾਂ ਉੱਥੇ ਚੇਂਜ ਆਉਣੀ। ਦੂਜੀ ਜਿਹੜੀ ਇਹ ਵੀ ਚਰਚਾ ਸੀਗੀ ਵੀ ਯਾਰ ਇਮਰਾਨ ਖਾਨ ਸਾਹਿਬ ਨੂੰ ਜਦੋਂ ਉਹਨਾਂ ਦੀ ਪਾਰਟੀ ਜਿੱਤੀ ਹੈ ਉਦੋਂ ਹੀ ਬੜਾ ਰੌਲਾ ਸੀ ਵੀ ਮਹਾਰਾਜ ਕੁਝ ਇੱਕ ਥਾਵਾਂ ਤੋਂ ਜਿਹੜੇ ਕੈਂਡੀਡੇਟ ਨੇ ਉਹ ਸ਼ਾਇਦ ਕੈਂਡੀਡੇਟ ਸਿਆਸੀ ਨਹੀਂ ਹੈਗੇ, ਉਹ ਤਾਂ ਕਿਤੇ ਹੋਰ ਥਾਂ ਤੋਂ ਹੀ ਆਏ। ਜਿਹੜੀ ਚੀਜ਼ ਦੀ ਆਪਾਂ ਐਤਕੀ ਗੱਲ ਕਰਦੇ ਸੀ ਵੀ ਉਹ ਫੌਜ ਉਨੀ ਸਾਹਮਣੇ ਨਹੀਂ ਆਈ। ਸੋ ਉਦੋਂ ਇਹ ਕਿਹਾ ਜਾਂਦਾ ਸੀ ਵੀ ਫੌਜ ਹੁਣ ਹੌਲੀ ਹੌਲੀ ਸ਼ਾਇਦ ਫੌਜੀ ਵਰਦੀ 'ਚ ਨਹੀਂ ਸਿਆਸੀ ਵਰਦੀ 'ਚ ਹੈ। ਆਹ ਜੋ ਐਪੀਸੋਡ ਹੋਇਆ ਤੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਚੀਜ਼ ਦੀ ਚਰਚਾ ਤਾਂ ਹੈਗੀ ਆ ਵੀ ਫੌਜ ਨੂੰ ਵੀ ਲੱਗਦਾ ਵੀ ਨਹੀਂ ਇੱਦਾਂ ਹੁਣ ਚਿਹਰਾ ਕਿਹੜਾ ਹੋਊਗਾ ਇਹ ਕੱਲ੍ਹ ਤੱਕ ਡਿਸਾਈਡ ਹੋ ਜਾਣਾ, ਅਤੇ ਜੇ ਚਿਹਰੇ ਤੋਂ ਬਾਅਦ ਅਗਲੇ ਫੈਸਲੇ ਕਿੱਦਾਂ ਹੁੰਦੇ ਆ ਉਹ ਵੀ ਸਾਹਮਣੇ ਆ ਜਾਊਗਾ। ਪਰ ਇੱਕ ਚੀਜ਼ ਤਾਂ ਹੈਗੀ ਹੈ ਨਾ, ਉਹ ਜਿਹੜੀ ਗੱਲ ਤੁਸੀਂ ਕੀਤੀ ਸੀ ਨਵਾਂ ਪਾਕਿਸਤਾਨ, ਉਹ ਵਿਚਾਰੀ ਜਨਤਾ ਪਾਕਿਸਤਾਨ ਵਾਲੀ ਉਦੋਂ ਵੀ ਡੀਕਦੀ ਸੀ, ਹੁਣ ਵੀ ਕੋਈ ਆਸ ਨਹੀਂ ਹੈਗੀ ਤੇ ਗਾਂਹ ਵੀ ਕੋਈ ਆਸ ਨਹੀਂ। ਮਤਲਬ ਸਿਆਸਤਦਾਨਾਂ ਦਾ ਕੰਮ ਉਹੀ। ਸੰਧਾਲੀਆ ਸਾਹਿਬ ਜਿਹੜੇ 4-5 ਸਾਲ ਅਗਲੇ ਪਾਕਿਸਤਾਨ ਦੇ ਆ ਨਾ, ਕਿਸੇ ਨਾ ਕਿਸੇ ਨੇ ਰਾਜ ਤਾਂ ਉੱਥੇ ਕਰਨਾ ਹੈ, ਕੋਈ ਸਿਆਸੀ ਬੰਦਾ ਕਰੇ, ਕੋਈ ਫੌਜ ਵਾਲਾ ਕਰੇ, ਪਰ ਉਹ ਇੱਕ ਗੱਲ ਚੇਤਾ ਰੱਖ ਕੇ ਰਾਜ ਕਰਨ ਕਿ ਪਾਕਿਸਤਾਨ ਤੋਂ ਜੇ ਭਾਰਤ ਦੇ ਨਾਲ ਨਾਲ ਹੋ ਕੇ ਸਮੁੰਦਰ ਜਾਓ ਸ਼੍ਰੀਲੰਕਾ ਆਉਂਦਾ ਅੱਗੇ, ਅਤੇ ਉਹ ਸ਼੍ਰੀਲੰਕਾ ਦੇ ਵਿੱਤੀ ਤੌਰ 'ਤੇ ਹਾਲਾਤ ਕੀ ਨੇ ਅਤੇ ਉੱਥੋਂ ਦੇ ਲੋਕਾਂ ਨੇ ਇਸ ਲਈ ਸਿਆਸਤਦਾਨ ਦੀ ਰੇਲ ਕਿੱਦਾਂ ਬਣਾਈ ਹੈ ਉਹ ਚੇਤਾ ਰੱਖਣ, ਕਿਉਂਕਿ ਉੱਥੇ ਵਿੱਤੀ ਤੌਰ ਦੇ ਉੱਤੇ ਕਰਫਿਊ ਵਰਗੀ ਸਥਿਤੀ, ਪੈਸੇ ਨਹੀਂ ਹੈ ਸ਼੍ਰੀਲੰਕਾ ਕੋਲ, ਪਾਕਿਸਤਾਨ ਕੋਲ ਕਿਹੜਾ ਹੈਗੇ ਆ। ਪਿਛਲੇ ਸਮੇਂ 'ਤੇ ਜਿੰਨਾ ਕਰਜ਼ਾ ਲੈ ਸਕਦੇ ਸੀ ਲੈ ਲਿਆ, ਪਹਿਲਾਂ ਅਮਰੀਕਾ ਤੋਂ ਲੈ ਕੇ ਪੈਸੇ ਖਾਂਦੇ ਰਹੇ, ਸਾਊਦੀ ਅਰਬ ਕੋਲ ਗਏ, ਇੰਟਰਨੈਸ਼ਨਲ ਮੋਨੇਟਰੀ ਫੰਡ ਵਾਲਿਆਂ ਕੋਲ ਕਿ ਸਾਨੂੰ ਭਾਈ ਕੁਛ ਦੇ ਦਿਓ, ਦੁਬਈ ਦੇ ਕੋਲੋਂ ਕਰਜ਼ ਲਿਆ, ਫਿਰ ਚੀਨ ਦੇ ਕੋਲ ਚਲੇ ਗਏ, ਕੋਈ ਗੱਲ ਨਹੀਂ ਤੁਸੀਂ ਬੰਦਰਗਾਹ ਬਣਾ ਦਿਓ, ਕੋਈ ਗੱਲ ਨਹੀਂ ਤੁਸੀਂ ਸੜਕਾਂ ਬਣਾ ਦਿਓ, ਕੋਈ ਗੱਲ ਨਹੀਂ ਤੁਸੀਂ ਇਕਨੋਮਿਕ ਕੋਰੀਡੋਰ ਬਣਾ ਦਿਓ। ਭਾਰਤ ਦੀ ਸਰਹੱਦ ਦੇ ਲਾਗੇ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਹੋ ਰਿਹਾ, ਚੀਨ ਵਾਲੇ ਕਰ ਰਹੇ ਹੈ। ਜਾਣੀ ਕਿ ਪਾਕਿਸਤਾਨ ਦੀ ਲੀਡਰਸ਼ਿਪ ਦੇ ਹੱਥ ਵੱਸ ਵੀ ਬਹੁਤਾ ਕੁਝ ਨਹੀਂ ਰਿਹਾ। ਇਸ ਕਰਕੇ ਪ੍ਰਧਾਨ ਮੰਤਰੀ ਬਣਨਾ ਕੋਈ ਬਹੁਤਾ ਮੁਸ਼ਕਲ ਨਹੀਂ ਹੋਣਾ, ਜਿਹਨੇ ਵੀ ਬਣਨਾ ਪਾਕਿਸਤਾਨ ਦਾ ਅਗਲੇ, ਪਰ ਪ੍ਰਧਾਨ ਮੰਤਰੀ ਬਣ ਕੇ ਪਾਕਿਸਤਾਨ ਦਾ ਬੇੜਾ ਪਾਰ ਕਿੱਦਾਂ ਕਰਨਾ ਹੈ ਉਹਦੇ ਲਈ ਸਭ ਤੋਂ ਵੱਡੀ ਮੁਸੀਬਤ ਹੋਣੀ ਹੈ। ਉਹ ਚੇਤਾ ਰੱਖਣ ਕਿ ਜੇ ਸ਼੍ਰੀਲੰਕਾ ਦੇ ਹਾਲਾਤ ਮਾੜੇ ਨੇ, ਸੰਧਾਲੀਆ ਸਾਹਿਬ, ਚੀਨ ਤਾਂ ਭਾਰਤ ਦੇ ਵਿਚਾਲੇ ਇੱਕ ਛੋਟਾ ਜਿਹਾ ਦੇਸ਼ ਹੈ ਜਿਹਨੂੰ ਨੇਪਾਲ ਕਹਿੰਦੇ ਆ, ਭਾਰਤ ਦਾ ਉਹਦੇ ਨਾਲ ਬਹੁਤ ਕੁਝ ਸਾਂਝਾ। ਉਹ ਟੂਰਿਜ਼ਮ ਦੇ ਉੱਤੇ ਬਹੁਤ ਨਿਰਭਰ ਕਰਦਾ ਸੀ ਕਿਉਂਕਿ ਸਾਰਾ ਹੀ ਦੇਸ਼ ਪਹਾੜੀ ਹੈ, ਉਦਯੋਗ ਬਹੁਤਾ ਹੈ ਕੋਈ ਨਹੀਂ, ਖੇਤੀ ਬਹੁਤੀ ਹੁੰਦੀ ਕੋਈ ਨਹੀਂ, ਇਸ ਕਰਕੇ ਟੂਰਿਜ਼ਮ ਤੇ ਡਿਪੈਂਡ ਕਰਦਾ ਸੀ। ਕੋਵਿਡ ਦੇ ਵਿੱਚ ਟੂਰਿਸਟ ਘਟ ਗਏ, ਕਈ ਗੁਣਾ ਘਟ ਗਏ, ਵਿਦੇਸ਼ੀ ਮੁਦਰਾ ਭੰਡਾਰ ਉੱਥੇ ਵੀ ਖਤਮ ਹੋਣ ਦੇ ਕਿਨਾਰੇ ਤੇ ਆ ਜਾਂ ਘਟ ਬਹੁਤ ਗਿਆ। ਜਾਣੀ ਕਿ ਜੇ ਭਾਰਤ ਦੇ ਹੇਠਲੇ ਪਾਸੇ ਸ਼੍ਰੀਲੰਕਾ ਦੇ ਮਾੜੇ ਹਾਲਾਤ ਨੇ, ਨੇਪਾਲ ਬਹੁਤੇ ਚੰਗੇ ਹਾਲਾਤਾਂ 'ਚ ਨਹੀਂ, ਇੱਧਰਲੇ ਪਾਸੇ ਪਾਕਿਸਤਾਨ ਦੇ ਉੱਤੇ ਚੀਨ ਤੇ ਰੂਸ ਦਾ ਪ੍ਰਭਾਵ ਬੜਾ ਤੇ ਉੱਥੇ ਰਾਜਨੀਤਿਕ ਉਥਲ ਪੁਥਲ ਹੈ। ਮੈਨੂੰ ਇਹ ਲੱਗਦਾ ਕਿ ਸੇਕਾ ਸਾਨੂੰ 1 ਨਹੀਂ 2 ਨਹੀਂ 3 ਪਾਸੇ ਲੱਗ ਸਕਦਾ, ਇਹ ਪੂਰਾ ਲੱਗ ਸਕਦਾ, ਇਹਦੇ 'ਤੇ ਕੋਈ ਸ਼ੱਕ ਨਹੀਂ। ਬਾਕੀ ਚਲੋ ਆਪਾਂ ਤਾਂ ਇਹੋ ਹੀ ਆਸ ਕਰ ਸਕਦੇ ਹਾਂ ਵੀ ਸਮੇਂ ਦੀ ਸਰਕਾਰ ਆ ਅਤੇ ਉਹਨਾਂ ਦੀ ਨਜ਼ਰ 'ਚ ਹੀ ਆ ਸਾਰਾ ਕੁਛ। ਜੇ ਉਹਨਾਂ ਨੂੰ ਲੱਗਦਾ ਵੀ ਕਿਹੜਾ ਸਟੈਪ ਲੈਣਾ ਇਸ ਵਕਤ ਜ਼ਰੂਰੀ ਹੈ, ਲੋੜੀਂਦਾ, ਉਸ ਹਿਸਾਬ ਨਾਲ ਸਰਕਾਰ ਲਵੇ ਜ਼ਰੂਰ। ਪਰ ਹੁਣ ਤੱਕ ਦੇ ਹਿਸਾਬ ਨਾਲ ਤਾਂ ਇਹੀ ਲੱਗਦਾ ਵੀ ਆਪਣੇ ਆਪ ਨੂੰ ਬਥੇਰਾ ਬਚਾ ਕੇ ਰੱਖਿਆ। ਬਾਕੀ ਹੁਣ ਕੱਲ੍ਹ ਨੂੰ ਕੀ ਪਤਾ ਲੱਗਦਾ ਵੀ ਕਿਹੜੇ ਸਟੈਪ ਦਾ ਕੀ ਅਸਰ ਹੁੰਦਾ, ਉਹ ਟਾਈਮ ਦੱਸੂਗਾ। ਬਸ ਇੱਕੋ ਹੀ ਗੱਲ ਹੈ ਕਿ ਜੇ ਇਮਰਾਨ ਖਾਨ ਦੀ ਸਰਕਾਰ ਗਈ, ਫਿਰ ਕਈਆਂ ਲੋਕਾਂ ਨੇ ਕਹਿਣਾ ਕਿ ਭਾਈ ਸਰਕਾਰ ਵੀ ਗਈ ਤਾਂ ਕਈ ਜਿਉਂਦੇ ਕੁੱਕੜ ਵੀ ਚਲ ਗਏ। ਦੇਖੋ ਚਲੋ ਕੋਈ ਗੱਲ ਨਹੀਂ, ਆਪਾਂ ਉਡੀਕ ਲਈਏ ਜੀ, ਅਜੇ ਕੱਲ੍ਹ ਦਾ ਦਿਨ ਹੈਗਾ। ਅੱਛਾ, ਦੂਜੀ ਗੱਲ ਕਰੀਏ ਆਪਾਂ, ਜੇ ਪੰਜਾਬ ਵਾਲੇ ਪਾਸੇ ਨੂੰ ਮੋੜਾ ਕੱਟ ਲਈਏ, ਇਹ ਪੰਜਾਬ ਵਾਲੇ ਪਾਸੇ ਵੀ ਇਸ ਵਕਤ ਇੱਕ ਅਜੀਬੋ ਗਰੀਬ ਤਰ੍ਹਾਂ ਦੀ ਸਿਆਸਤ ਚੱਲੀ ਜਾਂਦੀ, ਅਤੇ ਸਿਆਸਤ ਇਹ ਚੱਲੀ ਜਾਂਦੀ ਵੀ ਆਪਾਂ ਕੱਲ੍ਹ ਵੀ ਗੱਲ ਕੀਤੀ ਵੀ ਸਰਕਾਰ ਬਣੀ ਹੈ ਅਤੇ ਸਰਕਾਰ ਬਣ ਕੇ ਅਤੇ ਸਰਕਾਰ ਵਾਲੇ ਪਾਸੇ ਧਿਆਨ ਹੋਣਾ ਚਾਹੀਦਾ, ਪਰ ਅਜੇ ਪ੍ਰਚਾਰ ਵਾਲੇ ਪਾਸੇ ਧਿਆਨ ਜ਼ਿਆਦਾ। ਹੁਣ ਪਹਿਲਾਂ ਤਾਂ ਆਪਾਂ ਗੱਲ ਕੀਤੀ ਵੀ ਮੁਲਕ ਦੇ ਗਵਾਂਢੀ ਮੁਲਕ ਦੀ, ਹੁਣ ਆਪਾਂ ਗੱਲ ਕਰਦੇ ਹਾਂ ਸਟੇਟ ਦੇ ਗਵਾਂਢੀ ਸਟੇਟ ਦੀ। ਹੁਣ ਉੱਥੇ ਜਿਹੜਾ ਵਾਰ-ਵਾਰ ਬਿਆਨ ਕਦੀ ਪੰਜਾਬ ਵਾਲੇ ਪਾਸਿਓਂ ਕੋਈ ਦਿੱਲੀ ਵਾਲੇ ਪਾਸਿਓਂ, ਹੁਣ ਜਦੋਂ ਸਿਸੋਦੀਆ ਸਾਹਿਬ ਦਾ ਬਿਆਨ ਆਇਆ ਕਿ ਮਹਾਰਾਜ ਉਹ ਤਾਂ ਜੀ BJP ਜੀ ਉਹ ਤਾਂ ਫਿਰ ਡਰ ਗਈ ਜੀ। ਉੱਥੇ ਜੇ ਇਮਰਾਨ ਖਾਨ ਸਾਹਿਬ ਨੂੰ ਚੇਂਜ ਕਰਨ ਦੀ ਗੱਲ ਕਰੀ ਜਾਂਦੇ, ਹੁਣ ਹਿਮਾਚਲ 'ਚ ਕਹਿੰਦੇ ਮੁੱਖ ਮੰਤਰੀ ਚੇਂਜ ਕਰਨ ਨੂੰ ਫਿਰਦੇ ਆ। ਦੇਖੋ ਸੰਧਾਲੀਆ ਸਾਹਿਬ, ਇਲਜ਼ਾਮ ਹੈ ਜੀ, ਇਲਜ਼ਾਮ ਕਾਹਦਾ? ਉਹਨਾਂ ਨੇ ਤਾਂ ਜਿੱਦਾਂ ਕਿਹਾ ਐਂ ਲੱਗਦਾ ਜੀ ਤਾਂ ਉਹਨਾਂ ਨਾਲ ਸਲਾਹ ਕਰਕੇ ਗਏ ਹੁੰਦੇ ਆ ਵੀ ਅਸੀਂ ਲੱਗੇ ਜੀ ਤਬਦੀਲ ਕਰਨ, ਤੁਸੀਂ ਮਾੜੀ ਜੀ ਪ੍ਰੈਸ ਕਾਨਫਰੰਸ ਕਰ ਦਿਓ। ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਨੀਤੀ ਹੈ ਨਾ, ਉਹ ਇੱਦਾਂ ਹੀ ਚੱਲੀ ਤੇਜ਼ ਐਨ ਸਿਖਰ ਦੇ ਉੱਤੇ। ਐਤਕੀ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਤਾਂ ਮੰਡੀ ਚੁਣਿਆ। ਮੰਡੀ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਭਾਜਪਾ ਲੀਡਰ ਤੇ ਉੱਥੋਂ ਦੇ ਮੌਜੂਦਾ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਜ਼ਿਲ੍ਹਾ। ਤੇ ਤੁਹਾਨੂੰ ਚੇਤਾ ਹੋਣਾ ਕਿ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਨੇ ਭਾਰਤ ਦੇ ਵਿੱਚ ਚੋਣਾਂ ਲੜੀਆਂ ਦਿੱਲੀ 'ਚ, ਅਰਵਿੰਦ ਕੇਜਰੀਵਾਲ ਹੋਰਾਂ ਦੀ ਅਗਵਾਈ 'ਚ, ਸਭ ਤੋਂ ਪਹਿਲਾਂ ਜਿਹੜੀ ਅਨਾਊਂਸਮੈਂਟ ਆਮ ਆਦਮੀ ਪਾਰਟੀ ਦੀ ਹੋਈ ਸੀ ਕਿ ਉਸ ਵੇਲੇ ਦੀ ਕਾਂਗਰਸੀ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਦੇ ਖਿਲਾਫ ਕੇਜਰੀਵਾਲ ਚੋਣ ਲੜਨਗੇ। ਜਾਣੀ ਕਿ ਇੱਕੋ ਦਮ ਲੋਕਾਂ ਦੇ ਵਿੱਚ ਚੜ੍ਹਾਈ ਜੀ ਕਰਾਉਣੀ ਹੈ, ਫਿਰ ਇੱਦਾਂ ਦਾ ਕੋਈ ਨਾ ਕੋਈ ਸਟੈਪ ਜ਼ਰੂਰੀ ਹੁੰਦਾ ਹੈ। ਹੁਣ ਤੁਸੀਂ ਦੇਖੋ ਕਿ ਇੱਧਰੋਂ ਜੈਰਾਮ ਠਾਕੁਰ ਹੋਰਾਂ ਦੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਜਾ ਕੇ ਰੋਡ ਸ਼ੋਅ ਕਰਕੇ ਆਏ। ਹਿਮਾਚਲ ਪ੍ਰਦੇਸ਼ ਦੇ ਵਿੱਚ 2-3 ਹੀ ਥਾਵਾਂ ਨੇ ਜਿੱਥੇ ਇਕੱਠ ਹੋ ਜਾਂਦੇ ਆ। ਸ਼ਿਮਲੇ ਦਾ ਰਿਜ ਮੈਦਾਨ ਹੈਗਾ, ਉੱਥੇ ਜਾ ਕੇ ਤੁਸੀਂ ਖੜ੍ਹ ਜਾਓ, ਕੋਈ ਭਾਸ਼ਣ ਦੇਣ ਲੱਗ ਪਓ, ਭਰਿਆ ਹੀ ਜਾਂਦਾ ਹੈ ਕਿਉਂਕਿ ਲੋਕ ਵਧੇਰੇ ਆਏ ਹੁੰਦੇ ਆ। ਇੱਦਾਂ ਮੰਡੀ ਦੇ ਵਿੱਚ ਵੀ ਹੈ, ਪਰ ਚਲੋ ਲੋਕ ਸੁਣਨ ਵੀ ਆਏ ਸੀ। ਸੰਧਾਲੀਆ ਸਾਹਿਬ, ਇੱਕ ਗੱਲ ਦਾ ਖਿਆਲ
ਸਿਸੋਦੀਆ ਸਾਹਿਬ ਨੇ ਕਿਹਾ ਜੀ ਪਤਾ ਲੱਗਾ ਕਿ ਜੈਰਾਮ ਠਾਕਰ ਨੂੰ ਲਾਉਣ ਲੱਗੇ ਆ, ਆਮ ਆਦਮੀ ਪਾਰਟੀ ਦੀ ਚੜ੍ਹਾਈ ਤੋਂ ਬੀਜੇਪੀ ਘਬਰਾ ਗਈ ਤੇ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਆ ਅਨੁਰਾਗ ਠਾਕੁਰ, ਤੇ ਅਨੁਰਾਗ ਠਾਕੁਰ ਨੂੰ ਹਿਮਾਚਲ ਦਾ ਮੁੱਖ ਮੰਤਰੀ ਬਣਾ ਕੇ ਕੋਸ਼ਿਸ਼ ਕਰੂ ਬੀਜੇਪੀ। ਬਿਲਕੁਲ ਉਹਨਾਂ ਦੀ ਗੱਲ ਠੀਕ ਹੈ। ਭਾਰਤੀ ਜਨਤਾ ਪਾਰਟੀ ਇਦਾਂ ਕਰਦੀ ਹੁੰਦੀ ਹੈ। ਪਿਛਲੇ ਸਮੇਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੀਫ ਮਿਨਿਸਟਰ ਬਦਲੇ ਆ। ਉਹ ਚੀਫ ਮਿਨਿਸਟਰ ਜਿਹੜੇ ਆ, ਆਪਾਂ ਉੱਤਰਾਖੰਡ ਦੇ ਵਿੱਚ ਵੀ ਦੇਖਿਆ ਕਿ ਉਹ ਕੰਮ ਬਦਲਦੇ ਹੁੰਦੇ ਆ। ਹੋਰ ਵੀ ਕਈ ਸੂਬਿਆਂ ਦੇ ਵਿੱਚ ਉਹ ਆਖਰੀ ਮੌਕੇ ਦੇ ਉੱਤੇ ਜਾ ਕੇ ਹੁੰਦੇ ਕਿ ਭਾਈ ਗੁਜਰਾਤ ਦੇ ਵਿੱਚ ਬਦਲੇ। ਹੁਣ ਚਰਚਾ ਇਹ ਚੱਲਦੀ ਹੈ ਕਿ ਉਹਨਾਂ ਨੇ ਇਸ ਵੇਲੇ ਜਿੱਥੇ ਜਿੱਥੇ ਵੀ ਉਹਨਾਂ ਦੀਆਂ ਸਰਕਾਰਾਂ ਵੀ ਨੇ, ਭਾਵੇਂ ਗੁਜਰਾਤ ਦੇ ਵਿੱਚ ਤਬਦੀਲੀ ਕਰ ਲਈ। ਹੋ ਸਕਦਾ ਹੈ ਕਿ ਜਿਹੜੇ ਰਾਜਸਥਾਨ ਦੇ ਵਿੱਚ ਉਹਨਾਂ ਦੀ ਸਰਕਾਰ ਨਹੀਂ, ਬਹੁਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਜਿਹੜੇ ਆ ਉਹ ਬੀਬੀ ਵਸੁੰਧਰਾ ਰਾਜੇ ਸਿੰਧੀਆ ਦੇ ਹੱਕ 'ਚ ਆ ਕਿ ਭਾਈ ਆਪਾਂ ਇਹਨਾਂ ਦੀ ਅਗਵਾਈ 'ਚ ਲੜਨਾ ਹੈ। ਪਰ ਕੇਂਦਰ ਸਰਕਾਰ ਹੋ ਸਕਦਾ ਕਿ ਉੱਥੇ ਪ੍ਰਧਾਨ ਮੰਤਰੀ ਦਾ ਚਿਹਰਾ ਅੱਗੇ ਪੇਸ਼ ਕਰੇ ਨਰਿੰਦਰ ਮੋਦੀ ਸਾਹਿਬ ਦਾ, ਕਿ ਨਹੀਂ ਭਾਈ ਪ੍ਰਧਾਨ ਮੰਤਰੀ ਸਾਹਿਬ ਦੇ ਸਿਰ ਦੇ ਉੱਤੇ ਚੋਣ ਲੜੋ, ਮੁੜ ਕੇ ਦੇਖਾਂਗੇ ਮਨੋਹਰ ਲਾਲ ਖੱਟਰ ਹੋਰਾਂ ਵਾਂਗੂ ਆਪਾਂ ਕਿਹਨੂੰ ਬਣਾਉਣਾ ਹੈ, ਜਾਂ ਯੋਗੀ ਆਦਿੱਤਿਆਨਾਥ ਹੋਰਾਂ ਵਾਂਗੂ ਕਿ ਆਪਾਂ ਕਿਹਨੂੰ ਬਣਾਉਣਾ ਹੈ। ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਸ਼ਿਵਰਾਜ ਸਿੰਘ ਚੌਹਾਨ ਭਾਵੇਂ ਕਈ ਵਾਰ ਦੇ ਮੁੱਖ ਮੰਤਰੀ ਨੇ, ਪਰ ਐਤਕੀ ਪਤਾ ਲੱਗਿਆ ਕਿ ਉਹਨਾਂ ਨੂੰ ਵੀ ਵੋਟਾਂ ਪੈਣ ਤੋਂ ਪਹਿਲਾਂ ਹੋ ਸਕਦਾ ਕਿ ਸੈਂਟਰ ਸਰਕਾਰ ਦੇ ਵਿੱਚ ਲੈ ਜਾਣ। ਤੇ ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਚੋਣ ਵੀ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਚਿਹਰੇ ਦੇ ਉੱਤੇ ਲੜੇ, ਤੇ ਜਿੱਦਾਂ ਉੱਤਰਾਖੰਡ ਦੇ ਵਿੱਚ ਜਿੱਤਿਆ ਕੋਸ਼ਿਸ਼ ਕਰ ਸਕਦੇ ਆ ਕਿ ਭਾਈ ਜਿੱਤ ਜਾਈਏ। ਇਦਾਂ ਹੀ ਕਿਉਂਕਿ ਪਿਛਲੇ ਸਮੇਂ 'ਚ ਇੱਕ ਲੋਕ ਸਭਾ ਦੀ ਚੋਣ ਤੇ 3 ਵਿਧਾਨ ਸਭਾ ਦੀਆਂ ਚੋਣਾਂ ਹਿਮਾਚਲ ਪ੍ਰਦੇਸ਼ 'ਚ ਹੋਈਆਂ ਸੀ, ਜ਼ਿਮਨੀ ਬਾਈ ਇਲੈਕਸ਼ਨ। ਭਾਰਤੀ ਜਨਤਾ ਪਾਰਟੀ ਸਰਕਾਰ ਹੋਣ ਦੇ ਬਾਵਜੂਦ ਵੀ ਹਾਰੀ, ਚੋਖੀਆਂ ਵੋਟਾਂ ਨਾਲ ਹਾਰੀ, ਤੇ ਉਦੋਂ ਦਾ ਹੀ ਲੱਗਦਾ ਸੀ ਕਿ ਭਾਈ ਵੇਲਾ ਉਡੀਕਿਆ ਜਾ ਰਿਹਾ, ਜੈਰਾਮ ਠਾਕੁਰ ਹੋਰਾਂ ਨੂੰ ਤਬਦੀਲ ਕਰਤਾ ਜਾਊਗਾ। ਪਰ ਆਮ ਆਦਮੀ ਪਾਰਟੀ ਨੇ ਪਹਿਲੀ ਪ੍ਰੈਸ ਕਾਨਫਰੰਸ ਕਰਕੇ ਹੋ ਸਕਦਾ 2-4 ਮਹੀਨੇ ਨੂੰ ਹੋਰ ਦਵਾ ਦੇਵੇ। ਨਹੀਂ, ਦਵਾ ਤੇ ਦੇਣ, ਪਰ ਇਹਦੇ 'ਚ ਇੱਕ ਗੱਲ ਹੈਰਾਨੀ ਵਾਲੀ ਹੈ ਜੀ। ਹੈਰਾਨੀ ਵਾਲੀ ਗੱਲ ਇਹ ਹੈ ਵੀ ਇਹ ਦਵਾਈ ਬੀਜੇਪੀ ਨੂੰ ਤੇ ਮਾਫ ਗਿਆ, ਕਿਉਂਕਿ ਜਿਹੜੀਆਂ ਇਹ ਤੋਂ ਲੰਘੀਆਂ 5 ਸਟੇਟਾਂ ਦੀਆਂ ਚੋਣਾਂ ਉਹਦੇ 'ਚ ਵੀ ਚੇਂਜ ਕੀਤੇ 2 ਜਗ੍ਹਾ ਦੇ ਉੱਪਰ, ਉੱਥੇ ਤਾਂ ਚਲੋ ਫਰਕ ਪੈ ਗਿਆ। ਪਰ ਜੇ ਆਪਾਂ ਗੱਲ ਕਰਦੇ ਹਾਂ ਪੰਜਾਬ ਵਾਲਿਆਂ ਨੇ, ਜਿਹਨੂੰ ਕਾਂਗਰਸ ਪਾਰਟੀ ਨੇ ਸੇਮ ਦਵਾਈ ਯੂਜ਼ ਕੀਤੀ, ਜੋ ਕੈਪਟਨ ਸਾਹਿਬ ਨੂੰ ਲਾਂਭੇ ਕਰੋ ਜੀ, ਇੱਥੇ ਆਪਾਂ ਚੰਨੀ ਸਾਹਿਬ ਨੂੰ ਲੈ ਕੇ ਆਉਣਾ, ਆਖਰੀ ਜਿਹੇ ਮੌਕੇ ਤੇ ਸੀਐਮ 'ਚ ਫੇਸ ਚੇਂਜ ਕੀਤਾ। ਕਾਂਗਰਸ ਪਾਰਟੀ ਨੂੰ ਦਵਾਈ ਐਡੀ ਵਧੀਆ ਲੱਗੀ ਨਹੀਂ। ਆਹ ਗੱਲ ਤਾਂ ਮਾੜੀ ਹੈ ਨਾ, 2 ਬੀਬੀਆਂ ਖੜੀਆਂ ਆਪਸ ਦੇ ਵਿੱਚ ਗੱਲਾਂ ਕਰਨ ਕਿ ਉਹ ਫਲਾਨੀ ਦੇ ਮੁੰਡੇ ਦੇ ਅੱਜ ਪਤਾ ਲੱਗਾ ਪਈਆਂ, ਉਹ ਕਹੇ ਆਹੋ ਅੱਛਾ ਜਿੱਦਾਂ ਤੁਹਾਡੇ ਵਾਲੇ ਮੁੰਡੇ ਦੇ ਵੀ ਪਈਆਂ ਸੀ ਪਿੱਛੇ, ਆਹ ਨਾ ਐ ਨਾ ਤੁਸੀਂ ਕਰੋ ਨਾ, ਆਹ ਫਿਰ ਗੱਲ ਤੁਸੀਂ ਤਾਂ ਚੇਤਾ ਕਰਾਉਂਦੇ ਹੋ। ਨਹੀਂ, ਮੈਂ ਤਾਂ ਗੱਲ ਕਰਦਾ ਵੀ ਦੇਖੋ ਰਣਨੀਤੀ ਆ, ਇਹਦੇ 'ਚ ਕੀ ਫਰਕ ਪੈਂਦਾ। ਜੇ ਹੁਣ ਰਣਨੀਤੀ ਇੱਕ ਰਣਨੀਤੀ ਉਹਨੂੰ ਲੱਗਦਾ ਉਹ ਕਿਸੇ ਨੇ ਤਾਂ ਘੜੀ ਹੋਊਗੀ ਨਾ, ਵੀ ਦੇਖੋ ਜੀ ਜਦੋਂ ਆਪਾਂ ਇੱਕ ਚਿਹਰਾ ਰੱਖਦੇ ਹਾਂ ਉਹ ਇੰਨੇ ਸਾਲ ਰਾਜ ਕਰਦਾ, ਫਿਰ ਲੋਕਾਂ ਦੇ ਵਿੱਚ ਉਹ ਇੱਦਾਂ ਜਿਹੀ ਗੱਲ ਬਣ ਜਾਂਦੀ ਵੀ ਯਾਰ ਇਹਨਾਂ ਦਾ ਕੀਤਾ ਕੁਛ ਨਹੀਂ। ਫਿਰ ਨਵਾਂ ਮੁੱਖ ਮੰਤਰੀ ਆਉਂਦਾ, ਨਵਾਂ ਮੁੱਖ ਮੰਤਰੀ ਐਲਾਨ ਕਰਦਾ, ਉਹ ਕਹਿੰਦਾ ਆਪਾਂ ਆਹ ਕਰ ਦੇਣਾ ਕਹਿੰਦਾ ਵੇਵ ਜੀ ਬਣ ਜਾਂਦੀ ਹੈ, ਉਹਦੇ 'ਚ ਗੱਲ ਬਣ ਜਾਂਦੀ। ਉਹ ਤਜਰਬਾ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋਇਆ ਸੀ। ਮੈਨੂੰ ਆਇਆ ਸੀ ਵੀ ਇੱਥੇ ਵੀ ਆਮ ਆਦਮੀ ਪਾਰਟੀ ਹੈ, ਹੁਣ ਇੱਥੇ ਵੀ ਸਿਸੋਦੀਆ ਸਾਹਿਬ ਕਹਿੰਦੇ ਨੇ ਵੀ ਹਿਮਾਚਲ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਤਰਫੋਂ ਹੀ ਜੰਗ ਲੜਨੀ। ਹੁਣ ਉੱਥੇ ਉਹ ਦਵਾਈ ਮੁਫੀਦ ਹੁੰਦੀ ਆ ਕਿ ਨਹੀਂ ਹੁੰਦੀ, ਸਵਾਲ ਸਿਰਫ ਇੰਨਾ ਕਿ ਮੈਂ ਤਾਂ ਕਿਹਾ ਹੀ ਕੁਛ ਨਹੀਂ। ਤੁਸੀਂ ਕਿਹਾ ਮਾਰੇ, ਤੁਸੀਂ ਕੁਝ ਵੀ ਨਹੀਂ ਕਿਹਾ, ਪਰ ਜਿਹਨਾਂ ਕਈਆਂ ਨੇ ਸੁਣਨਾ ਹੀ ਉਹਨਾਂ ਨੂੰ ਬਹੁਤ ਔਖਾ ਲੱਗਣਾ, ਕਹਿਣਾ ਯਾਰ ਚੇਤਾ ਕਰਾਉਂਦੇ ਆ, ਮਸੀਂ ਭੁੱਲੇ ਸੀ, ਮਸੀਂ ਮੌਸਮ ਜਿਹਾ ਤਬਦੀਲ ਹੋਇਆ ਤਾਂ ਚੇਤਾ ਭੁੱਲੇ ਸੀ। ਉਹਨਾਂ ਦੇ ਫੇਰ ਕੰਨਾਂ 'ਚ ਉਹੀ ਨਾਰੇ ਰੜਕਣ ਲੱਗ ਪੈਣੇ ਆ ਕਿ ਭਾਈ ਆ ਕੀ ਹੋ ਗਿਆ। ਚਲੋ ਕੋਈ ਗੱਲ ਨਹੀਂ, ਬਾਕੀ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਜਪਾ ਨੂੰ ਹਰਾਉਣਾ ਇੰਨਾ ਸੁਖਾਲਾ ਨਹੀਂ, ਪਰ ਇਹ ਵੀ ਗੱਲ ਹੈ ਕਿ ਅਸੰਭਵ ਵੀ ਨਹੀਂ ਹੈਗਾ। ਸਿਸੋਦੀਆ ਸਾਹਿਬ ਦਾ ਬਿਆਨ ਦੇਖੋ, ਇੱਕ ਦਿਨ ਪਹਿਲਾਂ ਰੋਡ ਸ਼ੋਅ ਹੁੰਦਾ, ਫਿਰ ਸਿਸੋਦੀਆ ਸਾਹਿਬ ਬਿਆਨ ਦਿੰਦੇ ਆ, ਤੇ ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਹੁਣ ਪਿੱਛੇ ਤਾਂ ਹਟਣਾ ਨਹੀਂ, ਉਹ ਚਰਚਾ ਦੇ ਵਿੱਚ ਰਹਿਣਾ ਚਾਹੁੰਦੇ ਆ। ਹਿਮਾਚਲ ਪ੍ਰਦੇਸ਼ ਦੀ ਚਰਚਾ ਹੁਣ ਲਗਾਤਾਰ ਹੋਊ। ਹੁਣ ਪੰਜਾਬ ਦੇ ਵਿੱਚੋਂ ਦੀ ਆਮ ਆਦਮੀ ਪਾਰਟੀ ਦੇ ਲੀਡਰ ਲੰਘ ਜਾਣਗੇ, ਕਿਉਂਕਿ ਸਿੱਧੇ ਤਾਂ ਦਿੱਲੀੋਂ ਪਹੁੰਚਿਆ ਨਹੀਂ ਜਾਣਾ, ਵਾਇਆ ਪੰਜਾਬ ਹੋ ਕੇ ਜਾਣਾ ਪੈਣਾ। ਇੱਕ ਅੱਧੀ ਏਅਰਪੋਰਟ ਦੇ ਉੱਤੇ ਮੁਲਾਕਾਤ ਹੋ ਜਾਇਆ ਕਰੂਗੀ, ਫੈਸਲਾ ਕੋਈ ਲੈਣਾ ਸੌਖਾ ਹੋ ਜਾਇਆ ਕਰੂਗਾ। ਬਾਕੀ ਭਾਜਪਾ ਦੇ ਲੀਡਰ ਨੇ ਮਨਜਿੰਦਰ ਸਿੰਘ ਸਿਰਸਾ ਸਾਹਿਬ, ਉਹਨਾਂ ਨੇ ਫਿਰ ਘੇਰ ਲਿਆ। ਉਹ ਕਹਿੰਦੇ ਵਾਹ ਭਗਵੰਤ ਮਾਨ ਸਾਹਿਬ, ਤੁਸੀਂ ਉਹ ਕਹਿੰਦੇ ਹੁੰਦੇ ਸੀ ਕਿ ਪੰਜਾਬ ਕਰਜ਼ਾਈ ਸਟੇਟ ਹੈ, ਪੰਜਾਬ ਦੇ ਪੈਸੇ ਉਜਾੜੇ ਜਾ ਰਹੇ ਆ ਹੈਲੀਕਾਪਟਰਾਂ ਦੇ ਉੱਤੇ, ਤਾਂ ਤੁਸੀਂ ਪੰਜਾਬ ਦਾ ਸਰਕਾਰੀ ਹੈਲੀਕਾਪਟਰ ਵਰਤ ਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰੀ ਜਾਂਦੇ ਹੋ, ਇੱਦਾਂ ਪੰਜਾਬ ਬਾਜੂ। ਨਹੀਂ, ਗੱਲ ਤਾਂ ਠੀਕ ਹੈ। ਦੇਖੋ ਕਾਰਨ ਆ ਵੀ ਇਹ ਤਾਂ ਚਰਚਾ ਆਪਾਂ ਉਦੋਂ ਦੀ ਕਰੀ ਜਾਂਦੇ ਆ ਵੀ ਅਜੇ ਕਿਉਂਕਿ ਨਵਾਂ ਇੱਧਰ ਕੰਮ ਸ਼ੁਰੂ ਹੋਇਆ, ਇੱਧਰ ਲੋਕ ਅਜੇ ਉਦਾਂ ਹੀ ਲਾਈਨ 'ਚ ਲੱਗੇ ਨੇ, ਕੋਈ ਝੋਲਾ ਲੈ ਕੇ, ਕੋਈ ਲਿਫਾਫਾ ਲੈ ਕੇ, ਕੋਈ ਕਹਿੰਦਾ ਆਟਾ ਚਾਹੀਦਾ, ਕੋਈ ਦਾਲ ਚਾਹੀਦੀ, ਕੋਈ ਕਹਿੰਦਾ ਗੁੜ ਹੈਗਾ ਥੋੜ੍ਹਾ, ਕੋਈ 2 ਰਿਉੜੀਆਂ ਹੀ ਦੇ ਦਿਓ ਕਿਤੇ। ਉਧਰਲੇ ਪਾਸੇ ਜਦੋਂ ਜਿਹੜਾ ਮੁਖੀ ਹੋਵੇ ਉਹ ਕਿਸੇ ਹੋਰ ਸਟੇਟ 'ਚ ਹੋਵੇ, ਤੇ ਫਿਰ ਜਿਹੜੀ ਉਹ ਉਡਣ ਖਟੋਲੇ ਵਾਲੀ ਸਵਾਰੀ, ਉਹ ਤੇ ਜੇ ਫਿਰ ਉਹੀ ਮੁੱਖ ਮੰਤਰੀ ਸਾਹਿਬ ਦੀ ਗੱਲ ਆ ਜਾਣੀ। ਮੁੱਖ ਮੰਤਰੀ ਸਾਹਿਬ ਜਿਹੜੇ ਉਦੋਂ ਪਿਛਲੇ ਬਣੇ ਸੀ ਚੰਨੀ ਸਾਹਿਬ, ਉਹਨਾਂ ਦੀ ਵੀ ਉਹ ਹੈਲੀਕਾਪਟਰ ਵਾਲੀ ਗੱਲ ਬੜੀ ਚਰਚਾ 'ਚ ਹੋਈ ਸੀ ਵੀ ਮਹਾਰਾਜ ਉਹ ਤਾਂ ਕਦੀ ਇੱਥੇ ਜਾਂਦੇ ਨੇ, ਹੈਲੀਕਾਪਟਰ ਦੀ ਬੜੀ ਵਰਤੋਂ ਹੁੰਦੀ ਆ। ਉਹ ਹੈਲੀਕਾਪਟਰ ਵਾਲੀ ਗੱਲ ਆਮ ਆਦਮੀ ਪਾਰਟੀ ਦੇ ਨਾਲ ਜੋੜ ਕੇ ਜੇ ਹੁਣ ਸਿਰਸਾ ਸਾਹਿਬ ਨੇ ਛੇੜੀ ਆ, ਤੇ ਹੋ ਸਕਦਾ ਵੀ ਇਹ ਤੂਲ ਫੜ ਲਵੇ। ਕੀ ਫਰਕ ਪੈਂਦਾ ਇਹਦੇ? ਸੰਤਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ, ਗੱਲ ਨੇ ਤੂਲ ਫੜਨੀ ਹੈ। ਵਿਰੋਧੀਆਂ ਦੇ ਕੋਲ ਹਥਿਆਰ ਹੈ। ਭਾਜਪਾ ਦੇ ਲੀਡਰ ਅਰਵਿੰਦ ਖੰਨਾ ਸਾਹਿਬ ਸਪੈਸ਼ਲ ਟਵੀਟ ਕਰਦੇ ਆ
ਸੋਸ਼ਲ ਮੀਡੀਆ ਤੇ ਪਾਉਂਦੇ ਆ ਉਹ ਖਬਰਾਂ ਕਿ ਆ ਦੇਖੋ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉੱਥੇ ਗਏ ਨੇ ਤੇ ਖਰਚ ਹੁਣ ਦੱਸੋ ਕਿੱਥੋਂ ਆ ਰਿਹਾ। ਮੈਂ ਤਾਂ ਸੰਧਾਲੀਆ ਸਾਹਿਬ ਇਹ ਕਹਿਣਾ ਕਿ ਹੈਲੀਕਾਪਟਰ ਤੇ ਕੈਪਟਨ ਸਾਹਿਬ ਵੀ ਇੱਕ ਵਾਰੀ ਗਏ ਸੀ, ਹੇਠਲੇ ਪਾਸੇ ਨਜਾਇਜ਼ ਮਾਈਨਿੰਗ ਵੀ ਨਜ਼ਰ ਆਈ ਸੀ। ਮੈਂ ਤਾਂ ਇਹ ਵੀ ਕਹਿਣਾ ਕਿ ਤਨਖਾਹਾਂ ਦਾ ਬਹੁਤ ਜ਼ਿਕਰ ਹੁੰਦਾ ਕਿ ਇਹਨਾਂ ਦੇ ਕੋਲੇ ਮੋਟੀਆਂ ਤਨਖਾਹਾਂ ਨੇ, ਜਿਹੜਾ ਕੋਈ MLA MP ਬਣਦਾ, ਮੁੱਖ ਮੰਤਰੀ, ਕੈਬਨਿਟ ਮਿਨਿਸਟਰ, ਮਿਨਿਸਟਰ ਆਫ ਸਟੇਟ ਬਣਦਾ, ਝੂਟ ਲਓ ਹੈਲੀਕਾਪਟਰ ਕੋਈ ਗੱਲ ਨਹੀਂ, ਸਰਕਾਰੀ ਕੰਮ ਲਈ ਝੂਟੋ, ਲੈ ਲਓ ਗੱਡੀ, ਤਨਖਾਹ ਵੀ ਲਓ ਕੋਈ ਗੱਲ ਨਹੀਂ, ਤੁਹਾਨੂੰ ਖਰਚ ਲਈ ਇੱਧਰ ਉੱਧਰ ਨਾ ਦੇਖਣਾ ਪਵੇ, ਪਰ ਕੰਮ ਦੁੱਗਣਾ ਕਰਕੇ ਦਿਓ ਕਿ ਜੇ ਹੈਲੀਕਾਪਟਰ ਦੇ ਉੱਤੇ ਗੇੜਾ ਮਾਰੋ, ਜੇ ਤੁਹਾਨੂੰ ਥੱਲੇ ਨਜਾਇਜ਼ ਮਾਈਨਿੰਗ ਦਿਸੇ, ਹੈਲੀਕਾਪਟਰ ਦੇ ਉੱਤੇ ਗੇੜਾ ਮਾਰਿਆ ਪੰਜਾਬ ਦੇ ਲੋਕਾਂ ਨੂੰ ਦੁਖੂਗਾ ਨਹੀਂ ਜੇ ਤੁਸੀਂ ਦੇਖ ਕੇ ਉਹ ਬੰਦ ਕਰਾਤੀ। ਜੇ ਤੁਸੀਂ ਕਾਰ 'ਚ ਕਿਤੇ ਜਾਂਦੇ ਹੋ, ਪੰਜਾਬ ਦੇ ਲੋਕਾਂ ਨੂੰ ਇਤਰਾਜ਼ ਸ਼ਾਇਦ ਘੱਟ ਹੋਊਗਾ। ਜੇ ਤੁਸੀਂ ਸਰਕਾਰੀ ਕੰਮ ਦੇ ਲਈ ਕਾਰ 'ਚ ਜਾਂਦੇ ਹੋ, ਜੇ ਕਿਸੇ ਭੋਗ ਤੇ ਜਾਣਾ, ਵਿਆਹ ਤੇ ਜਾਣਾ, ਉਹ ਆਪਦੇ ਰਿਸ਼ਤੇਦਾਰੀ ਜਾਣਾ, ਫਿਰ ਤੇਲ ਪੱਲਿਓਂ ਪਾਓ, ਫਿਰ ਕਾਰ ਆਪਦੀ ਵਰਤੋ, ਫਿਰ ਪੰਜਾਬ ਦੇ ਲੋਕਾਂ ਨੂੰ ਇਤਰਾਜ਼ ਨਹੀਂ ਹੋਣਾ। ਹਾਂ, ਕਿਉਂਕਿ ਇਹ ਭੰਡਦੇ ਰਹੇ ਆ, ਵਿਰੋਧੀ ਧਿਰਾਂ ਦਾ ਹੱਕ ਬਣਦਾ, ਅਗਲੇ ਹੱਕ ਲੈ ਰਹੇ ਆ। ਨਹੀਂ ਉਹ ਤਾਂ ਹੈ। ਨਾਲੇ ਦੂਜੀ ਗੱਲ ਇਹ ਹੈ ਨਾ ਵੀ ਇੱਕ ਤੇ ਕਰਜ਼ਾਈ ਸੂਬਾ, ਦੂਸਰਾ ਜਿਹੜਾ ਮਾਨ ਸਾਹਿਬ ਦੀ ਫੇਰੀ ਦੇ ਵਿੱਚ ਉਹਨਾਂ ਨੇ ਉਦੋਂ ਪੈਸੇ ਮੰਗ ਲਏ ਸੀ, ਉਹ ਵਾਰ-ਵਾਰ ਅਗਲੇ ਗਣਾਉਂਦੇ ਨੇ ਵੀ ਮਹਾਰਾਜ ਤੁਸੀਂ ਤਾਂ ਕਹਿੰਦੇ ਸਾਨੂੰ ਪੈਸੇ ਚਾਹੀਦੇ ਨੇ, ਪੈਸੇ ਹੈ ਨਹੀਂ, ਤੇ ਤੁਸੀਂ ਆਪਣੇ ਤੌਰ ਤੇ ਬਚਤ ਕੀ ਕਰ ਰਹੇ ਹੋ। ਪਰ ਨਾਲ ਦੀ ਨਾਲ ਇਹ ਵੀ ਗੱਲ ਹੈਗੀ ਆ ਵੀ ਇਹ ਨਹੀਂ ਵੀ ਜੇ ਮਾਨ ਸਾਹਿਬ ਉੱਧਰ ਚਲ ਗਏ ਸੀ ਤੇ ਆਣ ਕੇ ਮੀਟਿੰਗ ਵਾਲਾ ਕੰਮ ਨਹੀਂ ਸ਼ੁਰੂ ਕੀਤਾ, ਉਹ ਮੀਟਿੰਗ ਵਾਲਾ ਕੰਮ, ਚਿੱਠੀਆਂ ਵਾਲਾ ਕੰਮ ਉਸੇ ਤਰ੍ਹਾਂ ਚੱਲੀ ਜਾਂਦਾ। ਮਾਈਨਿੰਗ ਦੀ ਤੁਸੀਂ ਗੱਲ ਕੀਤੀ, ਕਹਿੰਦੇ ਆ ਵੀ ਹੁਣ ਮਾਈਨਿੰਗ ਵਾਲੇ ਅਧਿਕਾਰੀ ਵੀ ਉਹਨਾਂ ਨੇ ਬਿਠਾ ਲਏ। ਉਹ ਕਹਿੰਦੇ ਦੇਖੋ ਜੀ ਨੀਤੀ ਦੇ ਬਣ 'ਚ ਲੱਗਣਾ ਟਾਈਮ ਜੀ, ਪਰ ਨੀਤੀ ਬਣਨ 'ਚ ਜਿੰਨਾ ਚਿਰ ਟਾਈਮ ਲੱਗਣਾ, ਇਹ ਨਾ ਹੋਵੇ ਕਿਸੇ ਨਾ ਕਿਸੇ ਦੀ ਨੀਤ ਵਿੱਚ ਖਰਾਬ ਰਵੇ ਵੀ ਹਾਂ ਭਾਈ ਸਾਹਿਬ ਕੋਈ ਗੱਲ ਨਹੀਂ ਚੱਲਣ ਦਿਓ, ਜਦੋਂ ਨੀਤੀ ਨਵੀਂ ਬਣੂ ਫਿਰ ਦੇਖ ਲਾਂਗੇ। ਇਸ ਕਰਕੇ ਜਿਹੜੀ ਚੀਜ਼ ਜਿੱਦਾਂ ਜਿਵੇਂ ਮਿਥੀ ਗਈ ਕਾਨੂੰਨੀ ਤੌਰ ਤੇ, ਉਹ ਸਾਰਾ ਕੁਝ ਉੱਦਾਂ ਚੱਲਣਾ ਚਾਹੀਦਾ ਤੇ ਜ਼ਿੰਮੇਵਾਰੀ ਤੁਹਾਡੀ ਆ। ਨਹੀਂ ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਮੰਨਣੀ ਪਊਗੀ, ਜਿੱਦਾਂ ਐਕਸਾਈਜ਼ ਪਾਲਿਸੀ ਹੈ, ਮਾਈਨਿੰਗ ਪਾਲਿਸੀ ਹੈ, ਰਾਤੋਂ ਰਾਤ ਨਹੀਂ ਬਣਨੀਆਂ। ਜੇ ਬਣੀਆਂ ਅਦਾਲਤ 'ਚ ਨਾਲ ਹੀ ਚੈਲੰਜ ਹੋ ਜਾਣਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਲ ਲਈ, 2-2 ਸਾਲ ਲਈ ਪਹਿਲਾਂ ਤੋਂ ਨਿਰਧਾਰਿਤ ਹੁੰਦੀਆਂ। ਤੁਸੀਂ ਅੱਧ 'ਚੋਂ ਤੋੜੋਗੇ ਤਾਂ ਕਈ ਤਰ੍ਹਾਂ ਦੇ ਨਜ਼ਰਾਨੇ ਹਰਜਾਨੇ ਜਿਹੜੇ ਉਹ ਹੁੰਦੇ ਆ, ਤਾਂ ਫਿਰ ਔਖਾ ਹੋ ਜਾਂਦਾ ਕੰਮ। ਪਹਿਲਾਂ ਹੀ ਬੜੇ ਕੇਸ ਅਦਾਲਤ ਦੇ ਵਿੱਚ ਪੈਂਡਿੰਗ ਹੈ। ਹੁਣ ਤਾਂ ਮੈਨੂੰ ਕਦੇ ਅਫਸਰਸ਼ਾਹੀ ਦੇ ਹਾਲਾਤ ਇਹ ਲੱਗਦੇ ਹੁੰਦੇ। ਪਹਿਲਾਂ ਹੁੰਦਾ ਸੀ ਕਿ ਸਰਕਾਰ ਬਣੀ ਆ ਵੀ ਬਦਲੀ ਹੋ ਗਈ, ਬਦਲੀਆਂ ਦੀ ਲਿਸਟ ਜਾਰੀ ਹੋ ਗਈ। ਹੁਣ ਤਾਂ ਹੋ ਸਕਦਾ ਕਿ ਇੱਕ ਡਿਪਾਰਟਮੈਂਟ ਵਾਲੇ ਅਫਸਰ ਅੱਜ ਚੰਡੀਗੜ੍ਹੋਂ ਮੁੜਦੇ ਹੁਣ, ਯਾਰ ਉੱਥੇ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਸੀ, ਦੂਜੇ ਦਿਨ ਕੀ ਹੋਇਆ, ਕਹਿੰਦੇ ਕੋਈ ਗੱਲ ਨਹੀਂ ਸਵੇਰੇ ਤੁਹਾਡੀ ਵਾਰੀ ਲੱਗ ਜਾਣਾ ਪਤਾ। ਹੁਣ ਭਗਵੰਤ ਮਾਨ ਸਾਹਿਬ ਨੇ ਮੀਟਿੰਗ ਸੱਦ ਲਈ, ਕਿਉਂਕਿ ਮਸਲਾ ਬਹੁਤ ਵੱਡਾ, ਛੋਟਾ ਨਹੀਂ। ਮੈਨੂੰ ਲੱਗਦਾ ਕਿ 3 ਵਿਧਾਨ ਸਭਾ ਦੀਆਂ ਚੋਣਾਂ ਲੜ ਹੁੰਦੀਆਂ, ਆਪਾਂ ਇਸ ਮਸਲੇ ਤੇ ਦੇਖ ਚੁੱਕੇ ਹਾਂ ਕਿ ਰੇਤਾ ਮਹਿੰਗੀ ਜੀ, ਰੇਤਾ ਨਹੀਂ ਮਿਲਦੀ ਜੀ, ਰੇਤਾ 'ਚੋਂ ਪੈਸੇ ਰੋਲ ਕੇ ਖਾ ਗਏ ਨਿੱਜੀ ਬੰਦੇ, ਸਿਆਸੀ ਬੰਦੇ। ਆਪਾਂ ਇਹ ਵੀ ਸੁਣਦੇ ਰਹੇ ਜੀ, ਰੇਤਾ ਜਿਹੜੀ ਹੈ ਉਹਦੇ ਨਾਲ ਸਰਕਾਰੀ ਖਜ਼ਾਨਾ ਭਰ ਸਕਦਾ, ਪਰ ਪੈਸੇ ਨਿੱਜੀ ਜੇਬਾਂ 'ਚ ਜਾਂਦੇ ਆ। 20,000 ਕਰੋੜ ਰੁਪਈਏ ਦਾ ਅੰਕੜਾ, ਇੱਕ ਵਾਰ ਨਹੀਂ, 2 ਵਾਰ ਨਹੀਂ, 2 ਤੋਂ ਵੱਧ ਵਾਰ ਅਰਵਿੰਦ ਕੇਜਰੀਵਾਲ ਪੰਜਾਬ 'ਚ ਆ ਕੇ ਗਿਣਾ ਚੁੱਕਿਆ ਕਿ ਇੰਨੇ ਦਾ ਕਾਰੋਬਾਰ ਹੈ 20,000 ਕਰੋੜ ਦਾ। ਗੱਲ ਕਿਹੜੀ ਹੈ? ਤੁਸੀਂ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਾਓ, 20,000 ਕਰੋੜ ਰੁਪਏ ਤਾਂ ਅਸੀਂ ਰੇਤੇ ਦਾ ਕੰਮ ਦਰੁਸਤ ਕਰਕੇ ਉਹ 'ਚੋਂ ਕਮਾ ਲਿਆ ਕਰਨਾ, ਤੁਹਾਡੇ ਤੇ ਖਰਚਣਾ। ਹੁਣ ਲੋਕਾਂ ਦੀਆਂ ਆਸਾਂ ਨੇ। ਚਲੋ ਭਗਵੰਤ ਮਾਨ ਸਾਹਿਬ ਨੇ ਹਰਜੋਤ ਸਿੰਘ ਬੈਂਸ ਮਿਨਿਸਟਰ ਨੇ ਨਾਲ ਬਿਠਾਏ, ਮਾਈਨਿੰਗ ਵਿਭਾਗ ਦੇ ਅਧਿਕਾਰੀ ਦਾ ਰਾਊਂਡ ਟੇਬਲ, ਉੱਥੇ ਫੈਸਲੇ ਕੀਤੇ। ਕਹਿੰਦੇ ਜੀ ਇੱਕ ਤਾਂ ਜਿੱਥੋਂ ਮਾਈਨਿੰਗ ਹੁੰਦੀ ਹੈ ਸਰਕਾਰੀ ਕਾਨੂੰਨੀ, ਉੱਥੇ CCTV ਕੈਮਰੇ ਲੱਗਣੇ ਆ। ਇੱਕ 24 ਘੰਟੇ ਦਾ ਕੰਟਰੋਲ ਰੂਮ ਪੰਜਾਬ ਦਾ ਹੋਣਾ, ਸਾਰੇ CCTV ਕੈਮਰਿਆਂ ਦੀ ਲਾਈਵ ਫੁਟੇਜ ਉੱਥੇ ਜਾਣੀ ਹੈ। ਬੰਦੇ ਅਸੀਂ ਰੱਖਣੇ ਆ 24 ਘੰਟੇ, 8-8 ਘੰਟੇ ਦੀ ਡਿਊਟੀ, 3 ਸ਼ਿਫਟਾਂ। ਉਹ ਦੇਖਣਗੇ, ਹਿਸਾਬ ਰੱਖਣਗੇ ਕਿ ਕਿਹੜੀ ਖੱਡ ਦੇ ਵਿੱਚੋਂ ਰੋਜ਼ ਕਿੰਨੇ ਟਿੱਪਰ, ਕਿੰਨੇ ਟਰਾਲੀਆਂ, ਕਿੰਨੇ ਟਰੱਕ ਭਰ ਕੇ ਨਿਕਲੇ ਆ, ਕਿੰਨੀਆਂ ਪੋਕਲੇਨ ਮਸ਼ੀਨਾਂ ਚੱਲਦੀਆਂ, ਕਿੰਨੀਆਂ ਬਾਕੀ ਮਸ਼ੀਨਾਂ ਚੱਲਦੀਆਂ। ਸਾਡੇ ਕੋਲ ਸਾਰਾ ਹਿਸਾਬ ਰਹੂਗਾ। ਅਸੀਂ ਫਾਲਤੂ ਟਰਾਲੀ ਉਹ ਕੰਮ ਨਹੀਂ ਕਹਿੰਦੇ ਹੋਣ ਦੇਣਾ ਕਿ ਪਰਚੀ ਕੱਟੀ ਜਾਣੀ ਤੇ ਟਰਾਲੀਆਂ ਜਾਈ ਜਾਣੀਆਂ। ਦੂਸਰਾ ਉਹ ਕਹਿੰਦੇ ਡਰੋਨ ਚੱਲੂਗਾ, ਡਰੋਨ ਦੇ ਨਾਲ ਦੇਖਾਂਗੇ ਕਿ ਕਿਤੇ ਉਹ ਨਜਾਇਜ਼ ਢੰਗ ਦੇ ਨਾਲ ਮਾਈਨਿੰਗ ਤਾਂ ਨਹੀਂ ਕੀਤੀ ਜਾ ਰਹੀ। ਸਾਲ 'ਚ 4 ਵਾਰੀ ਡਰੋਨ ਦੇ ਨਾਲ ਮਾਪਾਂਗੇ, ਕਿਉਂਕਿ ਆਮ ਤੌਰ ਤੇ ਖੱਡ ਕੀ ਇਹ ਥੋੜ੍ਹਾ ਖੱਡ ਆ ਕੱਢ ਲਓ। ਉਹ ਖੱਡ ਦਾ ਏਰੀਆ ਹੁੰਦਾ ਕਿ ਭਾਈ 100 ਫੁੱਟ ਐ ਨੂੰ, 200 ਫੁੱਟ ਐ ਨੂੰ ਤੇ 5 ਫੁੱਟ ਥੱਲੇ ਨੂੰ, ਕਿ ਤੁਸੀਂ 100 ਫੁੱਟ ਐ ਨੂੰ ਰੇਤਾ ਕੱਢ ਸਕਦੇ ਹੋ, 200 ਫੁੱਟ ਐ ਨੂੰ ਕੱਢ ਸਕਦੇ ਹੋ, ਤਾਂ 3, 5, 8 ਜਿੰਨੀ ਵੀ ਨਿਰਧਾਰਤ ਹੋਵੇ ਉਨੀ ਥੱਲੇ ਨੂੰ। ਅਗਲੇ 100 ਦੀ ਜਗ੍ਹਾ 800 ਲੈਂਦੇ ਹੁੰਦੇ ਆ, 200 ਦੀ ਜਗ੍ਹਾ 600 ਲੈਂਦੇ ਹੁੰਦੇ, ਥੱਲੇ ਨੂੰ ਪਤਾ ਹੀ ਕੁਛ ਨਹੀਂ ਹੁੰਦਾ ਕਿੰਨਾ ਲੈ ਜਾਂਦੇ ਆ। ਉਹ ਕਹਿੰਦੇ ਅਸੀਂ ਡਰੋਨ ਦੇ ਨਾਲ ਸਾਰੀ ਮੈਪਿੰਗ ਕਰਿਆ ਕਰਨੀ ਆ ਹਰ 3 ਮਹੀਨੇ ਬਾਅਦ, ਤਾਂ ਜੋ ਪਤਾ ਲੱਗੇ ਕਿ ਕਿਤੇ ਸਰਕਾਰੀ ਨਿਯਮਾਂ ਤੋਂ ਵੱਧ ਘੱਟ ਤਾਂ ਨਹੀਂ ਕੱਢੀ ਜਾ ਰਹੀ। ਫਿਰ ਕਹਿੰਦੇ ਜੀ ਠੇਕੇਦਾਰਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਸਪਲਾਈ ਜਾਰੀ ਰੱਖੋ, ਕਿਉਂਕਿ ਸਪਲਾਈ ਘਟਦੀ, ਜਦੋਂ ਵੀ ਕਦੇ ਸਖਤੀ ਹੁੰਦੀ ਅਗਲੇ ਰੇਤਾ ਦੀ ਸਪਲਾਈ ਘਟਾਉਂਦੇ ਆ। 7,000 ਟਰਾਲੀ 9,000 ਦੀ ਹੋ ਜਾਂਦੀ ਹੈ, ਲੋਕ ਚੀਕਾਂ ਮਾਰਦੇ ਆ, ਸਰਕਾਰ ਦੇ ਉੱਤੇ ਦਬਾਅ ਪੈ ਜਾਂਦਾ। ਸੋ ਕੁੱਲ ਮਿਲਾ ਕੇ ਸੰਧਾਲੀਆ ਸਾਹਿਬ ਐਲਾਨ ਤਾਂ ਠੀਕ ਕੀਤੇ ਆ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿੱਥੋਂ ਤਾਂ ਸਰਕਾਰੀ ਰੇਤਾ ਕੱਢ ਹੁੰਦੀ ਹੈ
ਉਹਦਾ ਸਰਕਾਰ ਨੂੰ ਪਤਾ ਕਿ ਇਸ ਪਿੰਡ ਦੇ ਖੱਬੇ ਪਾਸੇ ਸੱਜੇ ਪਾਸੇ ਇੱਥੇ ਹੈ, ਪਰ ਬਹੁਤ ਸਾਰੀ ਜਗ੍ਹਾ ਤੋਂ ਜਿੱਥੋਂ ਨਜਾਇਜ਼ ਮਾਈਨਿੰਗ ਹੁੰਦੀ ਹੈ ਉਹਨੂੰ ਕਿੱਦਾਂ ਰੋਕਣਾ ਹੈ, ਜਾਂ ਤਾਂ ਇੱਕ ਹੈਲਪਲਾਈਨ ਨੰਬਰ ਉਹ ਵੀ ਜਾਰੀ ਕਰ ਦਿਓ ਕਿ ਭਾਈ ਜੇ ਕਿਤੇ ਉਹ ਨਜਾਇਜ਼ ਰੇਤਾ ਕੱਢੀ ਜਾਂਦੀ ਹੈ ਤਾਂ ਸਾਨੂੰ ਸ਼ਿਕਾਇਤ ਕਰ ਦਿਓ, ਅਸੀਂ ਉੱਥੇ ਆ ਕੇ ਛਾਪਾ ਮਾਰ ਲਈਏ। ਕਿਉਂਕਿ ਜਿੱਥੋਂ ਰੇਤਾ ਕੱਢੀ ਟੋਆ ਤਾਂ ਪੈ ਹੀ ਜਾਣਾ। ਰੇਤਾ ਵਾਲੀ ਟਰਾਲੀ ਟਿੱਪਰ ਟਰੱਕ ਜੇ ਹੁਣ ਕਿਸੇ ਨੇ ਸ਼ਿਕਾਇਤ ਕੀਤੀ 2-3 ਘੰਟੇ ਸੜਕ ਦੇ ਉੱਤੇ ਤੁਰੂ ਫਿਰੂਗਾ, ਫੜਨਾ ਸੌਖਾ, ਪੈਸੇ 4 ਕਮਾਏ ਜਾ ਸਕਦੇ ਆ। ਵਿਰੋਧੀ 20,000 ਦਾ ਅੰਕੜਾ ਗਣਾਉਂਦੇ ਆ, ਮੀਟਿੰਗ ਕੀਤੀ ਚੰਗੀ ਗੱਲ ਹੈ, ਸਾਰੀਆਂ ਚੀਜ਼ਾਂ ਲਾਗੂ ਹੋਣ ਉਮੀਦ ਕਰਦੇ ਆ। ਨਹੀਂ, ਉਮੀਦ ਤੁਸੀਂ ਚੰਗੀ ਕਰਦੇ ਆ, ਪਰ ਜਦੋਂ ਆਪਾਂ ਪਿਛਲੇ ਸਮੇਂ 'ਚ ਇਹ ਸੁਣਦੇ ਦੇਖਦੇ ਆਉਂਦੇ ਸੀ ਵੀ ਫਲਾਨੀ ਥਾਂ ਤੇ ਕਿੰਨੀ ਜਗ੍ਹਾ ਜੀ, ਕਦੀ 6 ਕਿੱਲੇ ਜੀ, ਇੱਥੇ ਕਿੰਨੀ, ਇੱਥੇ 11 ਏਕੜ ਜੀ, ਇੱਥੇ ਕਿੰਨੇ ਜੀ, ਇੱਥੇ ਮਹਾਰਾਜ 25 ਏਕੜ ਦਾ ਟੱਕ ਹੈ ਜੀ, ਇਹ ਤੋਂ ਵੱਧ ਨਹੀਂ ਹੋ ਸਕਦਾ। ਹੁਣ ਸਵਾਲ ਇਹ ਵੀ ਜਦੋਂ ਪਿਛਲੇ ਸਮੇਂ 'ਚ ਕੰਮ ਇਹ ਚੱਲਦਾ, ਤੁਸੀਂ ਆਪੇ ਹੁਣੇ ਕਿਹਾ ਵੀ ਯਾਰ ਅਗਲਾ 200 ਦੀ ਬਜਾਏ 600, ਉਧਰਲੇ ਪਾਸੇ 100 ਦੀ ਜਗ੍ਹਾ 800 ਹੈ ਨਾ, 5 ਦੀ ਜਗ੍ਹਾ ਕਿੰਨਾ। ਹੁਣ ਜੇ ਅਗਲਿਆਂ ਬੰਦਿਆਂ ਨੂੰ ਪਤਾ ਵੀ ਹਾਂ ਵੀ 4 ਏਕੜ ਸੀ ਤੇ 16 ਪਹਿਲਾਂ ਹੀ ਪਟਿਆ, ਤੇ ਕੈਮਰਾ ਕਿਹੜੀ ਟਾਲੀ ਤੇ ਲਾਉਣਾ ਫਿਰ ਬਾਅਦ ਦੇ ਵਿੱਚ, ਸੋਚਣ ਵਾਲੀ ਗੱਲ ਆ ਨਾ। ਮਤਲਬ ਇਹ ਵੀ ਅਗਲਾ ਆਖਣ ਵੀ ਮਹਾਰਾਜ ਉਹ ਜਨਾਬ ਨੇ ਹੁਣ ਕਿਹਾ ਯਾਰ, ਪਿੱਛੋਂ ਹੁਣ ਮਾਲਕਾਂ ਕਹਿਦਾ ਵੀ ਇੱਥੇ ਹੁਣ ਕੈਮਰਾ ਲਾਓ, ਉਹ ਕਹਿੰਦੇ ਲਾ ਲਓ ਕੈਮਰਾ, ਲਾਉਣਾ ਕਿਹੜੇ ਪਾਸੇ। ਹੁਣ ਕਾਰਨ ਹੈ ਵੀ ਜਦੋਂ ਉਸ ਕੈਮਰੇ ਨੇ ਜਿਹੜਾ ਵੀ ਕੈਮਰਾ ਜਿੱਥੇ ਜਿੱਥੇ ਵੀ ਮਤਲਬ ਚੰਗੀ ਥਾਂ ਦੇ ਉੱਪਰ ਜਿਹੜੀ ਆਪਾਂ ਨਾਲ ਵੀ ਜਾਇਜ਼ ਜਗ੍ਹਾ ਉੱਥੇ ਲਾਇਆ ਗਿਆ, ਤੇ ਉੱਥੇ ਉਹ ਜਗ੍ਹਾ ਪਛਾਣਦੇ ਨੇ ਯਾਰ ਇਹ ਉਹ ਠੀਕ ਆ, ਨਕਸ਼ੇ ਦੇ ਹਿਸਾਬ ਨਾਲ ਆਹ ਚੀਜ਼ ਇੱਧਰ ਨੂੰ ਜਾਂਦੀ, ਕੈਮਰਾ ਕਿੱਧਰ ਨੂੰ ਲਾ ਕੇ ਬੈਠੀ ਹੁੰਦੀ ਕੈਮਰਾ ਦੂਜੇ ਪਾਸੇ ਲਾ ਦੇ, ਹੈ ਨਾ। ਵੀ ਇਹ ਜਿਹੜੀ ਜਗ੍ਹਾ ਹੈ, ਕਿਉਂਕਿ ਹੋ ਸਕਦਾ ਵੀ ਇਹ ਜਿਹੜੀ ਚੀਜ਼ ਮੀਟਿੰਗ ਕੀਤੀ ਗਈ ਆ ਇਹਦੇ ਵਿੱਚ ਸਾਰਾ ਕੁਝ ਉਸ ਹਿਸਾਬ ਨਾਲ ਦਰੁਸਤ ਹੋ ਜਾਵੇ। ਆਪਾਂ ਨਹੀਂ ਕਹਿੰਦੇ ਵੀ ਨਹੀਂ ਹੋਊਗਾ, ਹੋ ਜਾਵੇ, ਆਪਾਂ ਤੇ ਆਸ ਕਰਦੇ ਹਾਂ। ਪਰ ਜਿਹੜੀ ਚੀਜ਼ ਆਲਰੇਡੀ ਵਿਗੜੀ ਇਹ ਤੇ ਹੈ ਨਹੀਂਗਾ ਵੀ ਉਹ ਜਿੱਦਾਂ ਦੇ ਵੀ ਉਹ ਯਾਰ ਇੱਥੇ ਕੀ ਹੋਇਆ, ਇੱਥੇ ਥੋੜਾ ਕੁ ਜਾਂ ਕੋਈ ਨਹੀਂ ਮਾੜਾ ਜਿਹਾ ਰੇਤ ਰੂਤ ਜੀ ਪਾ ਕੇ ਸਾਫ਼ ਕਰ ਦੇ, ਸੈੱਟ ਕਰ ਦਿਓ, ਸੈੱਟ ਕਰ ਦਿਓ। ਹੁਣ ਜੇ ਉਹ ਖੱਡਾਂ ਬਣੀਆਂ ਨੇ ਤੇ ਉਹ ਹੁਣ ਸੈੱਟ ਤੇ ਹੁਣ ਹੋ ਰਹੀਆਂ। ਸੰਧਾਲੀਆ ਸਾਹਿਬ ਦੇਖੋ, ਇਹਦੇ ਵਿੱਚ ਨਾ 2 ਚੀਜ਼ਾਂ ਤਾਂ ਹੈਗੀਆਂ। ਪਿਛਲੇ ਸਮੇਂ ਦੀਆਂ 2 ਘਟਨਾਵਾਂ ਆਪਾਂ ਚੇਤਾ ਕਰੀਏ। ਇੱਕ ਵਾਰੀ ਇੱਕ ਅਫਸਰ ਸਾਹਿਬ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਭਾਈ ਉੱਥੋਂ 2 ਨੰਬਰ ਦੇ ਵਿੱਚ ਰੇਤਾ ਪੱਟਦੇ ਆ, ਜਾਓ। ਅਫਸਰ ਸਾਹਿਬ ਗਏ, ਅਫਸਰ ਸਾਹਿਬ ਨੇ ਜਾ ਕੇ ਦਬਕਾ ਮਾਰਿਆ, ਉਹ ਹਾਂ ਕਰਦੇ, ਇੱਥੋਂ ਤਾਂ ਪੱਟ ਨਹੀਂ ਸਕਦੇ। ਫਿਰ ਕੁਝ ਵੀ ਨਹੀਂ ਸੀ ਹੋਇਆ। ਅਫਸਰ ਸਾਹਿਬ ਅਗਲੇ ਨੇ ਮੂਹਰੇ ਦੜਾਏ ਸੀ, ਗੋਲੀਆਂ ਵੀ ਚਲਾਈਆਂ ਸੀ। ਉਹ ਫਿਰ ਟਰਾਲੀ ਦੇ ਟਾਇਰ ਦੇ ਉੱਲੇ ਬੈਠ ਕੇ ਹਨੇਰਾ ਨੂਰਾ ਸੀ, ਇੱਧਰ ਉੱਧਰ ਹੋ ਕੇ ਬਚੇ ਸੀ। ਉੱਥੋਂ ਟੈਲੀਫੋਨ ਕਰਦੇ ਸੀ ਕਿ ਮੈਨੂੰ ਬਚਾ ਲਓ ਭਾਈ। ਉਹ ਕਹਿੰਦੇ ਗਏ ਕੀ ਕਰਨਾ ਭਾਈ ਇੱਥੇ, ਯਾਨੀ ਇੰਨੀ ਦਹਿਸ਼ਤ, ਉਹ ਦਹਿਸ਼ਤ ਬਿਨਾਂ ਸਿਰ ਦੇ ਉੱਤੇ ਭਾਰਾ ਹੱਥ ਹੋਣ ਤੋਂ ਕਦੇ ਨਹੀਂ ਹੁੰਦੀ। ਦੂਸਰਾ, ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਇੱਦਾਂ ਹੀ ਪਿੰਡ ਦੇ ਲੋਕਾਂ ਨੇ ਸ਼ਿਕਾਇਤ ਕਰਤੀ ਸੀ ਕਿ ਭਾਈ ਆ ਦੇਖੋ ਇੱਥੋਂ ਰੇਤਾ ਪੱਟਦੇ ਆ, ਦਿਨ ਰਾਤ ਟਰਾਲੀਆਂ ਚੱਲਦੀਆਂ, ਇੱਥੇ ਕੰਮ ਖਰਾਬ ਹੋਈ ਜਾਂਦਾ, ਸਾਡੀ ਸੜਕ ਕੋਈ ਛੱਡੀ ਨਹੀਂ, ਜਖਣਾ ਪੱਟ ਦਿੱਤੀ ਹੈ। ਮੁੜ ਕੇ ਉਧਰੋਂ ਕਾਰਵਾਈ ਤਾਂ ਨਹੀਂ ਸੀ ਹੋਈ, ਪਿੰਡ ਵਾਲੇ 2-3 ਬੰਦਿਆਂ ਲੱਤਾਂ ਹੀ ਤੋੜਦੀਆਂ ਸੀ ਕਿ ਭਾਈ ਕਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਆ, ਮਾੜੀ ਜਿਹਾ ਪਤਾ ਤਾਂ ਲੱਗੇ। ਹੁਣ ਹੌਸਲੇ ਨਾ ਵਧਣ, ਅਧਿਕਾਰੀ ਨਾ ਨਾਲ ਰਲਿਓ ਹੋਣ, ਬਾਕੀ ਕੋਈ ਗੱਲ ਨਹੀਂ। ਹਾਂ ਨਹੀਂ, ਚਲੋ ਆਸ ਕਰਦੇ ਆਪਾਂ। ਦੇਖੋ ਆਸ ਦੇ ਉੱਪਰ ਹੀ ਦੁਨੀਆ ਕਾਇਮ ਹੈ ਤੇ ਆਸ ਕਰਨੀ ਵੀ ਚਾਹੀਦੀ ਹੈ। ਹੁਣ ਇਹ ਸਾਰੀ ਆਸ ਦੇ ਵਿੱਚ ਇੱਕ ਆਸ ਜਿਹੜੀ ਆ ਉਹ ਇਹ ਵੀ ਕੀਤੀ ਆ ਉਹ ਕਿ ਵੀ ਸੜਕਾਂ ਜਿਹੜੀਆਂ ਨੇ ਹੁਣ ਪੰਜਾਬ ਨੂੰ ਮਿਲਣੀਆਂ ਚਾਹੀਦੀਆਂ। ਹੁਣ ਮੈਂ ਤਾਂ ਇਹਦੋਂ ਕੋਲੋਂ ਹੈਰਾਨ ਸੀ ਵੀ ਹੁਣ ਤੱਕ ਤੇ ਆਪਾਂ ਬਿਜਲੀ ਮੰਤਰੀ ਦੇ ਤੌਰ ਤੇ ਜਾਣਦੇ ਈਟੀਓ ਸਾਹਿਬ ਨੂੰ, ਉਹ ਹੁਣ ਆਵਾਜਾਈ ਮੰਤਰੀ ਗਡਕਰੀ ਸਾਹਿਬ ਦੇ ਨਾਲ ਬੈਠੇ, ਉਹ ਕਹਿੰਦੇ ਮਹਾਰਾਜ PWD ਮਹਿਕਮਾ ਵੀ ਹੈਗਾ ਸਾਡੇ ਕੋਲ ਜੀ, ਤੇ ਆਪਾਂ ਹੁਣ ਸੜਕਾਂ ਦੀ ਗੱਲ ਵੀ ਕਰਨੀ ਹੈ। ਹੁਣ ਉਹਨਾਂ ਨੇ ਉਸ ਹਿਸਾਬ ਨਾਲ ਜਿਹੜੀ ਗੱਲ ਗਣਾਈ ਉੱਥੇ ਜਾ ਕੇ, ਕਹਿੰਦੇ ਮਹਾਰਾਜ ਨੰਬਰ 1 ਬਣਾਉਣਾ ਸਟੇਟ ਨੂੰ ਸੜਕਾਂ 'ਚ, ਤੇ ਗਡਕਰੀ ਸਾਹਿਬ ਆਹ ਚੀਜ਼ਾਂ ਨੇ ਤੇ ਇਹਨਾਂ ਦੇ ਸਾਨੂੰ ਬਜਟ ਚਾਹੀਦਾ ਚੋਖਾ। ਹੁਣ ਗਡਕਰੀ ਸਾਹਿਬ ਵੀ ਸੋਚੀ ਪਏ ਨੇ, ਕਹਿੰਦੇ ਯਾਰ ਆਹ ਕੋਈ ਬੰਦੇ ਨਵੇਂ ਬਣ ਗਏ, ਰੋਜ਼ ਆ ਜਾਂਦੇ ਕੁਛ ਨਾ ਕੁਛ ਮੰਗਣ, ਕਮਾਲ, ਕਦੀ ਫਾਈਲ ਕੱਚ ਜੀ ਰੱਖਦੇ, ਕਦੀ ਕੋਲਾ ਦੇ ਦਿਓ, ਕਦੀ ਬੱਤੀ ਦੇ ਦਿਓ ਜੀ, ਹੁਣ ਕਹਿੰਦੇ ਸੜਕਾਂ ਵੀ ਦੇ ਦਿਓ, ਕਰੀਏ ਕੀ। ਪਰ ਜੇ ਮੈਨੂੰ ਲੱਗਦਾ ਵੀ ਜੇ ਗਡਕਰੀ ਸਾਹਿਬ ਨੇ ਅੱਗੇ ਔਜਲਾ ਸਾਹਿਬ ਦੀ ਮੰਨ ਲਈ ਵੀ ਉਹ ਜਿਹੜੀ ਪੁਲ ਤੁਸੀਂ ਕਿਹੜੇ ਚਾਹੁੰਦੇ ਜੋ ਕਹਿੰਦੇ ਜੀ ਮਿੱਟੀ ਵਾਲੇ ਨੇ ਦੂਜੇ ਚਾਹੀਦੇ ਆ, ਹੋ ਸਕਦਾ ਈਟੀਓ ਸਾਹਿਬ ਨੂੰ ਕੁਝ ਮਿਲ ਗਿਆ ਹੋਵੇ। ਨਹੀਂ, ਚੰਗੀ ਗੱਲ ਆ। ਅੱਗੇ ਤਾਂ ਵਿਰੋਧੀਆਂ ਖਬਰਾਂ ਆਉਂਦੀਆਂ ਸੀ ਕਿ ਹੁਣ ਕੋਈ ਬੰਦਾ ਉੱਥੇ ਫਾਈਲ ਲੈ ਕੇ ਜਾਂਦਾ ਹੈ। ਵੈਸੇ ਇਦਾਂ ਹੈਗਾ, ਕੇਂਦਰ ਸਰਕਾਰ ਦੇ ਬਹੁਤ ਸਾਰੇ ਮੰਤਰੀਆਂ ਨੂੰ ਜਦੋਂ ਸੁਨੇਹਾ ਮਿਲਦਾ ਹੋਣਾ ਜੀ ਪੰਜਾਬ ਤੋਂ ਮੰਤਰੀ ਸਾਹਿਬ ਆਏ, ਉਹਨਾਂ ਨੇ ਸਮਾਂ ਲਿਆ, ਤੇ ਉਹ ਦੇਖਦੇ ਹੋਣੇ 90% ਬੰਦੇ ਪਛਾਣ 'ਚ ਹੀ ਨਹੀਂ ਆਉਂਦੇ, ਕਿਉਂਕਿ ਨਵੇਂ ਆ ਨਾ। ਪੁਰਾਣੇ ਬੰਦੇ ਤਾਂ ਪਤਾ ਹੀ ਹੁੰਦਾ ਸੀ ਕਿ ਉਹ 20 ਸਾਲ ਹੋ ਗਏ ਉਹਨਾਂ ਨੂੰ ਦੇਖਦੇ ਆ, ਤੇ ਐਤਕੀ ਉਹ ਕਹਿੰਦੇ ਵੀ ਹੋਣੇ ਆ ਦੇਖੋ ਜੀ ਅਸੀਂ ਕੰਮ ਕਰਕੇ ਲੈ ਆਏ ਆ, ਆ ਚੇਅਰਮੈਨ ਸਾਹਿਬ ਵੀ ਨਾਲ ਆਏ ਨੇ, ਇਹਨਾਂ ਨੇ ਇੰਨੇ ਚਿਰ ਕੰਮ ਕੀਤਾ ਇਸ ਡਿਪਾਰਟਮੈਂਟ ਦੇ ਵਿੱਚ, ਚੇਅਰਮੈਨ ਸਾਹਿਬ ਮਾੜਾ ਜਿਹਾ ਫਾਈਲ ਦੇ ਆਓ ਜਰਾ ਕਰੀਏ। ਹੋ ਸਕਦਾ ਕਿ ਗਡਕਰੀ ਸਾਹਿਬ ਦੇ ਬਾਰੇ ਮੰਨਿਆ ਜਾਂਦਾ ਕਿ ਉਹ ਕੰਮ ਕਰਾਉਣਾ ਚਾਹੁੰਦੇ ਆ, ਸਾਰੇ ਦੇਸ਼ ਦੇ ਕੈਬਨਿਟ ਮੰਤਰੀ ਆ, ਕਿਸੇ ਪਾਰਟੀ ਦੇ ਤਾਂ ਹੈ ਨਹੀਂ। ਤੁਸੀਂ ਕਿਹਾ ਸੀ ਕਿ ਔਜਲਾ ਸਾਹਿਬ ਉਹਨਾਂ ਦੇ ਕੋਲੇ ਗਏ, ਹੁਣ ਈਟੀਓ ਹਰਭਜਨ ਸਿੰਘ ਕੈਬਨਿਟ ਮੰਤਰੀ ਪੰਜਾਬ ਚਲੇ ਗਿਆ ਸੀ। ਇੱਦਾਂ ਹੀ ਸਨੀ ਦਿਓਲ ਮੈਂਬਰ ਪਾਰਲੀਮੈਂਟ ਸਾਹਿਬ ਵੀ ਗਡਕਰੀ ਸਾਹਿਬ ਕੋਲ ਹੀ ਗਏ ਸੀ, ਗੁਰਦਾਸਪੁਰ ਤੋਂ ਨੇ ਉਹ। ਗੁਰਦਾਸਪੁਰ, ਜਿਸ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਅਧੀਨ ਆਉਂਦੀ ਪਠਾਨਕੋਟ ਦੀ ਵਿਧਾਨ ਸਭਾ ਸੀਟ ਭਾਰਤੀ ਜਨਤਾ ਪਾਰਟੀ ਨੇ ਜਿੱਤੀ ਹੈ, ਭਾਵੇਂ ਸਨੀ ਦਿਓਲ ਸਾਹਿਬ ਪ੍ਰਚਾਰ ਕਰ ਨਹੀਂ ਸੀ ਆਏ। ਸਨੀ ਦਿਓਲ ਸਾਹਿਬ ਉੱਥੇ ਗਏ ਸੀ ਤਾਂ ਕਹਿੰਦੇ ਜੀ ਇੱਕ ਕੀੜੀ ਪੱਤਣ, ਇੱਕ ਮਕੌੜਾ ਪੱਤਣ ਵਾਲੇ 2 ਪੁਲ, ਇੱਕ ਤੇ 100 ਕਰੋੜ ਲੱਗਣਾ, ਇੱਕ ਤੇ 90 ਕਰੋੜ ਲੱਗਣਾ। ਗਡਕਰੀ ਸਾਹਿਬ ਨੇ ਪੈਸੇ ਪ੍ਰਵਾਨ ਕਰ ਦਿੱਤੇ, ਪੈਸੇ ਜਾਰੀ ਹੋ ਗਏ, ਪਰ ਪੰਜਾਬ ਸਰਕਾਰ ਆਪਣੇ ਵੱਲੋਂ ਫਾਰਮੈਲਿਟੀਜ਼ ਪੂਰੀਆਂ ਨਹੀਂ ਕਰਦੀਆਂ। ਇਸ ਕਰਕੇ ਮੇਰੇ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਤੰਗੀ ਬੜੀ ਹੈ। ਤੁਸੀਂ ਇਹ ਦੇਖੋ, ਔਜਲਾ ਸਾਹਿਬ ਗਏ, ਉਹਨਾਂ ਦੀ ਮੰਗ ਪ੍ਰਵਾਨ ਕਰ ਲਈ,
ਹੁਣ ਈਟੀਓ ਹਰਭਜਨ ਸਿੰਘ ਕੈਬਨਿਟ ਮੰਤਰੀ ਸਾਹਿਬ ਗਏ, ਉਹ ਕਹਿੰਦੇ ਜੀ ਆਸ ਹੀ ਬੜੀ ਆ, ਬੜਾ ਵਧੀਆ ਗੱਲਬਾਤ ਹੋਈ ਹੈ। ਸਨੀ ਦਿਓਲ ਸਾਹਿਬ ਕਹਿੰਦੇ ਮੈਨੂੰ ਪੈਸੇ ਦੇ ਦਿੱਤੇ ਆ। ਹੁਣ ਜੇ ਅਗਲਾ ਬੰਦਾ ਪੈਸੇ ਦੇਣ ਨੂੰ ਤਿਆਰ ਆ, ਮੈਂ ਕਹਿੰਦਾ ਕਿ ਪੰਜਾਬ ਸਰਕਾਰ ਸਨੀ ਦਿਓਲ ਸਾਹਿਬ ਦੀ ਸਟੇਟਮੈਂਟ ਦੇ ਉੱਤੇ ਪ੍ਰਤੀਕਿਰਿਆ ਜ਼ਰੂਰ ਦੇਵੇ, ਕਿਉਂਕਿ ਗਡਕਰੀ ਸਾਹਿਬ ਨੇ ਵੀ ਰਿਪੋਰਟ ਮੰਗੀ ਹੈ ਕਿ ਭਾਈ ਜੇ ਪੈਸੇ ਜਾਰੀ ਹੋ ਗਏ ਤੁਸੀਂ ਪੁਲ ਬਣਾਉਣ ਦੇ ਲਈ ਫਾਰਮੈਲਿਟੀ ਪੂਰੀ ਕਾਹਤੋਂ ਨਹੀਂ ਕਰਦੇ। ਮੈਂ ਕਹਿੰਦਾ ਕਿ ਉਹ ਜ਼ਰੂਰ ਪ੍ਰਤੀਕਿਰਿਆ ਦੇ ਦੇਣ ਕਿ ਭਾਈ ਇਹਨਾਂ ਨੇ ਕੋਈ ਤੰਗੀ ਕੀਤੀ ਹੈ ਕਿ ਅਗਲਿਆਂ ਪਿਛਲਿਆਂ ਨੇ ਤੰਗੀ ਕੀਤੀ, ਪਤਾ ਲੱਗ ਜੂਗਾ ਲੋਕਾਂ ਨੂੰ। ਅਵਲ ਜਿੰਨੇ ਵੀ ਕੀਤੀ ਇੱਕ ਗੱਲ ਤੇ ਇਹ ਕਲੀਅਰ ਹੋ ਜੇ। ਦੂਜੀ ਗੱਲ ਆਪਾਂ ਹੋਰ ਬੇਨਤੀ ਕਰਦੇ ਹਾਂ ਜੀ ਵੀ ਸਨੀ ਦਿਓਲ ਸਾਹਿਬ ਠੀਕ ਹੈ, ਪਿਛਲਾ ਸਮਾਂ ਉਹ ਗੁਰਦਾਸਪੁਰ ਕਿੰਨਾ ਹੈ ਕਿੰਨਾ ਨਹੀਂ ਹੈ ਆਪਾਂ ਉਹਦੇ 'ਚ ਨਹੀਂ ਪੈਂਦੇ। ਹੁਣ ਕਿਉਂਕਿ 24 'ਚ ਇਲੈਕਸ਼ਨ ਹੈ, ਇਸ ਕਰਕੇ ਉਹਨਾਂ ਨੂੰ ਲੱਗਦਾ ਉਹ ਵੀ ਨਹੀਂ ਯਾਰ ਆਪਾਂ ਹਲਕੇ ਦਾ ਪਤਾ ਕਰਨਾ। ਇਹ 100 ਕਰੋੜ ਤੇ 90 ਕਰੋੜ ਇਹ ਜਦੋਂ ਰਿਲੀਜ਼ ਉੱਥੋਂ ਜੇ ਉਹਨਾਂ ਕੋਲ ਹੋ ਗਿਆ ਅਗਾਂਹ ਕਿਸੇ ਨੂੰ ਆਪਾਂ ਟੈਂਡਰ ਕਰਨਾ, ਉਸ ਤੋਂ ਬਾਅਦ ਜਿੰਨੇ ਵੀ ਬਣਾਉਣਾ ਉੱਥੇ ਦਬਕਾ ਜ਼ਰੂਰ ਰੱਖਣ ਗੇੜੇ ਤੇ ਗੇੜਾ ਵੀ ਭਾਈ ਇਹ ਨਾ ਹੋਵੇ ਵੀ ਆਮ ਵੀ ਕਿੰਨੀਆਂ ਜੀ ਉਹ ਕਹਿੰਦੇ 3 ਏਕੜਾ ਲਾਉਣਾ, ਉਹ ਕਹਿੰਦੇ 3 ਏਕੜਾ ਲਾਉਣਾ ਕਮਲਾ ਗਿਆ ਤੂੰ ਹੈ ਨਾ। ਆਹ ਵੀ ਮਤਲਬ ਉਹ 3 ਏਕੜਾ ਲਾਉਣਾ ਤੇ 3 ਏਕੜਾ ਲਾਉਣਾ ਕਮਲਾ, ਉਹ ਕੰਮ ਨਾ ਹੋਵੇ। ਜੇ ਉਹਨੂੰ ਲੱਗੇ ਨਾ ਅਗਲਾ ਆਖੇ ਵੀ ਕੋਈ ਉਹਨਾਂ ਨੂੰ ਦੱਸ ਦੇਵੇ, ਕਿਉਂਕਿ ਇਨਫੋਰਮੇਸ਼ਨ ਤੇ ਹੁੰਦੀ ਹੈ ਵੀ ਮਹਾਰਾਜ MP ਸਾਹਿਬ ਦੇਖੋ ਗੱਲ ਹੈ ਜੀ ਵੀ ਆਹ ਜਿਹੜਾ ਮਾਪਦੰਡ ਹੈ ਉਹ ਸਹੀ ਨਹੀਂ ਹੈਗਾ, ਉੱਥੇ ਜਾ ਕੇ ਦਬਕਾ ਮਾਰਨ। ਕਿਉਂਕਿ ਕਾਰਨ ਹੈ ਨਾ ਵੀ ਇਹ ਪੁਲ ਕਿਤੇ ਰਾਤੋਂ ਰਾਤ ਤਾਂ ਬਣਨੇ ਨਹੀਂ, ਟਾਈਮ ਲੱਗਣਾ। ਦੂਜੀ ਗੱਲ ਵੀ ਇਹ ਵੀ ਨਹੀਂ ਹੈਗਾ ਵੀ 2 ਸਾਲਾਂ ਬਾਅਦ ਫੇਰ ਬਣਾ ਲਵਾਂਗੇ, ਕਿਉਂਕਿ ਹੁਣ ਦਾ ਬਣਿਆ ਫਿਰ ਉਹ ਸਾਲਾਂ ਬੱਧੀ ਰਹਿਣਾ, ਦਹਾਕਿਆਂ ਬੱਧੀ ਰਹਿਣਾ। ਉਹਦੇ ਲਈ ਜੋ ਪੈਸਾ ਜਿਵੇਂ ਆਇਆ ਇਮਾਨਦਾਰੀ ਨਾਲ ਲੱਗ ਜੂਵੇ ਤੇ ਚੰਗਾ, ਕਿਉਂਕਿ ਪੰਜਾਬ ਦੇ ਭਾਗਾਂ ਨੂੰ ਤੇ ਮਸਾਂ ਹੀ ਜੁੜਨ ਲੱਗਾ। ਸਨੀ ਦਿਓਲ ਸਾਹਿਬ ਦਾ ਵੀ ਮੁੜ ਕੇ ਛੇਤੀ ਆਉਣਾ ਔਖਾ ਹੋ ਜਾਂਦਾ ਨਾ, ਇਸ ਕਰਕੇ ਹੁਣ ਜੇ ਉਹਨਾਂ ਨੇ ਪ੍ਰਵਾਨ ਕਰਾ ਹੀ ਲਏ ਆ ਤੇ ਜ਼ਰੂਰ ਧਿਆਨ ਰੱਖਣ। ਤੇ ਮੈਂ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਕਿ 3-1 ਦਾ ਮਤਲਬ ਕੀ ਹੁੰਦਾ ਅਸੀਂ ਨਹੀਂ ਦੱਸਣਾ, ਤੁਸੀਂ ਦੱਸਣਾ। ਜਿਨ੍ਹਾਂ ਨੇ ਘਰ ਬਣਾਏ, ਜਿਨ੍ਹਾਂ ਨੇ ਕੋਈ ਕਮਰਾ ਬਣਵਾਇਆ, ਮਿਸਤਰੀ ਦੇ ਕੋਲ ਕੋਈ ਖੜਾ ਆ, ਉਹ ਬਹੁਤ ਚੰਗੇ ਤਰੀਕੇ ਜਾਣਦੇ ਹੋ ਕਿ 3-1 ਦਾ ਮਤਲਬ ਕੀ ਹੁੰਦਾ। ਖੋਲ ਕੇ ਲਿਖ ਦਿਓ, ਕਮੈਂਟ ਕਰਨ ਅੱਗੇ ਘਾਟ ਨਾ ਛੱਡਿਓ, ਤੇ ਡਿਟੇਲ ਵੀ ਦੇਣੀ ਪੈਂਦੀ ਹੈ ਥੋੜੀ ਜਿਹੀ ਦੇ ਦਿਓ। 3-1 ਦਾ ਨਿਰਮਾਣ ਕਾਰਜਾਂ ਦੇ ਵਿੱਚ ਕੀ ਮਹੱਤਵਪੂਰਨ ਸਥਾਨ ਹੈ ਤੇ ਕਿਵੇਂ ਉਹਨੂੰ ਐਕਸਪਲੇਨ ਕਰ ਸਕਦੇ ਦੱਸਿਓ। ਇੱਕ ਗੱਲ ਇੱਥੇ ਹੋਰ, ਇੱਥੇ ਮੇਰੇ 3 ਤੋਂ ਜੀ ਯਾਦ ਆਇਆ, ਮੈਂ ਵੀ ਜੇ ਉਹ ਅਗਲਾ ਵੀ 3 ਏਕੜ 'ਚ ਰੌਲਾ ਹੋ ਗਿਆ ਵੀ ਉਹਨੂੰ ਕੁਛ ਨਹੀਂ ਕਹਿਣਾ, ਉਹਨੂੰ ਕਿਹਾ ਵੀ ਅਗਲਿਆਂ ਕੋਲੇ 2.5 ਹੈ। 2.5 ਕਿਲੋ ਦਾ ਹਾਂ ਵੀ ਜੇ ਤਾਂ ਬੰਦਿਆਂ ਨੂੰ ਕਰਦਾ ਵੇ ਠੀਕ, ਨਹੀਂ ਤਾਂ ਮਿਲ ਲਾਂਗੇ। ਮੈਂ ਇੱਕ ਇੱਥੇ ਜ਼ਰੂਰ ਜਾਂਚ ਚਾਹੁੰਦਾ ਸੀ ਸੰਧਾਲੀਆ ਸਾਹਿਬ, ਜਿਹੜਾ ਮਕੌੜਾ ਪੱਤਣ ਨਾ, ਜਾਣੀ ਕਿ ਉਹ ਪੁਲ ਜਿੱਥੇ ਬਣਨਾ ਹੈ ਉਹ ਉੱਥੇ ਬਣਨਾ ਰਾਵੀ ਦੇ ਉੱਤੇ, ਤੇ ਰਾਵੀ ਦਰਿਆ ਦੇ ਇਧਰਲੇ ਪਾਸੇ ਸਾਰਾ ਭਾਰਤ ਹੈ, ਉਧਰਲੇ ਪਾਸੇ ਭਾਰਤ ਦੇ ਕੁਝ ਪੰਜਾਬ ਦੇ ਪਿੰਡ ਨੇ, ਤਾਂ ਫਿਰ ਕੰਡਿਆਲੀ ਤਾਰ ਹੈ। ਜੇ ਉੱਥੇ ਪੁਲ ਵੇਲੇ ਸਿਰ ਬਣਦਾ ਤਾਂ ਫਿਰ ਉਹ ਜਿਹੜੇ ਰਾਵੀ ਪਾਰਲੇ ਪਿੰਡ ਨੇ ਉਹਨਾਂ ਦੇ ਲੋਕ 24 ਘੰਟੇ 7 ਦਿਨ 12 ਮਹੀਨੇ ਭਾਰਤ ਦੇ ਨਾਲ ਜੁੜੇ ਰਹਿਣਗੇ। ਸਾਈਕਲ ਤੇ ਚਾਹੁਣ ਸਾਈਕਲ ਤੇ ਆ ਜਾਣਗੇ, ਸਕੂਟਰ ਤੇ, ਕਾਰ ਤੇ, ਬੱਸ ਤੇ ਚਾਹੁਣ ਆ ਸਕਦੇ ਆ। ਹੁਣ ਕੀ ਹੁੰਦਾ ਕਿ ਆਰਜੀ ਤੌਰ ਦੇ ਉੱਤੇ ਭਾਰਤੀ ਫੌਜ ਉਹਨਾਂ ਦੇ ਲਈ ਪੁਲ ਬਣਾਉਂਦੀ ਹੈ ਕਿ ਰਾਵੀ ਪਾਰ ਕਰਕੇ ਤੁਸੀਂ ਭਾਰਤ ਵਾਲੇ ਪਾਸੇ ਇਦਾਂ ਆ ਸਕਦੇ ਹੋ, ਕਿਉਂਕਿ ਪਰਲੇ ਪਾਸੇ ਤਾਂ ਕੰਡਿਆਲੀ ਤਾਰ ਹੈ। ਉਹਨਾਂ ਨੇ ਹੁਣ ਕਰਿਆਟੀ ਲੈਣ ਦੇ ਲਈ ਪਾਕਿਸਤਾਨ ਨੂੰ ਤਾਂ ਜਾਣਾ ਨਹੀਂ, ਦਵਾਈ ਲੈਣ ਲਈ ਪਾਕਿਸਤਾਨ ਤਾਂ ਜਾ ਨਹੀਂ ਸਕਦੇ, ਹੁਣ ਭਾਰਤ 'ਚ ਹੈ। ਪਰ ਜਦੋਂ ਬਰਸਾਤਾਂ ਆਉਂਦੀਆਂ, ਰਾਵੀ ਚੜ੍ਹਦੀ ਹੈ, ਉਦੋਂ ਫਿਰ ਫੌਜ ਆਪਣਾ ਪੁਲ ਚੱਕ ਲੈਂਦੀ ਹੈ ਕਿ ਭਾਈ ਇਹ ਰੁੜ ਜਾਣਾ ਹੀ। ਉਹ 3-3 ਮਹੀਨੇ ਭਾਰਤ ਨਾਲ ਟੁੱਟੇ ਰਹਿੰਦੇ ਆ, ਪਰਲੇ ਪਾਸੇ ਜਾ ਨਹੀਂ ਸਕਦੇ। ਇਸੇ ਕਰਕੇ ਕੋਈ ਟੀਚਰ ਉੱਥੇ ਬਦਲੀ ਕਰਾਉਣ ਨੂੰ ਤਿਆਰ ਨਹੀਂ, ਕੋਈ ਡਿਸਪੈਂਸਰੀ ਉੱਥੇ ਨਹੀਂ ਚੱਲਦੀ, ਕੋਈ ਬਿਮਾਰ ਠਮਾਰ ਹੋ ਜਾਵੇ, ਕੋਈ ਐਮਰਜੈਂਸੀ ਆ ਜਾਵੇ, ਆਉਣ ਕਿੱਧਰ ਇੱਧਰਲੇ ਪਾਸੇ ਕੋਈ ਹਿਸਾਬ ਕਿਤਾਬ, ਕੋਈ ਪ੍ਰਬੰਧ ਨਹੀਂ ਹੁੰਦਾ। ਮੈਂ ਕਹਿੰਦਾ ਕਿ ਸਨੀ ਦਿਓਲ ਹੋਰਾਂ ਨੇ ਚੰਗਾ ਕੀਤਾ ਕਿ ਇਸ ਮੁੱਦੇ ਦੇ ਉੱਤੇ ਬੋਲ ਕੇ, ਲਿਖ ਕੇ ਇਤਰਾਜ਼ ਪ੍ਰਗਟ ਕੀਤਾ ਕਿ ਮੈਂ ਪੈਸੇ ਮਨਜ਼ੂਰ ਕਰਾਏ ਆ। ਪੰਜਾਬ ਦੀ ਮੌਜੂਦਾ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਪੈਣਾ। ਮੈਂ ਕਹਿੰਦਾ ਕਿ ਸਰਕਾਰ ਲਿਖਤੀ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਸਪਸ਼ਟ ਕਰੇ ਕਿ ਆਹ ਮੰਤਰੀ ਸੀ ਜਾਂ ਆਹ MLA ਸੀ ਜਾਂ ਆਹ ਮੁੱਖ ਮੰਤਰੀ ਸੀ ਜਾਂ ਆਹ ਅਧਿਕਾਰੀ ਸੀ, ਜਿਹਦੇ ਕਰਕੇ ਪੈਸੇ ਕੇਂਦਰ ਸਰਕਾਰ ਦੁਆਰਾ ਮਨਜ਼ੂਰ ਹੋਣ ਦੇ ਬਾਵਜੂਦ ਵੀ ਮਕੌੜਾ ਪੱਤਣ ਤੇ ਕੀੜੀ ਵਾਲਾ ਪੁਲ ਜਿਹੜਾ ਇਸ ਕਰਕੇ ਨਹੀਂ ਬਣ ਸਕਿਆ ਕਿ ਉਹਨੇ ਆਪਣੀ ਡਿਊਟੀ ਵੇਲੇ ਸਿਰ ਨਿਭਾਈ ਨਹੀਂ, ਤੇ ਉਸ ਅਧਿਕਾਰੀ ਨੂੰ ਸਜ਼ਾ ਕੋਈ ਨਹੀਂ ਦੇਣੀ। ਇੱਕੋ ਹੀ ਕਹਿਣਾ, ਜਦੋਂ ਐਤਕੀ ਬਰਸਾਤਾਂ ਤੋਂ ਪਹਿਲਾਂ ਪਰਲੇ ਪਾਸੇ ਛੱਡਿਆ ਹੋਣਾ ਪਿੰਡਾਂ 'ਚ, ਕਹਿਣਾ ਉਹਨੂੰ ਤਰਕੇ ਆ ਜਾ। ਨਹੀਂ, ਲੋਕਾਂ ਦੀ ਸਮੱਸਿਆ ਸੰਧਾਲੀਆ ਸਾਹਿਬ, ਪਤਾ ਲੱਗੇ ਉਹਨਾਂ ਨੂੰ ਵੀ ਉਹ ਮੁਸ਼ਕਲ ਹੈ ਕਿ ਤੇਰੀ ਇੱਕ ਘੁੱਗੀ ਦੇ ਕਰਕੇ ਕਿੰਨੇ ਪਰੇਸ਼ਾਨ ਨੇ ਲੋਕ। ਨਹੀਂ, ਇਹ ਗੱਲ ਹੈਗੀ ਆ। ਇਹ ਦੇਖੋ, ਇਹੀ ਉਹ ਸਿਸਟਮ ਹੈ ਜਿਹਦਾ ਕਰਕੇ ਹੁਣ ਤੁਸੀਂ ਇਹ ਦੇਖੋ ਵੀ ਇਹ ਆਪਾਂ ਅੱਜ ਗੱਲ ਕਰਨ ਡਏ 2022 'ਚ ਜੀ, ਤੇ ਦੇਸ਼ ਕਦੋਂ ਆਜ਼ਾਦ ਹੋਇਆ ਸੀ। ਤੇ ਇਹ ਨਹੀਂ ਵੀ ਉਤੋਂ ਅਚਾਨਕ ਕਿਸੇ ਨੇ ਕਹੀ ਰੱਖੀ ਮੋਢੇ ਤੇ, ਤੇ ਉਹ ਕਹਿੰਦਾ ਕੀ ਕਰੇ, ਕਹਿੰਦਾ ਰਾਵੀ ਪੁੱਟ ਕੇ ਕੱਢ ਦਈਏ, ਹੈ ਨਾ। ਉਦੋਂ ਪਹਿਲਾਂ ਦਾ ਸਾਰਾ ਕੁਝ, ਉਹ ਤਾਰ ਵੀ ਉਹ ਕਦੋਂ ਦੀ ਲੱਗੀ ਹੈ। ਸੋ ਦਹਾਕਿਆਂ ਬੱਧੀ ਉਹਨਾਂ ਲੋਕਾਂ ਨੂੰ ਹੋ ਗਿਆ ਉੱਥੇ ਤੰਗੀ ਚੱਲਦਿਆਂ ਨੂੰ, ਤੇ ਜੇ ਉਹਨਾਂ ਦੇ ਲਈ ਉਹ ਚੀਜ਼ ਮੰਗ ਪ੍ਰਵਾਨ ਹੋ ਗਈ ਹੈ ਤੇ ਉਹਨੂੰ ਬਣਾਉਣ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ। ਗੱਲ ਤੇ ਆਪਾਂ ਆਹੀ ਕਹਿੰਦੇ ਵੀ, ਕਿਉਂਕਿ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਕੱਲ੍ਹ ਨੂੰ ਉਹਨਾਂ ਲਈ ਵੋਟਾਂ ਮੰਗਣ ਜਾਣਾ ਸੌਖਾ ਹੋ ਜੂ। ਉਹ ਕਹਿੰਦੀ ਬਸ ਹੁਣ ਦੇਣਾ ਪੁਲ ਤੇ ਐਂ ਹੀ ਚਲੇ ਜਾਈਦਾ ਤੇ ਐਂ ਹੀ ਆ ਜਾਈਦੇ, ਹੋਰ ਦੱਸੋ ਕੀ ਚਾਹੀਦਾ। ਨਾਲੇ ਅਗਲੇ ਨੂੰ ਲੱਗਦਾ ਵੀ ਅੱਛਾ ਯਾਰ ਲੀਡਰ ਸੱਚੀ ਮੁੱਚੀ ਆਪਣੇ ਪਿੰਡ 'ਚ ਵੇਖਿਆ ਕੀ ਸੱਚੀ ਆਇਆ ਇਹ, ਕਹਿੰਦਾ ਮੈਂ ਵੇਖਿਆ। ਇੱਕ ਸੰਧਾਲੀਆ ਸਾਹਿਬ ਚਿੱਠੀ ਭਗਵੰਤ ਮਾਨ ਸਾਹਿਬ ਨੇ ਲਿਖੀ ਹੈ, ਮੁੱਖ ਮੰਤਰੀ ਨੇ ਪੰਜਾਬ ਦੇ, ਕਿਉਂਕਿ ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਤੇ ਹੋਰ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਜਿੰਨੀਆਂ ਸਿਆਸੀ ਧਿਰਾਂ ਨੇ, ਉਹ ਹੁਣ ਗਿਣ ਕੇ ਦੱਸਣ ਲੱਗ ਪਈਆਂ ਸੀ ਕਿ ਇੰਨੇ ਦਿਨ ਹੋ ਗਿਆ ਭਗਵੰਤ ਮਾਨ ਹੋਰਾਂ ਨੂੰ ਮੁੱਖ ਮੰਤਰੀ ਬਣਿਆ, ਇੰਨੇ ਪੰਜਾਬ 'ਚ ਕਤਲ ਹੋ ਗਏ,
ਇੰਨਾ ਗੈਂਗਸਟਰ ਕਲਚਰ ਵੱਧ ਗਿਆ। ਪ੍ਰੈਸ਼ਰ ਤਾਂ ਹੈਗਾ ਸਰਕਾਰ ਤੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਚਿੱਠੀ ਲਿਖੀ ਭਗਵੰਤ ਮਾਨ ਉਹਨਾਂ ਨੇ, ਕਹਿੰਦੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਤੀ ਹੈ, ਪਰ ਇਹਦਾ ਮਤਲਬ ਨਹੀਂ ਕਿ SSPs ਤੇ ਜਿਹੜੇ ਪੁਲਿਸ ਕਮਿਸ਼ਨਰ ਨੇ ਵੱਖ-ਵੱਖ ਜ਼ਿਲ੍ਹਿਆਂ 'ਚ, ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਜਾਂ ਡਿਊਟੀਆਂ ਘਟ ਗਈਆਂ। ਉਹ ਕਹਿੰਦੇ ਜੀ ਤੁਸੀਂ ਮੋਹਰੀ ਭੂਮਿਕਾ ਅਦਾ ਕਰਨੀ ਹੈ, ਚਿੱਠੀ 'ਚ ਲਿਖਿਆ, ਗੈਂਗਸਟਰਾਂ ਨੂੰ ਖਤਮ ਕਰਨ ਦੇ ਲਈ ਤੁਹਾਡੀ ਭੂਮਿਕਾ ਮੋਹਰੀ ਹੋਣੀ ਹੈ। ਉਹ ਥਾਣੇ ਵੱਖਰੇ ਬਣਾਉਣੇ, ADGP ਦੀ ਅਗਵਾਈ ਦੇ ਵਿੱਚ ਟਾਸਕ ਫੋਰਸ ਬਣਾਤੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਹਾਡਾ ਕੋਈ ਕੰਮ ਨਹੀਂ, ਤੁਹਾਡਾ ਹੀ ਮੁੱਖ ਕੰਮ ਆ ਤੇ ਤੁਸੀਂ ਆਪੋ ਆਪਣੇ ਖੇਤਰ ਦੇ ਜਵਾਬਦੇਹ ਹੋ ਕਿ ਜੇ ਤੁਹਾਡੇ ਖੇਤਰ ਦੇ ਵਿੱਚ ਕਿਸੇ ਗੈਂਗਸਟਰ ਨੇ ਕੋਈ ਮਾੜਾ ਚੰਗਾ ਕੰਮ ਕਰ ਦਿੱਤਾ ਤਾਂ ਜਵਾਬ ਤਲਬੀ ਤੁਹਾਡੀ ਹੋਣੀ ਹੈ। ਇਹ ਵੀ ਕਹਿ ਦਿੱਤਾ ਕਿ ਤੁਰੰਤ ਆਪਦੇ ਅਧੀਨ ਜਿਹੜੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ, ਗੈਂਗਸਟਰਾਂ ਦੀ ਪਹਿਚਾਣ ਕਰੋ, ਉਹਨਾਂ ਦੀ ਪੈੜ ਨੱਪੋ, ਜੇ ਕਿਸੇ ਨੇ ਕਾਨੂੰਨੀ ਤੌਰ ਤੇ ਅਪਰਾਧ ਕੀਤਾ ਤਾਂ ਚੱਕ ਕੇ ਅੰਦਰ ਦਿਓ, ਗੈਂਗਸਟਰ ਕਲਚਰ ਆਪਾਂ ਬਰਦਾਸ਼ਤ ਨਹੀਂ ਕਰਨਾ। ਚੰਗੀ ਗੱਲ ਹੈ ਸੰਧਾਲੀਆ ਸਾਹਿਬ, ਇਹ ਥੋੜੀ ਹੈ ਕਿ ਭਾਈ ਆਪਾਂ ਤਨਖਾਹ ਲੈਂਦੇ ਆ ਕਿਸੇ ਅਧਿਕਾਰ ਖੇਤਰ ਦੇ ਵਿੱਚ, ਆਪਾਂ ਮਾਲਕ ਵੀ ਆ, ਉੱਥੇ ਕੋਈ ਘਟਨਾ ਘਟ ਜਾਂਦੀ ਹੈ, ਅਕਾਊਂਟੇਬਿਲਟੀ ਜਿਹੜੀ ਹੈ ਉਹ ਤਾਂ ਚੀਫ ਦੀ ਹੁੰਦੀ ਹੈ ਹਮੇਸ਼ਾ। ਨਹੀਂ ਉਹ ਹੈਗੀ ਆ। ਨਾਲ ਮੈਨੂੰ ਲੱਗਦਾ ਵੀ ਇੱਕ ਇਹਦਾ ਨਾ ਇੱਕ ਐਂਗਲ ਇਹ ਵੀ ਹੈ ਕਿ ਵੀ ਬੜੀ ਚਰਚਾ ਇਹ ਚੱਲਣ ਲੱਗ ਪਈ ਵੀ ਇਹਦੇ ਨਾਲ ਜੇ ਤੁਸੀਂ ਅਧਿਕਾਰ ਦਿੰਦੇ ਹੋ, ਡਿਫਰੈਂਟ ਤਰ੍ਹਾਂ ਦੀਆਂ ਸ਼ਕਤੀਆਂ ਦਿੰਦੇ ਹੋ, ਤੇ ਪੰਜਾਬ ਨੇ ਅੱਗੇ ਅਧਿਕਾਰ ਤੇ ਇਸ ਤਰ੍ਹਾਂ ਦੀਆਂ ਸ਼ਕਤੀਆਂ ਦਾ ਕਰਕੇ ਜੀ ਇੱਕ ਇਹੋ ਜਿਹਾ ਦੌਰ ਵੀ ਚੱਲਿਆ ਜਿੱਥੇ ਆਮ ਲੋਕਾਂ ਨੂੰ ਡਰ ਲੱਗ ਪਿਆ ਸੀਗਾ। ਹੁਣ ਐ ਲੱਗਣ ਲੱਗ ਪਿਆ ਵੀ ਯਾਰ ਆਹ ਤਾਂ ਕੰਮ ਹੀ ਬੜਾ ਵਧੀਆ ਹੋ ਗਿਆ, ਵੀ ਮਤਲਬ ਜਿਹਨੂੰ ਮਰਜ਼ੀ ਤੁਸੀਂ ਚੱਕ ਲਓ, ਉਹਦੇ ਬਾਅਦ ਵੀ ਇਹ ਫਲਾਨਾ ਜੀ ਇੱਦਾਂ ਸੀਗਾ, ਉਦੋਂ ਬਾਅਦ ਉਹਦੇ ਘਰ ਦੇ ਜਾਂ ਪਿੰਡ ਵਾਲੇ ਲੱਭਦੇ ਰਹਿਣ। ਇਹ ਹੋਇਆ, ਪੰਜਾਬੀਆਂ ਨੇ ਹੰਡਾਇਆ, ਬਹੁਤ ਸਾਰੇ ਪਰਿਵਾਰ ਨੇ ਜਿਹਨਾਂ ਚੁੱਲ੍ਹਿਆਂ 'ਚ ਅਜੇ ਵੀ ਘਾਵ ਗਿਆ। ਵੀ ਉਸ ਚੀਜ਼ ਦਾ ਵੀ ਕਿਤੇ ਨਾ ਕਿਤੇ ਡਰ ਹੈਗਾ ਵੀ ਯਾਰ ਕਿਤੇ ਉਹ ਦੌਰ ਦੁਬਾਰਾ ਨਾ ਆ ਜਾਵੇ ਵੀ ਮਹਾਰਾਜ ਆਪਾਂ ਇੱਕ ਚੀਜ਼ ਨੂੰ ਦਬਾਉਣ ਦਾ ਕਰਕੇ ਬਸ ਵੀ ਜਿਹੜਾ ਆ ਗਿਆ ਚੱਕ ਦਿਓ, ਕਿਸੇ ਨਾਲ ਕੋਈ ਮਾੜੀ ਮੋਟੀ ਦੁਸ਼ਮਣੀ ਆ ਤੇ ਆਪਾਂ ਉਸ ਪਾਸੇ ਵੀ ਤੁਰ ਪੈਣਾ। ਹਾਂ ਜੇ ਉਹਦਾ ਵੀ ਕੋਈ ਨਾ ਕੋਈ ਮੇਰੇ ਖਿਆਲ ਨਾਲ ਸਪਸ਼ਟੀਕਰਨ ਜਾਂ ਕੋਈ ਹਦਾਇਤਾਂ ਜੇ ਦੇ ਦਿੱਤੀਆਂ ਜਾਣ ਵੀ ਉਹ ਕੰਮ ਹੋਣਾ ਕਿੱਦਾਂ ਜਾਂ ਚੱਲਣਾ ਕਿੱਦਾਂ, ਉਹ ਵੀ ਵਧੀਆ ਗੱਲ ਆ। ਇੱਕ ਮੈਨੂੰ ਇਹ ਵੀ ਗੱਲ ਲੱਗਦੀ ਆ ਵੀ ਇਹ ਸਾਰੇ ਕੁਛ ਦੀ ਜੜ ਕੀ ਆ, ਕਿਉਂਕਿ ਇੱਕ ਤਾਂ ਉਹਨਾਂ ਨੂੰ ਲੱਗਦਾ ਸੀਗਾ ਵੀ ਹਥਿਆਰਾਂ ਵਾਲੇ ਗਾਣੇ ਗੂਣੇ ਜਿਹੇ ਚੱਲਦੇ ਆ ਯਾਰ ਮਹਾਰਾਜ, ਉਹਦਾ ਕਰਕੇ ਵੀ ਲੋਕਾਂ 'ਚ ਬੜਾ ਜੋਸ਼ ਜਿਹਾ ਆ ਜਾਂਦਾ ਵੀ ਪ੍ਰਾਹੁਣੇ ਨੇ ਨਵਾਂ ਪਿਸਤੌਲ ਲਿਆ ਹੁੰਦਾ, ਉਧਰੋਂ ਥੋੜ੍ਹੀ ਜਿਹੀ ਵਧੇਰੇ ਪਿਆ ਦਿੰਦੇ ਆ, ਤੇ ਗਾਣਾ ਜਦੋਂ ਸਟੇਜ ਤੇ ਦਗੜ ਦਗੜ ਡਮ ਡਮ ਚੱਲਦੀ ਤੇ ਫਿਰ ਉਹਦਾ ਵੀ ਜੀ ਜਿਹਾ ਕਰਦਾ ਪਰੇ ਪਰੇ ਹੋ ਜਾਓ, ਹੁਣ ਮੈਂ ਕਰਾਂ ਗੋਲੀਆਂ ਚਲਾ ਕੇ ਵਿਖਾਉਣੀਆਂ ਉਹਦੇ ਵਾਂਗੂ ਵੀ ਜਿੱਥੇ ਮੇਰਾ ਜੀ ਕਰਦਾ ਉੱਥੇ ਮੈਂ ਫੈਰ ਕਰਨੇ ਆ, ਵੀ ਪ੍ਰਾਹੁਣਾ ਹੋ ਜਾਵੇ ਕਰੀ ਚਾਰੇ ਪਾਸੇ। ਹਾਂ ਹੈ ਨਾ, ਵੀ ਮਤਲਬ ਪਤਾ ਲੱਗੇ ਉਹ ਜਿਹੜੀ ਚੀਜ਼ ਆ। ਮੇਰੇ ਖਿਆਲ ਨਾਲ ਜੇ ਉਹ ਇੱਕ ਚੀਜ਼ ਆਇਡੈਂਟੀਫਾਈ ਕੀਤੀ ਆ ਤੇ ਹੋਰ ਵੀ ਇਹ ਕਾਰਨ ਲੱਭਣੇ ਚਾਹੀਦੇ ਆ ਵੀ ਉਹਦੇ ਲਈ ਬੇਰੁਜ਼ਗਾਰੀ ਕਾਰਨ ਹੈ, ਉਹਦੇ ਲਈ ਨਸ਼ਾ ਕਾਰਨ ਹੈ, ਉਹਦੇ ਲਈ ਵਿਹਲਪੁਣਾ ਕਾਰਨ ਹੈ, ਜਾਂ ਫਿਰ ਕਿਹੜੀ ਐਸੀ ਚੀਜ਼ ਹੈ ਜਿਹਦਾ ਕਰਕੇ ਇਹ ਸਾਰਾ ਕੁਝ ਵੱਧ ਗਿਆ ਪੰਜਾਬ 'ਚ। ਕਿਉਂਕਿ ਇਹ ਤਾਂ ਹੈ ਨਹੀਂ ਵੀ ਪੰਜਾਬੀ ਸ਼ੁਰੂ ਤੋਂ ਕਿਤੇ ਗੈਂਗਸਟਰ ਸੀਗੇ, ਕਿਉਂਕਿ ਜੇ ਪੰਜਾਬੀਆਂ ਦੀ ਗਾਂਹ ਆਉਣ ਵਾਲੀ ਪੀੜ੍ਹੀ ਦੇ ਵਿੱਚ ਗਾਂਹ ਨੌਜਵਾਨਾਂ ਨੂੰ ਲੱਗਦਾ ਵੀ ਯਾਰ ਇਹਦੇ 'ਚ ਕੁਝ ਮਜ਼ਾ ਹੈ ਜਾਂ ਮਜਬੂਰੀ ਹੈ ਜਾਂ ਕੀ ਕਾਰਨ ਆ, ਉਹਨੂੰ ਲੱਭ ਕੇ ਵੀ ਹੱਲ ਕਰਨਾ ਚਾਹੀਦਾ। ਸਭ ਤੋਂ ਵੱਡੀ ਗੱਲ ਹੈ ਕਿ ਇੱਕ ਥਾਪੜਾ ਹੁੰਦਾ ਕਿ ਫਲਾਨੇ ਦੇ ਬੰਦੇ ਆ, ਇਹਨਾਂ ਨੂੰ ਨਹੀਂ ਕੁਝ ਕਹਿਣਾ, ਉਹ ਫਲਾਨ ਦੇ ਬੰਦੇ ਆ, ਇਹ ਕੰਮ ਨਾ ਹੋਵੇ। ਉਹ ਬਸ ਜੇ ਸ਼ਰਾਰਤੀ ਅਨਸਰ ਆ ਤਾਂ ਸ਼ਰਾਰਤੀ ਆ, ਬਸ ਉਹਨਾਂ ਦੇ ਸਿਰ ਦੇ ਉੱਤੇ ਕਿਸੇ ਦਾ ਹੱਥ ਨਾ ਹੋਵੇ, ਕੋਈ ਥਾਪੜਾ ਨਾ ਹੋਵੇ, ਕਿਉਂਕਿ ਆਮ ਤੌਰ 'ਤੇ ਇੱਦਾਂ ਹੀ ਹੁੰਦੀ ਹੈ, ਕੋਈ ਗੱਲ ਨਹੀਂ ਤੁਸੀਂ ਖਿੱਚ ਦਿਓ ਕੰਮ। ਲੋੜ ਵੀ ਹੁੰਦੀ ਹੈ ਕਈਆਂ ਨੂੰ ਕਿ ਭਾਈ 2 4 5 7 ਇੱਦਾਂ ਦੇ ਪਾਲ ਕੇ ਰੱਖੋ, ਕਿਸੇ ਨੂੰ ਧਮਕੀ ਦੇਣੀ ਹੈ, ਕਿਸੇ ਨੂੰ ਧਮਕਾਉਣਾ ਹੈ, ਕਿਸੇ ਨੂੰ ਡਰਾਉਣਾ ਹੀ, ਕਈ ਤਾਂ ਕੰਮ ਹੀ ਇੱਦਾਂ ਦੇ ਕਰਦੇ ਆ। ਉਹ ਸਾਰੀਆਂ ਚੀਜ਼ਾਂ ਅੰਤਰ ਸੰਬੰਧਿਤ ਨੇ, ਇੱਕ ਦੂਜੇ ਦੇ ਨਾਲ ਰਿਲੇਸ਼ਨ 'ਚ ਨੇ, ਤੇ ਉਹ ਜਿਹੜੇ ਆਪਸੀ ਰਿਲੇਸ਼ਨ ਹੈ ਉਹਨਾਂ ਨੂੰ ਤੋੜ ਕੇ ਵੱਖਰਾ ਵੱਖਰਾ ਕਰਨਾ ਪਊਗਾ, ਕੰਮ ਫੇਰ ਸੂਤ ਆਉਣਾ। ਤੁਸੀਂ ਸੰਧਾਲੀਆ ਸਾਹਿਬ ਦੇਖੋ ਕਿ ਜੇ ਆਹੀ ਹਾਲਾਤ ਰਹੇ, ਕਿਉਂਕਿ ਨਵੇਂ ਨਹੀਂ ਸ਼ੁਰੂ ਹੋਏ ਹੈਗੇ ਨੇ, ਕਿਸੇ ਬੰਦੇ ਨੂੰ ਆਪਾਂ ਕਹਿੰਦੇ ਇਨਵੈਸਟਮੈਂਟ ਕਰੋ ਬਈ, ਆਪਾਂ ਪ੍ਰਵਾਸੀਆਂ ਨੂੰ ਕਹਿੰਦੇ ਆਓ ਬਈ ਤੁਸੀਂ ਆਓ, ਤੁਹਾਡਾ ਹੱਸਦਾ ਵਸਦਾ ਖੁਸ਼ਹਾਲ ਪੰਜਾਬ, ਭੰਗੜੇ ਦੀ ਤਾਲ, ਸਾਰਾ ਕੁਛ। ਆਪਾਂ ਇਨਵੈਸਟਰ ਜਿਹੜੇ ਉਹਨਾਂ ਨੂੰ ਕਹਿੰਦੇ ਜੀ ਉਦਯੋਗ ਲਾਓ ਇੱਥੇ, ਤੇ ਜਦੋਂ ਉਹਨਾਂ ਦੇ ਕੋਲੇ ਖਬਰਾਂ ਇਹ ਜਾਣਗੀਆਂ ਕਿ ਭਾਈ ਉੱਥੇ ਤਾਂ ਐਂ ਠਾ ਕਰਕੇ ਗੋਲੀ ਵੱਜਦੀ ਆ ਤੇ ਕਤਲ ਹੋ ਜਾਂਦਾ, ਆਪਾਂ ਨਹੀਂ ਕਹਿੰਦੇ ਕਿ 26 ਦਿਨਾਂ 'ਚ ਹੋਣ ਲੱਗ ਪਏ ਆ, ਪਰ ਇਹਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਦਾਅਵਾ ਹੈ ਕਿ ਅਸੀਂ ਪੰਜਾਬ ਪੈਰਾਂ ਸਿਰ ਲਿਆਉਣਾ, ਤੇ ਪੈਰਾਂ ਸਿਰ ਲਿਆਉਣ ਦੇ ਲਈ ਸਭ ਤੋਂ ਪਹਿਲਾਂ ਬੰਦੇ ਦੇ ਮਨ ਦੇ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ ਹੈ। ਸੋ ਬੜਾ ਜ਼ਰੂਰੀ ਮਾਹੌਲ ਚਾਹੀਦਾ। ਅੱਛਾ ਅਗਲੀ ਗੱਲ ਆਪਾਂ ਕਰੀਏ ਤੇ ਉਹ ਇਹ ਆ ਕਿ ਵੀ ਹੈ ਤਾਂ ਮਹਿੰਗਾਈ ਦਾ ਧਰਨਾ ਸੀਗਾ, ਕਿਉਂਕਿ ਮਹਿੰਗਾਈ ਵਧੀ ਵੀ ਵਾਹਵਾ, ਕਿਉਂਕਿ ਸੁੱਖ ਨਾਲ ਉਹ ਕਹਿਣ ਲੱਗ ਪਏ ਸ਼ੁਰੂ ਤਾਂ ਗੱਲ ਕੇਂਦਰ ਵਾਲੇ ਪਾਸਿਓਂ, ਕੇਂਦਰੀ ਲੀਡਰਸ਼ਿਪ ਜਿਹੜੀ ਕਾਂਗਰਸ ਪਾਰਟੀ ਦੀ, ਰਾਹੁਲ ਗਾਂਧੀ ਸਾਹਿਬ ਨੇ ਉਦੋਂ ਕਿਹਾ ਸੀ, ਕਹਿੰਦੇ ਵੀ ਆਹ ਤਾਂ ਕਲੀਅਰ ਹੋ ਗਿਆ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਜਿੱਦਣ ਇਲੈਕਸ਼ਨਾਂ ਮੁੱਕੀਆਂ ਨਾਲ ਹੀ ਸਾਰਾ ਕੁਝ ਵਧਾ ਦੇਣਾ, ਇਹ ਵਧਾਇਆ ਗਿਆ। ਹੁਣ ਉੱਪਰੋਂ ਕਿਉਂਕਿ ਹੁਕਮ ਨੇ, ਇਸ ਕਰਕੇ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਪ੍ਰਦਰਸ਼ਨ ਚੱਲਦੇ ਪਏ, ਤੇ ਉਸੇ ਤਹਿਤ ਹੀ ਪੰਜਾਬ 'ਚ ਵੀ ਕਹਿੰਦੇ ਪ੍ਰਦਰਸ਼ਨ ਸੀਗਾ। ਨਵਜੋਤ ਸਿੰਘ ਸਿੱਧੂ ਸਾਹਿਬ, ਬਾਕੀ ਵੱਡੇ ਲੀਡਰ ਸਾਹਿਬਾਨ, ਉਹ ਸਾਰੇ ਉੱਥੇ ਪਹੁੰਚ ਕੇ ਜਦੋਂ ਪ੍ਰਦਰਸ਼ਨ ਕਰਦੇ ਪਏ ਸੀ, ਆਪਣੇ ਭਾਈਚਾਰੇ ਨੇ ਵੀ ਕੈਮਰੇ ਲਾਏ ਵੀ ਲੈ ਵੀ ਅੱਜ ਸਾਰਿਆਂ ਦੇ ਬਿਆਨ ਗਰਮ ਮਿਲਣੇ ਹੀ, ਪਰ ਕਹਿੰਦੇ ਵੀ ਉਹ ਮਤਲਬ ਬਿਆਨ ਤਾਂ ਕਾਹਦੇ ਗਰਮ ਗੁਰਮ ਮਿਲਣੇ ਸੀ, ਉਹ ਆਪਸ 'ਚ ਹੀ ਗਰਮ ਹੋ ਗਏ, ਤੇ ਉਦੋਂ ਬਾਅਦ ਫਿਰ ਆਪਣੇ ਵਾਲਿਆਂ ਨੇ ਵੀ ਕੈਮਰਾ ਕੁਮਰਾ ਚੁੱਕ ਕੇ ਨਾ ਲਪੇਟ ਲਾ ਭਰਾਵਾ, ਇੱਥੇ ਤੋੜ ਪਾਵਾਂਗੇ, ਫਿਰ ਮਾਲਕਾਂ ਕਹਿਣਾ ਓਏ ਕੈਮਰੇ ਨੂੰ ਕੀ ਹੋਇਆ ਜੀ, ਹੈ ਨਾ। ਸੰਧਾਲੀਆ ਸਾਹਿਬ, ਭਾਈ ਮੰਨਾ ਸਿੰਘ ਹੋਰੀ, ਭਾਜੀ ਗੁਰਸ਼ਰਨ ਜਿਹਨਾਂ ਨੂੰ ਕਹਿੰਦੇ, ਉਹ ਨਾਟਕ ਕਰਦੇ ਹੁੰਦੇ ਸੀ, ਤੇ ਨਾਟਕ ਉਹ ਇੱਦਾਂ ਕਰਦੇ ਹੁੰਦੇ ਘੱਟ ਤੋਂ ਘੱਟ ਸਾਜੋ ਸਮਾਨ ਦੇ ਵਿੱਚ ਪਈ ਜਾਣੀ, ਕੋਈ ਗੱਲ ਹੀ ਨਹੀਂ, ਗੱਡੇ ਤੇ ਸਟੇਜ ਲਾ ਲੈਣੀ,
ਇੱਕ ਸੁਮੋ ਵੈਨ ਜੀ ਹੁੰਦੀ ਸੀ, ਉਹਦੇ ਵਿੱਚ ਉਹਨਾਂ ਨੇ ਸਾਰੀ ਆਪਣੀ ਟੀਮ ਬਿਠਾ ਲੈਣੀ, ਕੋਈ ਬਹੁਤਾ ਸਮਾਨ ਨਹੀਂ। ਉਹ ਆਪਣੇ ਬੋਲਾਂ ਤੇ ਖੇਡ ਜਾਂਦੇ ਹੁੰਦੇ ਸੀ, ਕਿਉਂਕਿ ਲੋਕਾਂ ਨੂੰ ਸੁਨੇਹਾ ਦੇਣਾ ਹੁੰਦਾ ਸੀ ਤੇ ਉਹ ਬਹੁਤ ਚੰਗਾ ਕੰਮ ਕਰਦੇ ਸੀ, ਸਮਾਜ ਨੂੰ ਸੁਧਾਰਨ ਦਾ ਕੰਮ ਕਰਦੇ ਸੀ। ਆਲੇ ਦੁਆਲੇ ਰੌਲਾ ਰੱਪਾ ਵੀ ਪੈਂਦਾ ਹੋਣਾ, ਲੋਕ ਵੀ ਕਿੰਨੇ, ਹੁਣ ਉਹਨਾਂ ਨੇ ਯਾਨੀ ਗੜਕ ਦੀ ਆਵਾਜ਼ ਦੇ ਵਿੱਚ ਜਦੋਂ ਉਹ ਤੇ ਉਹਨਾਂ ਦੇ ਜਿਹੜੇ ਬਾਕੀ ਕਰੈਕਟਰ ਨਾਲ ਹੁੰਦੇ ਸੀ ਕਲਾਕਾਰ, ਐਨ ਲੋਕਾਂ ਨੂੰ ਪੂਰਾ ਸੁਣਨਾ। ਪਰ ਆਹ ਕਾਂਗਰਸੀਆਂ ਦੇ ਧਰਨੇ 'ਚ ਸੈਂਕੜੇ ਲੋਕ ਸੀ, ਰੌਲਾ ਰੱਪਾ ਵੀ ਵਾਹਵਾ ਸੀ, ਪਰ ਜਦੋਂ ਬਿਨਾਂ ਮਾਈਕ ਤੋਂ ਬਿਨਾਂ ਸਪੀਕਰ ਤੋਂ ਕਾਂਗਰਸੀ ਆਗੂ ਆਪਸ ਵਿੱਚ ਲੜਦੇ ਭਿੜਦੇ, ਤਾਨੇ ਮਿਹਣੇ, ਤੂੰ ਮੈਂ ਕਰਦੇ ਸੁਣੇ, ਆਵਾਜ਼ ਸਪਸ਼ਟ ਸੁਣਾਈ ਦਿੰਦੀ ਸੀ। ਐਂ ਲੱਗਦਾ ਸੀ ਕਿ ਭਾਈ ਸ਼ਾਇਦ ਇਹ ਪਾਕਿਸਤਾਨ 'ਚ ਬੈਠੇ ਇਮਰਾਨ ਖਾਨ ਨੂੰ ਸੁਣਨਾ ਚਾਹੁੰਦੇ ਆ। ਮੈਨੂੰ ਇਹ ਵੀ ਲੱਗਿਆ ਕਿ ਸ਼ਾਇਦ ਮਹਿੰਗਾਈ ਦਾ ਸਭ ਤੋਂ ਵੱਧ ਸੇਕ ਕਾਂਗਰਸੀਆਂ ਨੂੰ ਲੱਗਾ। ਜਿੰਨੇ ਲੀਡਰ ਉੱਥੇ ਬੈਠੇ ਸੀ, ਕਾਰਾਂ 'ਚ ਥੋੜ੍ਹਾ ਕੋ ਆਇਆ, ਕਹਿੰਦੇ ਤੇਲ ਦਾ ਰੇਟ ਵੱਧ ਗਿਆ, ਬੱਸ 'ਚ ਆਏ, ਕਹਿੰਦੇ ਕਿਰਾਇਆ ਯਾਨੀ ਵੀ ਕਿਰਾਇਆ ਖਰਚ ਕੇ ਆਏ ਆ ਭਾਈ, ਇੰਨੀ ਮਹਿੰਗਾਈ ਹੋ ਗਈ। ਜਾਂ ਤਾਂ ਕੋਈ ਲੀਡਰ ਉੱਥੇ ਭਾਸ਼ਣ ਇੱਦਾਂ ਦਿੰਦਾ ਨਾ ਕਿ ਦੇਖੋ ਜੀ ਅਸੀਂ ਤਾਂ ਹੁਣ ਅਚਾਰ ਨਾਲ ਰੋਟੀ ਖਾਣ ਲੱਗ ਪਏ ਆ ਘਰੇ, ਹੁਣ ਦਾਲ ਕਿੱਥੇ ਖਰੀਦ ਹੁੰਦੀ ਹੈ। ਕੋਈ ਲੀਡਰ ਜੇ ਕਾਂਗਰਸ ਦਾ ਇੱਦਾਂ ਕਹਿੰਦਾ, ਪਰਸੋਂ ਮੈਂ ਸਬਜ਼ੀ ਲੈਣ ਗਿਆ ਸੀ, ਭਿੰਡੀਆਂ ਦਾ ਰੇਟ ਅਸਮਾਨੇ ਚੜ੍ਹਿਆ, ਟਮਾਟਰ ਨੂੰ ਅੱਗ ਲੱਗੀ ਪਈ ਹੈ, ਘਰੇ ਨਿੰਬੂ ਮੰਗਾਏ ਸੀ ਉਹਨਾਂ ਨੇ, ਮਗਰ ਟੈਲੀਫੋਨ ਕੀਤਾ, ਕਹਿੰਦਾ ਕਿਲੋ ਨਿੰਬੂ ਲੈ ਕੇ ਆਇਓ, ਉਹ 200 ਰੁਪਏ ਨੂੰ ਅੱਧਾ ਕਿਲੋ ਸੀਗੇ। ਮੈਂ ਕਿਹਾ ਨਿੰਬੂ ਨੂੰ ਮੂੰਹ ਨਹੀਂ ਲਿਆਉਣੇ, ਘਰ ਜਾਂਦੇ ਸਾਡਾ ਆਪਸ ਦੇ ਵਿੱਚ ਬੋਲਬਰਾਲਾ ਜਿਹਾ ਹੋ ਗਿਆ। ਜੇ ਤਾਂ ਇੱਦਾਂ ਹੁੰਦਾ ਫਿਰ ਸ਼ਾਇਦ ਉੱਥੇ ਕਾਂਗਰਸੀ ਆਪਸ 'ਚ ਨਾ ਲੜਦੇ ਕਿ ਭ੍ਰਿਸ਼ਟ ਕੌਣ, ਮਾੜਾ ਕੌਣ ਤੇ ਚੰਗਾ ਕੌਣ, ਫਿਰ ਸ਼ਾਇਦ ਮਹਿੰਗਾਈ ਲਈ ਲੜਦੇ। ਪਰ ਜਿਸ ਤਰੀਕੇ ਇੱਕ ਪਾਸੇ ਸਿੱਧੂ ਸਾਹਿਬ ਨੇ ਕਹਿ ਦਿੱਤਾ ਕਿ ਲਾਓ 117 ਬੰਦੇ ਸਿਆਣੇ ਵਧੀਆ ਅਕਸ ਵਾਲੇ, ਜਿਹੜੇ ਭ੍ਰਿਸ਼ਟਾਚਾਰ ਦੇ ਨੇੜੇ ਵੀ ਨਾ ਹੋਣ, ਵਰਕਰ ਨਾਲ ਤੁਰੂਗਾ, ਦਿਨਾਂ 'ਚ ਕੰਮ ਪੁੱਠਾ ਪੈ ਜਾਊਗਾ। ਹੁਣ ਕਾਂਗਰਸ ਇੱਥੇ ਸੁੱਤੀ ਪਈ ਹੈ, ਜਵਾਨ ਹੋ ਜੂਗੀ। ਇੱਥੇ ਮੈਂ ਇਮਾਨਦਾਰ ਬੰਦਾ, ਕਈ ਹੋਰ ਇਮਾਨਦਾਰ ਬੰਦੇ, ਪਰ ਇੱਥੇ ਭ੍ਰਿਸ਼ਟ ਲੀਡਰ ਬੜੇ ਕਾਂਗਰਸ ਜਿਨ੍ਹਾਂ ਨੇ ਬੇੜਾ ਡਬੋਤਾ। ਬਰਿੰਦਰ ਢਿੱਲੋਂ ਯੂਥ ਕਾਂਗਰਸ ਦੇ ਪ੍ਰਧਾਨ ਨੇ, ਉੱਠ ਕੇ ਖੜੇ ਹੋ ਗਏ, ਨਾ ਲਓ ਸਿੱਧੂ ਸਾਹਿਬ, ਤੁਸੀਂ ਸਿੱਧੂ ਸਾਹਿਬ ਨਾ ਲਓ। ਕਹਿੰਦੇ ਮੈਂ ਨਹੀਂ ਕਿਸੇ ਦਾ ਨਾਂ ਲੈਣਾ। ਸਿੱਧੂ ਸਾਹਿਬ ਤੁਸੀਂ ਨਾਟਕ ਕਰਦੇ ਹੋ। ਮੈਂ ਦੇਖਿਆ ਕਿ ਸਬਜ਼ੀ ਮੰਡੀ ਦੇ ਵਿੱਚ ਨਾ ਉੱਥੇ ਬਹੁਤ ਵੱਡਾ ਇੱਕ ਮੁਕਾਬਲਾ ਹੁੰਦਾ ਸਬਜ਼ੀ ਮੰਡੀ 'ਚ, ਕਿ ਜਿਹੜਾ ਉੱਚੀ ਕਿਹੜਾ ਬੋਲਦਾ, ਲੈ ਜਾਓ ਟੀਂਡੇ ਬਤਾਊਂ ਲੱਗੇ ਪਾ ਧੜੀ ਪਿਆਜ਼, ਇੱਦਾਂ ਹੀ ਕੰਮ ਚੱਲਦਾ ਹੈ। ਇਹ ਚੱਲਦਾ, ਪਰ ਇਹ ਸਾਰੇ ਕੁਝ ਵਧੀਆ ਗੱਲ ਪਤਾ ਕਿਹੜੀ, ਕੁਝ ਲੀਡਰ ਸਾਹਿਬਾਨ ਜਿਹੜੇ ਉੱਥੇ ਕਹਿੰਦੇ ਯਾਰ ਗਰਮੀ ਅੱਗੇ ਗੋਡੇ ਪਤਾ ਨਹੀਂ ਕਿੱਥੇ, ਉਹ ਜਦੋਂ ਕੰਮ ਚੱਲ ਪਿਆ ਨਾ ਉੱਥੇ ਉਹ ਕਹਿੰਦਾ ਵੀ ਉਹਨਾਂ ਹੌਲੀ ਇਸ਼ਾਰਾ ਕਿਤੇ ਲਿਆਓ, ਫਿਰ ਗੱਡੀ ਪਿੱਛੇ ਲਿਆਓ, ਟਾਈਮ ਨਾਲ ਚੱਲੀ ਆਪਾਂ। ਉਹ ਵੀ ਚਲੋ ਉਹ ਵਧੀਆ ਗੱਲ ਹੈ, ਛੁੜਾਏ ਨਹੀਂ ਕਿਸੇ ਨੇ, ਛਡਾਉਣਾ ਕਿੰਨੇ ਉੱਥੇ। ਉਹ ਕਹਿੰਦਾ ਕੋਈ ਨਹੀਂ, ਟੱਕਰ ਲਓ, ਜਿਹਨੇ ਟੱਕਰਨਾ ਭਾਈ ਹੁਣ ਕਰੀਏ ਕੀ। ਵੈਸੇ ਇੱਕ ਗੱਲ ਆ, ਬਾਜਵਾ ਸਾਹਿਬ ਕਿਉਂਕਿ ਸਿਆਣੇ ਬੰਦੇ ਨੇ, ਹੁਣ ਉਹ ਵਿਧਾਨ ਸਭਾ 'ਚ ਵੀ ਨੇ, ਉਹਨਾਂ ਨੂੰ ਪੁੱਛ ਲਿਆ, ਕਹਿੰਦੇ ਬਾਜਵਾ ਸਾਹਿਬ ਆ ਗਿਆ, ਉਹ ਕੁਛ ਨਹੀਂ ਹੋਇਆ, ਕਹਿੰਦੇ ਯਾਰ ਕਿਤੇ ਮਾੜਾ ਮੋਟ ਬੋਲ ਬੁਲਾਰਾ ਹੋ ਗਿਆ, ਘਰਾਂ 'ਚ ਹੁੰਦਾ ਹੀ ਆ, ਕਿਹੜੀ ਗੱਲਾਂ ਤੋਂ ਗੱਲ ਐਵੇਂ ਪ੍ਰਤਾਪ ਸਿੰਘ ਬਾਜਵਾ ਆਹੋ ਕਹਿੰਦੇ ਗੱਲ ਚੁੱਕ ਲਈ ਨੇ ਤੁਸੀਂ। ਆਮ ਆਦਮੀ ਪਾਰਟੀ ਵਾਲੇ ਡਾਂਗੋ ਡਾਂਗੀ ਹੋਏ, ਉਹਨਾਂ ਦਾ ਤੁਸੀਂ ਕੋਈ ਜ਼ਿਕਰ ਨਹੀਂ ਕਰਦੇ। ਫਿਰ ਕੀ ਹੋ ਗਿਆ, ਉਧਰ ਵੀ ਖੂਨ ਥੋੜਾ ਜਿਹਾ ਗਰਮ ਸੀ, ਕਿਤੇ ਬਾਲਾ ਸਿੱਧੂ ਸਾਹਿਬ ਦਾ ਆਪਣਾ ਸੁਭਾਅ, ਸਿੱਧੂ ਸਾਹਿਬ ਦਾ ਆਪਣਾ ਸੁਭਾਅ ਆ, ਐਡੀ ਨਹੀਂ ਕੋਈ ਗੱਲ ਆ। ਉਹ ਕਹਿੰਦੇ ਹੁਣ ਮੀਟਿੰਗ ਜਿਹੜੀ ਅੰਦਰ ਬਹਿ ਕੇ ਫਿਰ ਤੁਸੀਂ ਫੈਸਲਾ ਕਰ, ਕਿਹੜਾ ਫੈਸਲਾ, ਧਰਮੀ ਗੱਲ, ਫੈਸਲੇ ਵਾਲੀ ਗੱਲ ਕੋਈ ਨਹੀਂ। ਅਸੀਂ ਤਾਂ ਨਵੀਂ ਮੈਂਬਰਸ਼ਿਪ ਕਰਨ ਡਏ, ਉਹ ਤਾਂ ਸਾਡਾ ਮੈਂਬਰਸ਼ਿਪ ਦੀ ਮੀਟਿੰਗ ਸੀਗੀ, ਉਹ ਕਿਹੜੀ ਗੱਲਾਂ 'ਚੋਂ ਗੱਲ ਆ। ਠੀਕ ਹੈ ਸਾਰਾ ਕੁਝ। ਉਹ ਜਿੱਥੇ ਜ਼ਰੂਰ ਇੱਦਾਂ ਦਾ ਬੰਦਾ ਇੱਕ ਹੁੰਦਾ ਨਾ ਪਰਿਵਾਰ ਦੀ ਜਗ੍ਹਾ, ਕੁਝ ਨਹੀਂ ਆਇਆ ਨਿੱਕਿਓ, ਕੁਝ ਨਹੀਂ ਆਇਆ ਕੋਈ ਨਹੀਂ, ਚਲੋ ਤੁਸੀਂ ਕੋਈ ਗੱਲ ਨਹੀਂ, ਅੰਦਰ ਨਿਆਣੇ ਰੋਟੀ ਖਾਂਦੇ ਆ। ਹੁਣ ਸੰਧਾਲੀ ਸਾਹਿਬ ਮੈਂ ਇੱਕ ਗੱਲ ਹਿਸਾਬ ਲਾਇਆ ਕਿ ਜਾਣੀ ਜੇ ਬਾਹਰ ਸ਼ਰੇਆਮ ਸਾਰਿਆਂ ਦੇ ਸਾਹਮਣੇ ਹੋਈ ਗੱਲ ਵੀ ਬਾਜਵਾ ਸਾਹਿਬ ਨੇ ਇਦਾਂ ਢੱਕ ਲਪੇਟ ਲਈ, ਜੇ ਕਿਤੇ ਅੰਦਰ ਹੋਈ ਹੁੰਦੀ ਕਿਸੇ ਨੇ ਮੰਨਣਾ ਹੀ ਨਹੀਂ, ਪੈਰਾਂ ਦੇ ਪਾਣੀ ਨਹੀਂ ਪੈਣਾ, ਪੱਤਰਕਾਰ ਗਲਤ ਬੋਲਦੇ ਆ। ਇੱਕ ਇੱਥੇ ਨਾ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੂੰ ਪੁੱਛ ਲਿਆ, ਉਹ ਤਪੇ ਉਹਨਾਂ ਨੂੰ ਪੁੱਛਿਆ ਜਾ ਗਿਆ, ਉਹ ਕਹਿੰਦੇ ਯਾਰ ਗੱਲ ਪਤਾ ਕੀ ਹੈ, ਇਹਨਾਂ ਹਾਈ ਕਮਾਂਡ ਨੂੰ ਕਈ ਵਾਰੀ ਕਿਹਾ ਵੀ ਕੋਈ ਤੁਸੀਂ ਫੈਸਲਾ ਲੈ ਲਓ ਯਾਰ, ਕਾਂਗਰਸ ਪਾਰਟੀ ਨੂੰ ਕਿਉਂ ਮਾਰਨ ਡਿਆ ਜੇ ਸਾਡੇ ਲਈ ਬੜਾ ਔਖਾ। ਉਹ ਸਿੱਧੂ ਸਾਹਿਬ ਦਾ ਪੁੱਛ ਲਿਆ, ਉਹ ਯਾਰ ਕਹਿੰਦੇ ਅਸੀਂ ਤਾਂ ਉਹ ਵੀ ਕਿਹਾ ਵੀ ਜੇ ਲਾਉਣਾ ਲਾ ਦਿਓ, ਜੇ ਲਾਉਣਾ ਤਾਂ ਉਹ ਵੀ ਦੱਸ ਦਿਓ ਕਿ ਇਹਨੂੰ ਹੀ ਲਾਉਣਾ ਹੈ, ਘੱਟੋ ਘੱਟ ਕੰਮ ਤਾਂ ਕਰ ਲਈ। ਜਾਨੀ ਉਹਨਾਂ ਨੇ ਸਾਰਾ ਹੀ ਨਜ਼ਲਾ ਜਿਹੜਾ ਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਝਾੜ ਦਿੱਤਾ ਕਿ ਭਾਈ ਸਾਡੇ ਲਈ ਔਖਾ। ਉਹਨਾਂ ਨੇ ਇਹ ਵੀ ਕਹਿ ਦਿੱਤਾ, ਉਹ ਕਹਿੰਦੇ ਅੱਜ ਇੱਕ ਗੱਲ ਦੱਸ ਦਿੰਦੇ, ਜੇ ਤੁਹਾਡੇ ਹਾਲਾਤ ਆਹੀ ਰਹੇ ਤਾਂ ਬਾਕੀ ਸੂਬਿਆਂ ਵੱਲ ਦੇਖ ਲਓ ਕਾਂਗਰਸ ਪਾਰਟੀ ਦਾ ਬਣਿਆ ਕੀ ਆ। ਪਰ ਸੰਧਾਲੀਆ ਸਾਹਿਬ, ਕਾਂਗਰਸ ਪਾਰਟੀ ਵਾਲਿਆਂ ਨੇ ਸਾਬਤ ਕਰ ਦਿੱਤਾ ਕਿ 78 ਤੋਂ 18 ਤੇ ਆ ਗਏ, ਪਰ ਸਬਕ ਨਹੀਂ ਸਿੱਖਿਆ। ਨਹੀਂ, ਸਬਕ ਨਹੀਂ ਸਿੱਖਿਆ। ਇੱਕ ਗੱਲ ਹੋਰ ਜਿਹੜੀ ਮੈਨੂੰ ਲੱਗਦਾ ਹੁੰਦਾ ਵੀ ਜਿੰਨੇ ਵੀ ਲੀਡਰ ਸਾਹਿਬਾਨ ਨਾਲ ਕਿਤੇ ਗੱਲ ਹੋਵੇ ਜਾਂ ਆਪਾਂ ਮੀਡੀਆ 'ਚ ਵੀ ਉਹਨਾਂ ਦੇ ਕਿਤੇ ਸਟੇਟਮੈਂਟ ਦੇਖੀਏ, ਉਹ ਕਹਿੰਦੇ ਨੇ ਕਾਂਗਰਸ ਪਾਰਟੀ ਅਨੁਸ਼ਾਸਿਤ ਪਾਰਟੀ, ਅਨੁਸ਼ਾਸਨ ਦੇ ਵਿੱਚ ਅਸੀਂ ਰਹਿੰਦੇ ਹਾਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਉਹ ਮੈਨੂੰ ਲੱਗਦਾ ਵੀ ਉਹ ਕਿਤੇ ਲੈਣ ਰਟੀ ਰਟਾਈ ਆ, ਉਹਦਾ ਕੋਈ ਮਤਲਬ ਵੈਸੇ ਹੁਣ ਹੈ ਨਹੀਂ ਗਾ। ਕਿਉਂਕਿ ਇਹਦੇ ਜੇ ਮੰਨ ਲਓ ਸਿੱਧੂ ਸਾਹਿਬ ਉੱਥੇ ਗੱਲ ਕਰਦੇ ਸੀ ਤੇ ਢਿੱਲੋਂ ਸਾਹਿਬ ਮਾੜਾ ਜਿਹਾ ਟਾਈਮ ਬਚਾ ਲੈਂਦੇ, ਉਦੋਂ ਬਾਅਦ ਕਹਿੰਦੇ ਵੀ ਮਹਾਰਾਜ ਸਿੱਧੂ ਸਾਹਿਬ 5 ਮਿੰਟ ਗੱਲ ਕਰਨੀ ਹੈ, ਵੀ ਤੁਸੀਂ ਉਸ ਪਾਸੇ ਜਾਣ ਨੂੰ, ਆਪਾਂ ਹੁਣ ਪਹਿਲਾਂ ਕਰ ਲਈ, ਉਹ ਗੱਲ ਆਪਾਂ ਅੰਦਰ ਬਹਿ ਕੇ ਕਰ ਲਵਾਂਗੇ। ਉਹ ਸ਼ਾਇਦ ਇਹਦੀ ਬਜਾਏ ਗੱਲ ਇਹ ਹੁੰਦੀ ਵੀ ਕਾਂਗਰਸ ਪਾਰਟੀ ਨੇ ਬੜਾ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਵੀ ਸੱਚੀ ਲੋਕ ਤੰਗ ਨੇ ਭਾਈ, ਉਹ ਆ ਕੀ ਹੋ ਗਿਆ ਵੀ। ਹੁਣ ਲੋਕਾਂ ਦਾ ਪੈਟਰੋਲ ਤਾਂ ਸੇਮ ਰੇਟ ਤੇ ਰਿਹਾ ਜੀ, ਪਰ ਉੱਥੇ ਜਿਹੜਾ ਪੈਟਰੋਲ ਆਪਣਾ ਡਾ ਕੇ ਆ ਗਏ ਉਹ ਆ ਗਏ।
ਉਹ ਤਾਂ ਕਹਿੰਦੇ ਜਨਾਬ ਜਿਹੜੇ ਉੱਥੇ ਵਿਚਾਰੇ ਪਹਿਲਾਂ ਨਾਕਾਂ ਨੂੰ ਘਲਾ ਕੇ ਕਹਿੰਦੇ ਗੁਰੂ ਅੱਜ ਇਹ ਬੰਦੇ ਵਾਹਵਾ ਇਕੱਠੇ ਹੋਏ ਆ, ਹੋ ਸਕਦਾ ਕੋਈ ਬੋਲ ਬੁਲਾਰਾ ਵੀ ਹੋਵੇ, ਇੱਕ ਅੱਧੇ ਨੂੰ ਡਾਂਗ ਛੋਟਾ ਹੋਵੇ ਫੇਰ ਨਾ ਪਵੇ, ਕਾਇਮ ਰਿਓ। ਜਦੋਂ ਅਚਾਨਕ ਇਹਨੇ ਤਲਾਹ ਦਿੱਤੀ ਕਹਿੰਦੇ ਜਨਾਬ ਉਹ ਤੇ ਆਪਸ ਹੀ ਲੜ ਪਏ। ਅੱਛਾ ਚਲੋ ਕੋਈ ਨਹੀਂ, ਚਾਹ ਲਿਆਓ, ਆਓ ਸ਼ਿਕੰਜਵੀ ਪੀਏ, ਚਾਹੇ ਮਹਿੰਗੇ ਭਾਅ ਦੀ ਆ। ਨਹੀਂ ਸ਼ਿਕੰਜਵੀ ਕੀ ਕਰ, ਸ਼ਿਕੰਜਵੀ ਦਾ ਤੇ ਅੱਜ ਕੱਲ੍ਹ ਬੜੀਆਂ ਟੀਚਰਾਂ ਬੜੀਆਂ ਨੇ। ਉਹ ਕਹਿੰਦੇ ਨਿੰਬੂ ਦਾ ਜੋ ਭਾਅ ਹੈ ਨਾ ਇਸ ਵੇਲੇ, ਉਹ ਕਿਸੇ ਨੇ ਡਾਕਟਰ ਨੇ ਕਹਿਦਾ, ਕਹਿੰਦਾ ਯਾਰ ਇਹਦਾ ਕੋਲ ਬੀਪੀ ਬੂਪੀ ਦੀ ਬਾਤ ਘਾਟ ਹੈ, ਥੋੜਾ ਜਿਹਾ ਨਿੰਬੂ ਪਾਣੀ ਪਿਆਓ। ਕਹਿੰਦਾ ਉੱਕਾ ਨਾ ਪਿਆ ਤੈਨੂੰ ਰੇਟ ਪਤਾ ਲੱਗ ਵੈਸੇ ਮਰ ਜਾਣਾ। ਨਹੀਂ ਸੰਧਾਲੀਆ ਸਾਹਿਬ, ਨਿੰਬੂ ਪਾਣੀ ਪਿਆਉਣਾ ਹੈ, ਪਾਣੀ ਦੇ ਵਿੱਚ ਬਿਨਾਂ ਕੱਟੇ ਸਾਬਤਾ ਨਿੰਬੂ ਪਾ ਕੇ ਪਿਆ ਦੇਣਾ, ਮੁੜ ਕੇ ਧੋ ਕੇ ਫੇਰ ਰੱਖ ਲੈਣੀ। ਯਾਨੀ ਉਹ ਤੁਰਿਆ ਫਿਰਨਾ ਚਾਹੀਦਾ, ਵਿੱਚ ਪਤਾ ਲੱਗੇ ਕਿ ਨਿੰਬੂ ਪਾਣੀ ਹੈ। ਇਹ ਥੋੜ੍ਹਾ ਕਿਹਾ ਕਿ ਨਿੰਬੂ ਨਿਚੋੜ ਕੇ ਪਾਣੀ ਪਿਆਉਣਾ ਹੀ, ਨਿੰਬੂ ਪਾਣੀ ਪਿਆਉਣਾ ਹੀ ਬਸ। ਮੈਂ ਨਾ ਵੀ ਨਿੰਬੂ ਪਾਣੀ ਵੀ ਇਦਾਂ ਚਾਹੀਦਾ ਵੀ ਨਿੰਬੂ ਕੱਟਣਾ ਨਹੀਂ ਚਾਹੀਦਾ, ਸਰਿੰਜ ਲਵੇ, ਉਹਦੇ ਪਹਿਲਾਂ ਪਾਣੀ ਥੋੜਾ ਜਿਹਾ ਭਰ ਲਿਆ, ਜੋ ਪਾਣੀ ਹੈ ਕੱਢ ਲਿਆ, ਫਿਰ ਉਹ ਸਰਿੰਜ ਨਾਲ ਉਹਦੇ 'ਚ ਗਲਾਸ 'ਚ ਪਾ ਲਿਆ ਤੇ ਉਹਨੂੰ ਫੇਰ ਟਕਾ ਲਿਆ ਵੀ ਗੁਰੂ ਕਿਤੇ ਖਰਾਬ ਨਾ ਹੋ ਜਾਵੇ। ਵੈਸੇ ਮੇਰੇ ਮਨ 'ਚ ਇੱਕ ਗੱਲ ਆਉਂਦੀ ਸੀ, ਬਹੁਤੀ ਲੰਬੀ ਨਹੀਂ ਕਰਨੀ, ਸਮਾਂ ਥੋੜਾ ਹੀ। ਮੈਂ ਸੋਚਦਾ ਸੀ ਕਿ ਦੇਖੋ ਆਪਾਂ ਵੀ ਪ੍ਰਾਈਮ ਫੋਕਸ ਦੇ 2-3 ਮਿੰਟ ਨਿੰਬੂ ਦੇ ਲਾਏ ਆ, ਮੁੱਛ ਤੇ ਨਿੰਬੂ ਖੜਦਾ ਹੀ। ਨਿੰਬੂ ਦਾ ਇੱਕ ਬੂਟਾ ਘਰ ਚਲਾਉਣਾ ਕਿੰਨਾ ਕੁ ਔਖਾ। ਤੇ ਬਹੁਤ ਅੱਗੇ ਹੁੰਦੇ ਸੀ ਕਿ ਬੂਟੇ ਵੱਡੇ ਵੱਡੇ ਹੁੰਦੇ, ਨਿੰਬੂ ਥੋੜੇ ਹੁੰਦੇ ਸੀ। ਹੁਣ ਤਾਂ ਬੂਟਾ ਛੋਟਾ ਜਿਹਾ ਹੀ ਹੁੰਦਾ, ਤੁਸੀਂ ਐਂ ਥੱਲੇੋਂ ਹੀ ਤੋੜ ਲੈਂਦੇ ਹੋ ਤਾਂ ਨਿੰਬੂ, ਤੇ ਨਿੰਬੂ ਬਹੁਤ ਲੱਗਦੇ ਕਾਗਜੀ। ਇਸ ਕਰਕੇ ਐਤਕੀ ਦੇ ਨਿੰਬੂਆਂ ਦੇ ਭਾਅ ਤੋਂ ਆਪਾਂ ਇੰਨਾ ਕੀ ਸਬਕ ਸਿੱਖ ਲਈਏ ਕਿ ਭਾਈ ਜਿਹੜੀ ਚੀਜ਼ ਆਪਣੇ ਘਰ 'ਚ ਹੋ ਸਕਦੀ ਹੈ, ਅਜੇ ਤੱਕ ਵੀ ਬਹੁਤੇ ਪੰਜਾਬੀਆਂ ਕੋਲ ਵਿਹੜਾ ਹੈਗਾ। ਨਿੰਬੂ ਦਾ ਬੂਟਾ ਕੋਈ ਬਹੁਤਾ ਮਹਿੰਗਾ ਵੀ ਨਹੀਂ ਆਉਂਦਾ, ਉਹੀ ਪਿੰਡ 'ਚ ਤੇ ਖਾਲੀ ਤਾਂ ਉਹਦੇ ਲਾ ਰੱਖੋ, ਕਿਸੇ ਨਾ ਕਿਸੇ ਨੂੰ ਤਾਂ ਸ਼ਿਕੰਜਵੀ ਦੀ ਪ੍ਰਾਪਤੀ ਹੋਊਗੀ ਨਾ। ਅਰੇ ਖਾਲੀ ਥਾਂ ਤੇ ਨਹੀਂ ਤੇ ਬੜਾ ਸੌਖਾ ਅੱਜ ਕੱਲ੍ਹ ਆਪਾਂ ਨਾ ਵੇਖਦੇ ਹਾਂ, ਜਦੋਂ ਬੰਦਾ ਥੋੜਾ ਜਿਹਾ ਕਹਿੰਦਾ ਵੀ ਯਾਰ ਹੁਣ 4 ਪੈਸੇ ਆ ਗਏ, ਇੱਧਰ ਥੋੜਾ ਲੋਨ ਬਣਾਵਾਂਗੇ, ਉਹ ਜਿਹੜਾ ਨਰਸਰੀ ਵਾਲਾ ਬਾਊ ਵਿਚਾਰਾ ਆਉਂਦਾ ਉਹਨੂੰ ਕਹਿੰਦਾ ਵੀ ਇਹ ਕੋਈ ਕਸੂਤਾ ਜਿਹਾ ਬੂਟਾ ਦੇ ਜੀ, ਉਹ ਵੀ ਇੱਕ ਦਿੰਦਾ ਵੀ ਸਾਰਾ ਦੇਖੋ ਜੀ ਇਹਦਾ ਕੋਈ ਹਰਾ ਪੀਲਾ ਲਾਲ ਪੱਤਾ ਜਿਹਾ, ਕਹਿੰਦਾ ਇਹ 500 ਰੁਪਏ ਦਾ ਬੂਟਾ। ਉਹ 500 ਵਾਲਿਆਂ ਨੂੰ ਮੇਰੇ ਖਿਆਲ ਜਿਹੜੀ ਨਿੰਬੂ ਦੀ ਦਾਬ ਫ੍ਰੀ ਮਿਲ ਜਾਣੀ, ਕਿਸੇ ਫ੍ਰੀ ਮਿਲ ਜਾਣੀ ਹੈ ਨਾ। ਤੇ ਉਹਦੇ ਨਾਲੋਂ ਚੰਗਾ ਵੀ ਇੱਕ ਅੱਧਾ ਆਪਾਂ ਬੂਟਾ ਲਾ ਛੱਡੀਏ, ਤੇ ਜਿਹੜਾ ਆਪਾਂ ਇੰਨਾ ਕੁ ਦਿਨਾਂ 'ਚ ਆ ਕੇ ਲੱਭਦੇ ਵੀ ਹੋ ਇੱਕ ਹੁੰਦਾ ਨਾ ਵੀ ਪਹਿਲਾਂ ਬੀਪੀ ਘਟਿਆ ਵਧਿਆ, ਨਿੰਬੂ ਦਾ ਨਾਂ ਰੇਟ ਸੁਣ ਕੇ ਤੇ ਉਦੋਂ ਬਾਅਦ ਫੇਰ ਬਾਅਦ ਘਟ ਹੋ ਗਈ। ਉਹਦੇ ਨੂੰ ਚੰਗਾ ਬੰਦਾ ਕਹਿੰਦਾ ਵੀ ਚਲੋ ਯਾਰ ਨਾਲੇ ਤੇ ਠੰਡੇ ਤੋਂ ਬਚਾਂਗੇ ਜੀ, ਤੇ ਨਾਲੇ ਆਪਾਂ ਆਪਣਾ ਘਰ ਦਾ ਨਿੰਬੂ ਪੀਵਾਂਗੇ। ਇਹ ਬੜਾ ਜ਼ਰੂਰੀ, ਆਪਾਂ ਬੇਨਤੀ ਕਰ ਸਕਦੇ। ਨਹੀਂ ਬੇਨਤੀ ਕਰਨੀ ਹੈ, ਪ੍ਰਵਾਨ ਵੀ ਹੋ ਹੀ ਜਾਣੀ ਆ। ਇਹ ਟੱਬਰ ਦੇ ਮੈਂਬਰਾਂ ਨੇ ਨਹੀਂ ਪ੍ਰਵਾਨ ਕਰਨੀ, ਹੋਰ ਕਿਹਨਾਂ ਨੇ ਕਰਨੀ। ਜੇ ਨਹੀਂ ਲਾਉਣਾ ਤੁਸੀਂ ਦੱਸ ਦਿਓ, ਅਸੀਂ ਲਾ ਲਵਾਂਗੇ। ਫਿਰ ਦੋ ਤਾਂ ਹੀ ਵੱਟਦੇ ਹੀ ਪਏ। ਇੱਕ ਸੰਧਾਲੀਆ ਸਾਹਿਬ, ਨਵਜੋਤ ਸਿੰਘ ਸਿੱਧੂ ਨੇ ਕਈ ਕਾਂਗਰਸੀ ਸ਼ਿਕੰਜਵੀ ਪੀਣ ਵਾਲੇ ਕਰਤੇ। ਉਹ ਸਿੱਧੇ ਹੀ ਉੱਥੋਂ ਧਰਨੇ ਤੋਂ ਇੱਕ ਘਰੇ ਗਏ, ਉਹ ਘਰ ਅਮਰੀਕ ਸਿੰਘ ਢਿੱਲੋਂ ਦਾ। ਅਮਰੀਕ ਸਿੰਘ ਢਿੱਲੋਂ ਸਮਰਾਲੇ ਤੋਂ 4 ਵਾਰੀ ਕਾਂਗਰਸੀ MLA ਰਹੇ, ਐਤਕੀ ਟਿਕਟ ਕੱਟਤੀ, ਟਿਕਟ ਕੱਟ ਕੇ ਕਿਸੇ ਹੋਰ ਨੂੰ ਦੇਤੀ, ਆਜ਼ਾਦ ਖੜ ਗਏ। ਵੋਟਾਂ ਪੈਣ ਤੋਂ ਪਹਿਲਾਂ ਬਿਮਾਰ ਬਹੁਤ ਹੋ ਗਏ, ਹਸਪਤਾਲ ਦਾਖਲ ਹੋਏ, ਤੇ ਉੱਥੋਂ ਹਰ ਗਏ। ਫਿਰ ਜਾਣੀ ਸਾਰੇ ਹੀ ਹਰ ਗਏ ਜਿੰਨੇ ਹਾਰਨੇ ਸੀ। ਹੁਣ ਉਹ ਪਾਰਟੀ 'ਚੋਂ ਕੱਢੇ ਹੋਏ ਨੇ, ਕਿਉਂਕਿ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਇਲੈਕਸ਼ਨ ਲੜੀ ਸੀ। ਸਿੱਧੂ ਸਾਹਿਬ ਚਲੋ ਕਹਿ ਸਕਦੇ ਆ ਜੀ ਪੁਰਾਣੇ ਬਜ਼ੁਰਗ ਲੀਡਰ ਨੇ, ਹਾਲ ਚਾਲ ਪੁੱਛਣ ਗਏ ਸੀ, ਪਰ ਨਵਜੋਤ ਸਿੰਘ ਸਿੱਧੂ ਦੀਆਂ ਇਹ ਫੇਰੀਆਂ ਜਿਹੜੀਆਂ ਨਾ ਕਈਆਂ ਨੂੰ ਹੋਰ ਤਰ੍ਹਾਂ ਲੱਗਦੀਆਂ। ਲੱਗਦੀਆਂ ਹੀ ਆ, ਹੁਣ ਕਰੀਏ ਮਿੱਠਾ ਘੱਟ ਹੁੰਦਾ ਨਾ ਸ਼ਿਕੰਜਵੀ ਵਿੱਚ ਕਈ ਵਾਰੀ। ਨਹੀਂ ਠੀਕ ਹੈ ਗੱਲ, ਪਰ ਚਲੋ ਸਿੱਧੂ ਸਾਹਿਬ ਦਾ ਕੰਮ ਆਪਣੀ ਥਾਂ ਹੈਗਾ, ਉਹ ਵੀ ਪ੍ਰਧਾਨਗੀ ਵਾਲੀ ਦੌੜ 'ਚ ਨਹੀਂ, ਭਾਵੇਂ ਮੰਨਦੇ ਭਾਵੇਂ ਨਹੀਂ ਮੰਨਦੇ। ਦੂਜੇ ਪਾਸੇ ਮੁੱਖ ਮੰਤਰੀ ਵਾਲੀ ਦੌੜ 'ਚੋਂ ਚੱਲੇ ਸੀ ਜਾਖੜ ਸਾਹਿਬ, ਜਿਸ ਹਿਸਾਬ ਨਾਲ ਪਿਛਲੇ ਦਿਨੀ ਉਹਨਾਂ ਨੇ ਬਿਆਨਬਾਜ਼ੀ ਕੀਤੀ, ਉਦੋਂ ਬਾਅਦ ਕਈ ਤਰ੍ਹਾਂ ਦੇ ਸੱਚ ਸੀ ਜਿਹੜੇ ਸਾਹਮਣੇ ਲਿਆਂਦੇ। ਹੁਣ ਜਿਹੜੀ ਉਹ ਪਿਛਲੇ ਦਿਨੀ ਇੱਕ ਸਟੇਟਮੈਂਟ ਸੀ, ਉਹਨੂੰ ਲੈ ਕੇ ਹੁਣ ਜਿੱਦਾਂ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰਦਰਸ਼ਨ, ਵੱਖ-ਵੱਖ ਥਾਵਾਂ ਤੋਂ ਬਿਆਨ, ਵੱਖ-ਵੱਖ ਥਾਵਾਂ ਤੋਂ ਗੱਲਾਂ ਚੱਲਣ ਲੱਗ ਪਈਆਂ। ਉਹ ਇੱਕ ਵੱਖਰਾ ਜਿਹੜਾ ਕੰਮ ਚੱਲ ਨਹੀਂ ਪਿਆ ਕਾਂਗਰਸ ਪਾਰਟੀ ਦੇ ਵਿੱਚ। ਇੱਕ ਤਾਂ ਹੋ ਗਿਆ ਨਾ ਵੀ ਕਾਂਗਰਸ ਪਾਰਟੀ ਪ੍ਰਧਾਨਗੀ ਵਾਲਾ ਰੌਲਾ ਜੀ, ਕੌਣ ਹਾਰਿਆ ਕੌਣ ਜਿੱਤਿਆ, ਉਹ ਕਹਿੰਦੇ ਬਾਕੀ ਗੱਲਾਂ ਬਾਅਦ ਕਰਾਂਗੇ, ਪਹਿਲਾਂ ਸਾਨੂੰ ਇੱਧਰੋਂ ਨਜਿੱਠ ਲੈਣ ਦਿਓ, ਹੈ ਨਾ। ਹੁਣ ਇਹ ਗੱਲ ਚੱਲਦੀ ਵੀ ਉਦੋਂ ਦੇਖੋ ਚੰਨੀ ਸਾਹਿਬ ਮੁਲਾਕਾਤ ਕਰਕੇ ਆਏ ਨੇ ਰਾਹੁਲ ਗਾਂਧੀ ਸਾਹਿਬ ਨਾਲ, ਹਾਲਾਂਕਿ ਉਹਨਾਂ ਨੇ ਕਿਹਾ, ਉਹ ਕਹਿੰਦਾ ਯਾਰ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ, ਮੈਂ ਉਹਨਾਂ ਨੂੰ ਕਹਿਤਾ ਆਇਆ ਜੇ ਮੈਂ ਸਾਬਕਾ ਮੁੱਖ ਮੰਤਰੀ ਬਹੁਤ ਵਧੀਆ, ਤੁਸੀਂ ਮੈਨੂੰ ਵੈਸੇ ਦੱਸੋ ਵੀ ਪਾਰਟੀ ਲਈ ਕੀ ਕਰਨਾ, ਮੈਂ ਉਹ ਕਰਕੇ ਰਾਜ਼ੀ ਹਾਂ। ਪਰ ਹਾਂ ਜਾਖੜ ਸਾਹਿਬ ਨੇ ਠੀਕ ਨਹੀਂ ਕੀਤਾ, ਉਹ ਕਹਿੰਦੇ। ਉਦੋਂ ਰਾਜਕੁਮਾਰ ਵੇਰਕਾ ਸਾਹਿਬ, ਹੋਰ ਵੀ ਕਈ ਲੀਡਰ ਨੇ, ਉਹ ਕਹਿੰਦੇ ਜੀ ਜਾਖੜ ਸਾਹਿਬ ਨੇ ਠੀਕ ਨਹੀਂ ਕੀਤਾ। ਦੇਖੋ ਮਾਫੀ ਦੀ ਮੰਗ ਡਾਕਟਰ ਰਾਜਕੁਮਾਰ ਵੇਰਕਾ ਹੋਰਾਂ ਨੇ ਕੀਤੀ ਸੀ। ਦੇਖੋ ਜੇ ਕੋਈ ਵੀ ਬੰਦਾ ਕਿਸੇ ਵੀ ਭਾਈਚਾਰੇ ਦੇ ਖਿਲਾਫ ਕੋਈ ਟਿੱਪਣੀ ਕਰਦਾ, ਮਾੜੀ ਗੱਲ ਹੈ। ਤੇ ਉਹਦੇ ਵਿੱਚ ਚੰਗੀ ਗੱਲ ਇਹ ਹੈ ਕਿ ਜੇ ਉਹਨੂੰ ਪਤਾ ਲੱਗੇ ਮੈਂ ਕੋਈ ਗਲਤ ਟਿੱਪਣੀ ਕਰ ਦਿੱਤੀ ਆ, ਤਾਂ ਫਿਰ ਮਾਫੀ ਮੰਗ ਲੈ, ਖਿਮਾ ਜਾਚਨਾ ਕਰ ਲੈ, ਪਰ ਵੇਲੇ ਸਿਰ ਕਰੇ। ਤੇ ਜਾਖੜ ਸਾਹਿਬ ਦੇ ਖਿਲਾਫ ਜਿੱਦਣ ਬਿਆਨ ਆਇਆ ਸੀ, ਮੈਨੂੰ ਲੱਗਦਾ 2 ਘੰਟੇ ਦੇ ਵਿੱਚ ਉਹਨਾਂ ਨੇ ਵੀਡੀਓ ਪਾਤੀ ਸੀ ਕਿ ਮੈਂ ਕਿਹਾ ਕੁਛ ਨਹੀਂ, ਨਾ ਮੇਰਾ ਇਹ ਮਕਸਦ ਸੀ, ਮੈਂ ਦਿੱਲੀ ਵਾਲੇ ਲੀਡਰਾਂ ਨੂੰ ਕਿਹਾ, ਪਰ ਫਿਰ ਵੀ ਜੇ ਕਿਸੇ ਨੂੰ ਲੱਗਦਾ ਮੈਂ ਖਿਮਾ ਜਾਚਨਾ ਕਰਨਾ, ਉਹਨਾਂ ਨੇ ਪਹਿਲੇ ਵੀਡੀਓ ਪਾਤੀ, ਨਾਲ ਇਹ ਵੀ ਕਹਿਤਾ ਸੀ ਕਿ ਮੇਰੀ ਸਾਰੀ ਵੀਡੀਓ ਸੁਣ ਲਓ, ਕਿ ਮੇਰੇ ਫੇਸਬੁੱਕ ਪੇਜ ਦੇ ਉੱਤੇ ਪਈ ਹੈ, ਪਰ ਮੈਂ ਮਾਫੀ ਮੰਗਦਾ ਹੀ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ, ਮੈਂ ਇੱਦਾਂ ਕਰ ਹੀ ਨਹੀਂ ਸਕਦਾ। ਪਰ ਚੰਨੀ ਸਾਹਿਬ ਨੇ ਵੀ ਕਿਹਾ, ਜਲੰਧਰ 'ਚ ਵੀ ਮੁਜ਼ਾਹਰੇ ਹੋਏ, ਲੁਧਿਆਣੇ 'ਚ ਵੀ ਥੋੜ੍ਹਾ ਜਿਹਾ ਵਿਰੋਧ ਹੋਇਆ। ਭਾਈਚਾਰੇ ਦੇ ਵਿੱਚ ਰੋਸ ਤਾਂ ਚਲੋ ਹੁੰਦਾ ਹੀ ਹੈ, ਸਾਰਿਆਂ ਨੇ ਸਾਰੀ ਵੀਡੀਓ ਤੋਂ ਸੁਣਨੀ ਹੁੰਦੀ। ਜਾਖੜ ਸਾਹਿਬ ਹੁਣ ਇਸ ਮਸਲੇ 'ਚੋਂ ਕਿਵੇਂ ਨਿਕਲਦੇ ਆ, ਇੱਕ ਤਾਂ ਇਹ ਗੱਲ ਦੇਖਣੀ ਪਊਗੀ, ਪਰ ਦੂਸਰੇ ਪਾਸੇ ਇਹ ਹੈਗਾ ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਦੇਖੋ ਕਿ
ਭਾਈਚਾਰੇ ਦੀਆਂ ਬਹੁਤ ਸਮੱਸਿਆਵਾਂ ਨੇ। ਅਸੀਂ ਸਾਰੇ ਲੀਡਰਾਂ ਨੂੰ ਬੇਨਤੀ ਕਰਦੇ ਤੁਸੀਂ ਜਾਖੜ ਸਾਹਿਬ ਦੇ ਨਾਲ ਜਿੱਦਾਂ ਤੁਹਾਡਾ ਹੈਗਾ ਕੰਮ, ਜਿੰਨਾ ਤੁਹਾਨੂੰ ਲੱਗਦਾ ਕਿ ਭਾਈ ਉਹਨਾਂ ਨੇ ਗਲਤ ਕੀਤਾ, ਮੁਹਿੰਮ ਚਲਾਓ, ਪਰ ਉਹਦੇ ਤੋਂ ਬਾਅਦ ਚੁੱਪ ਕਰਕੇ ਘਰੇ ਨਹੀਂ ਜੇ ਬਹਿਣਾ, ਘਰੇ ਨਹੀਂ ਬਹਿਣਾ। ਕਿਉਂਕਿ ਡਾਕਟਰ ਰਾਜਕੁਮਾਰ ਵੇਰਕਾ ਉਸੇ ਸਰਕਾਰ ਦੇ ਵਿੱਚ MLA ਤੇ ਮੰਤਰੀ ਰਹੇ ਨੇ ਪਿਛਲੇ 5 ਸਾਲ, MLA ਵੀ ਰਹੇ ਤੇ ਮੰਤਰੀ ਵੀ ਰਹੇ। ਬਾਕੀ ਬੰਦੇ ਵੀ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੂੰ ਅੱਜ ਸੁਨੀਲ ਜਾਖੜ ਉੱਤੇ ਇਤਰਾਜ਼ ਹੈ, ਤੇ ਉਹ 5 ਦੇ 5 ਸਾਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਕਿੰਨੇ ਕੁ ਬੰਦਿਆਂ ਨੂੰ ਮਿਲੇ, ਕਿੰਨੇ ਕੁ ਸਟੂਡੈਂਟਸ ਨੂੰ ਮਿਲੇ, ਭਾਈਚਾਰੇ ਚੋਂ ਹੀ ਸੀ। ਬੱਚਿਆਂ ਦਾ ਭਵਿੱਖ ਖਰਾਬ ਹੋਇਆ ਇੰਨੀ ਸ਼ਿੱਦਤ ਦੇ ਨਾਲ। ਜੇ ਕਿਤੇ ਉਹਨਾਂ ਬੱਚਿਆਂ ਦੇ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਮੰਗ ਕੀਤੀ ਹੁੰਦੀ ਤੇ ਉਦੋਂ ਤੱਕ ਚੁੱਪ ਨਾ ਬਹਿੰਦੇ, ਉਦੋਂ ਤੱਕ ਪੈਸੇ ਮਿਲਦੇ ਨਾ, ਤਾਂ ਸ਼ਾਇਦ ਬਹੁਤ ਸਾਰੇ ਬੱਚਿਆਂ ਦਾ ਭਵਿੱਖ ਵੱਜ ਜਾਂਦਾ। ਅਜੇ ਵੀ ਕੋਈ ਨਹੀਂ, ਜਾਖੜ ਸਾਹਿਬ ਦਾ ਵਿਰੋਧ ਕਰੋ ਜੇ ਕਰਨਾ, ਕੋਈ ਦਿੱਕਤ ਨਹੀਂ। ਉਹ ਤੁਹਾਨੂੰ ਪਤਾ ਵੱਧ ਕੇ ਕਿੱਥੇ ਕੁ ਤੱਕ ਉਹ ਗੱਲ ਜਾਇਜ਼ ਹੈ, ਕਿੱਥੇ ਕੁ ਤੱਕ ਨਹੀਂ। ਪਰ ਉਹਦੇ ਤੋਂ ਬਾਅਦ ਭਾਈਚਾਰੇ ਦੇ ਬੱਚੇ, ਵਿੱਤੀ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਬੱਚੇ, ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਬੱਸਾਂ ਵੀ ਨਹੀਂ ਜਾਂਦੀਆਂ, ਜਿਨ੍ਹਾਂ ਨੂੰ ਬੱਸ ਪਾਸ ਦੀ ਸਹੂਲਤ ਵੀ ਮਾਣਨ ਦਾ ਮੌਕਾ ਨਹੀਂ ਮਿਲਦਾ, ਜਿਨ੍ਹਾਂ ਨੇ ਦਾਖਲੇ ਲੈਣੇ ਆ, ਫੀਸਾਂ, ਕਿਤਾਬਾਂ, ਕਾਪੀਆਂ, ਬਹੁਤ ਸਾਰੀਆਂ ਚੀਜ਼ਾਂ ਨੇ, ਉਹ ਅੱਗੇ ਕਿੱਦਾਂ ਵਧਣ? ਮੈਨੂੰ ਲੱਗਦਾ ਕਿ ਨਾਲ ਲੱਗਦਾ ਹੀ ਇਹ ਕੰਮ ਮੁਕਾ ਕੇ ਸਾਰੇ ਇਹ ਲੀਡਰ ਉਧਰਲੇ ਪਾਸੇ ਵੀ ਸ਼ੁਰੂ ਹੋ ਜਾਣ ਤਾਂ ਸ਼ਾਇਦ ਸਹੀ ਅਰਥਾਂ ਦੇ ਵਿੱਚ ਭਾਈਚਾਰੇ ਦਾ ਭਲਾ ਹੋ ਜੂ। ਚਲੋ ਆਸ ਕਰਦੇ ਵੀ ਉਧਰ ਵੀ ਤੁਰਨਗੇ ਜੀ। ਦੂਜੇ ਪਾਸੇ ਪਟਿਆਲੇ ਵਾਲੀ ਜੇਲ੍ਹ ਬਹੁਤ ਦਿਨਾਂ ਤੋਂ ਚਰਚਾ 'ਚ ਆ। ਹੁਣ ਉੱਥੇ ਚਰਚਾ ਇਸ ਕਰਕੇ ਵੀ ਚੱਲੀ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹ ਗਏ ਨੇ ਉੱਥੇ ਜਾ ਕੇ ਮੁਲਾਕਾਤ ਕਰਨ ਮਜੀਠੀਆ ਸਾਹਿਬ ਨਾਲ ਜੀ। ਹੁਣ ਉੱਥੇ ਕਹਿੰਦੇ ਆ ਵੀ ਵੱਖਰੇ ਤੌਰ ਤੇ ਪੌਣਾ ਘੰਟਾ ਉਹਨਾਂ ਨੇ ਮੁਲਾਕਾਤ ਕੀਤੀ ਹੈ, ਗੱਲਾਂ ਬਾਤਾਂ ਕੀ ਹੋਈਆਂ ਉਹ ਤਾਂ ਉਹਨਾਂ ਨੇ ਬਹੁਤਾ ਨਹੀਂ ਜ਼ਾਹਰ ਕੀਤਾ। ਪਰ ਹਾਂ, ਜਿਹੜੀ ਗੱਲ ਉਹਨਾਂ ਨੇ ਦੱਸੀ ਬਾਹਰ ਆ ਕੇ, ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਜੇਲ੍ਹ ਦੇ ਨਿਯਮਾਂ ਦੇ ਉਲਟ ਤੇ ਉੱਥੇ ਕਮਰਾ ਚੱਲ ਜੀ, ਵੀ ਜੇ 8x8 ਦਾ ਕਮਰਾ ਉਹਦੇ 'ਚ ਨਹੀਂ ਰੱਖਿਆ ਜਾ ਸਕਦਾ। ਦੂਜੀ ਗੱਲ ਇਹ ਹੈ ਵੀ ਉੱਥੇ ਜਿਹੜੇ ਇਲਜ਼ਾਮ ਲਾਏ ਗਏ ਪਿਛਲੇ ਦਿਨੀ ਮਜੀਠੀਆ ਸਾਹਿਬ ਵਾਲੇ ਪਾਸਿਓਂ ਵੀ ਮੇਰੀ ਜਾਨ ਨੂੰ ਖਤਰਾ ਭਾਈ, ਇੱਥੇ ਜੋ ਮਾਹੌਲ ਚੱਲ ਉਹ ਠੀਕ ਨਹੀਂ ਹੈਗਾ, ਕਹਿੰਦੇ ਉਹ ਵੀ ਦਰੁਸਤ ਹੈ ਵੀ ਇਹ ਜੋ ਕੁਛ ਇਸ ਵਕਤ ਚੱਲ ਰਿਹਾ ਹੈ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਕੱਢ ਰਹੀ ਹੈ ਕਿਹੜਾ, ਤੇ ਉਹ ਤੋੜਨਾ ਚਾਹੁੰਦੀ ਮਜੀਠੀਆ ਸਾਹਿਬ। ਦੇਖੋ ਸੰਧਾਲੀਆ ਸਾਹਿਬ, ਜੇ ਤਾਂ ਨਿਯਮਾਂ ਦੇ ਉਲਟ ਕੁਝ ਵੀ ਹੋ ਰਿਹਾ ਗਲਤ ਹੈ, ਕਿਉਂਕਿ ਨਿਯਮ ਬਣੇ ਆ ਤੇ ਨਿਯਮਾਂ ਦੇ ਮੁਤਾਬਕ ਹੋਵੇ। ਕਿਉਂਕਿ ਮਾਮਲਾ ਅਦਾਲਤ 'ਚ ਹੈ, ਲਗਾਤਾਰ ਦੂਸਰੀ ਅਰਜ਼ੀ ਮਜੀਠੀਆ ਸਾਹਿਬ ਦੇ ਵਕੀਲਾਂ ਨੂੰ ਚਲੀ ਗਈ ਹੈ। ਉਹ ਉੱਥੇ ਨੂੰ ਕੀ ਸਾਬਿਤ ਕਰ ਪਾਉਂਦੇ ਆ ਕਿ ਨਹੀਂ ਕਰ ਪਾਉਂਦੇ ਉਹ ਵੀ ਪਤਾ ਲੱਗੂ। ਹਾਂ, ਇੱਕ ਗੱਲ ਹੈਗੀ ਹੈ ਕਿ ਜੇਲ੍ਹਾਂ ਦੇ ਵਿੱਚ ਨਿਯਮਾਂ ਦੇ ਮੁਤਾਬਕ ਬਹੁਤੇ ਕੰਮ ਹੁੰਦੇ ਨਹੀਂ ਰਹੇ। ਅਦਾਲਤਾਂ 'ਚ ਅਰਜ਼ੀਆਂ ਜਾਂਦੀਆਂ ਰਹੀਆਂ, ਜੇਲ੍ਹਾਂ ਦੇ ਅੰਦਰ ਜਨਮਦਿਨ ਮਨਾਉਣ ਦੀਆਂ ਗੱਲਾਂ ਹੁੰਦੀਆਂ ਰਹੀਆਂ, ਜੇਲ੍ਹਾਂ ਦੇ ਅੰਦਰੋਂ ਨਸ਼ਾ ਮਿਲਦਾ ਰਿਹਾ, ਜੇਲ੍ਹਾਂ ਦੇ ਅੰਦਰੋਂ ਮੋਬਾਈਲ ਫੋਨ ਮਿਲਦੇ ਰਹੇ, ਜੇਲ੍ਹ ਕਰਮਚਾਰੀ ਕਾਬੂ ਆਉਂਦੇ ਰਹੇ ਆ। ਠੀਕ ਹੈ, ਜੇ ਜੇਲ੍ਹ ਅਧਿਕਾਰੀ, ਜੇਲ੍ਹ ਮੰਤਰੀ ਸਾਹਿਬ ਕਹਿੰਦੇ ਆ ਕਿ ਨਹੀਂ ਸਾਰਾ ਕੁਝ ਉੱਥੇ ਦਰੁਸਤ ਹੈ, ਤੇ ਅਸੀਂ ਇਸ ਗੱਲ ਦੀ ਫਿਰ ਆਸ ਕਰਾਂਗੇ ਕਿ ਭਵਿੱਖ ਦੇ ਵਿੱਚ ਅੰਦਰੋਂ ਕੋਈ ਵੀਡੀਓ ਨਾ ਸਾਹਮਣੇ ਆ ਜਾਵੇ ਕਿਸੇ ਵੀ ਦੀ, ਕਿਸੇ ਦੀ ਵੀ। ਮਤਲਬ ਚਲੋ ਆਪਾਂ ਇਹ ਦੇਖੋ ਕਾਰਨ ਇਹ ਆ ਵੀ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤੇ ਉਧਰੋਂ ਉਹ ਕਹਿੰਦੇ ਵੀ ਸਾਨੂੰ ਤਾਂ ਯਾਰ ਦੇਣੀ 10 ਹੋਏ। ਪਰ ਕਾਰਨ ਇਹ ਆ ਵੀ ਜਿੰਨੇ ਮਰਜ਼ੀ ਹੋਏ ਹੋਣ, ਜਿਹੜੇ ਬੰਦੇ ਦੀ ਉੱਥੇ ਜਾਣ ਫਸੀ ਹੁੰਦੀ ਹੈ। ਹੁਣ ਜੇ ਮੰਨ ਲਓ ਇਸ ਕੇਸ ਦੇ ਵਿੱਚ ਅਗਲੇ ਕਹਿੰਦੇ ਵੀ ਸਾਡੇ ਯਾਰ ਵੱਡੇ ਲੀਡਰ ਹੈ ਤੇ ਉੱਥੇ ਸਾਨੂੰ ਇਸ ਚੀਜ਼ ਦਾ ਖਤਰਾ, ਉਹਨਾਂ ਨਹੀਂ ਤੇ ਇੱਕ ਦਿਨ ਮੁਹਾਲ ਹੈ ਨਾ। ਹੁਣ ਆਸ ਕਰਦੇ ਆ ਵੀ ਇਹਦੇ ਤੇ ਕੋਈ ਨਾ ਕੋਈ ਉਹ ਜਿਹੀ ਸਟੇਟਮੈਂਟ ਆਊਗੀ ਵੀ ਯਾਰ ਜੇ ਹੁਣ ਇਸ ਲੈਵਲ ਦੇ ਇਲਜ਼ਾਮ ਲੱਗੇ ਤੈਨੂੰ ਆਪਾਂ ਕਲੀਅਰ ਕਰ ਦਈਏ। ਮੇਨ ਗੱਲ ਤੁਹਾਡੀ ਸਹੀ ਹੈ ਵੀ ਆਉਣਾ ਤੇ ਫੈਸਲਾ ਅਦਾਲਤ ਵਾਲੇ ਪਾਸੇ, ਸਬੂਤ ਪ੍ਰੂਫ ਉਹਨਾਂ ਦੇਖਣੇ ਆ। ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਹੋਰਾਂ ਨੂੰ 2-3 ਸਲਾਹਾਂ ਦਿੱਤੀਆਂ। ਕਹਿੰਦੇ ਜੀ ਪਹਿਲੀ ਗੱਲ, ਗੁਰਬਾਣੀ ਦੇ ਪ੍ਰਸਾਰਣ ਦਾ ਸਿਆਸੀਕਰਨ ਨਾ ਕਰੋ। ਦੂਸਰਾ ਉਹ ਕਹਿੰਦੇ ਜੀ ਦੇਖੋ ਅਸੀਂ ਤੁਹਾਨੂੰ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਕੁਝ ਬੇਨਤੀਆਂ ਭੇਜੀਆਂ ਸੀ ਕਿ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਇੰਨੇ ਕਰੋੜ ਰੁਪਈਏ ਪਏ ਆ, ਉਹ ਭੇਜ ਦਿਓ। ਤੀਸਰਾ ਕੁਝ ਏਡਡ ਪੋਸਟਾਂ ਜਿਹਦੇ ਵਿੱਚੋਂ ਪਹਿਲਾਂ 80-85% ਫਿਰ 70% ਤਨਖਾਹਾਂ ਤੁਹਾਡੇ ਵੱਲੋਂ ਜਾਣੀਆਂ ਹੁੰਦੀਆਂ, ਉਹਦੇ ਕੁਝ ਪੈਸੇ ਅੜੇ ਪਏ ਉਹ ਦੱਸ ਦਿਓ। ਤੀਜਾ ਸ਼੍ਰੀ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਉਹਦੇ ਸੁੰਦਰੀਕਰਨ ਦਾ ਕੰਮ ਪੰਜਾਬ ਸਰਕਾਰ ਦੇ ਹਵਾਲੇ ਹੈ, ਉਹ ਕਰਾ ਦਿਓ। ਕਹਿੰਦੇ ਜੀ ਉਧਰਲੇ ਪਾਸੇ ਤੁਸੀਂ ਕੁਝ ਨਹੀਂ ਕੀਤਾ। ਆ ਤੁਸੀਂ ਜ਼ਰੂਰ ਕਹੀ ਜਾਂਦੇ ਕਿ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਖਰਚਾ ਅਸੀਂ ਦੇ ਦਿਆਂਗੇ, ਇਹ ਸ਼੍ਰੋਮਣੀ ਕਮੇਟੀ ਕਹਿੰਦੇ ਕਰ ਲੂ। ਇਸ ਕਰਕੇ ਭਗਵੰਤ ਮਾਨ ਜੀ ਤੁਸੀਂ ਐ ਨਾ ਕਰੋ, ਸਿਆਸੀ ਕਰਨਾ ਕਰੋ। ਤੇ ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੇ ਤਾਂ ਕਹੀ ਕਿਉਂਕਿ ਭਗਵੰਤ ਮਾਨ ਹੋਰਾਂ ਨੇ ਪਿਛਲੇ ਦਿਨੀ ਜਦੋਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਕੀਤੀ ਸੀ ਕਿ ਭਾਈ ਚੈਨਲ ਆਪਣਾ ਬਣਾਵੇ ਐਸਜੀਪੀਸੀ ਨੇ ਬਾਅਦ ਚ ਕਿਹਾ ਸੀ ਜੀ ਉਹ ਰੁਪਈਆ ਟਕਾ ਵੀ ਲੱਗਦਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਭਗਵੰਤ ਹੋਰਾਂ ਨੇ ਕਿਹਾ ਜਿੰਨੇ ਪੈਸੇ ਲੱਗਦੇ ਅਸੀਂ ਲਵਾਂਗੇ, ਤਕਨੀਕ ਜਿਹੜੀ ਹੈ ਆਧੁਨਿਕ ਉਹ ਵਰਤਾਂਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਸ ਸਾਨੂੰ ਹੁਕਮ ਕਰ ਦੇਵੇ, ਅਸੀਂ ਖਲੋਤੇ ਹਾਂ। ਉਹ ਗੱਲ ਹੈਗੀ। ਨਾਲ ਉਹਨਾਂ ਨੇ ਵੀ ਕਿਹਾ ਨਾ, ਉਹਨਾਂ ਨੇ ਵੀ ਕਿਹਾ, ਅਕਾਲੀ ਦਲ ਦੇ ਬੁਲਾਰੇ ਨੇ ਚੀਮਾ ਸਾਹਿਬ, ਡਾਕਟਰ ਚੀਮਾ ਹੋਰੀ, ਉਹਨਾਂ ਵੀ ਕਿਹਾ, ਉਹ ਕਹਿੰਦੇ ਵੀ ਚੈਨਲ ਜਿਹੜਾ ਖੋਲ੍ਹਣਾ ਹੁੰਦਾ ਉਹ ਕੇਂਦਰ ਦੇ ਅੰਡਰ ਆਉਂਦਾ ਜੀ, ਹੈ ਨਾ, ਬ੍ਰੌਡਕਾਸਟਿੰਗ ਮਿਨਿਸਟਰੀ ਹੈ ਤੇ ਬਕਾਇਦਾ ਉਸ ਮਿਨਿਸਟਰੀ ਦੇ ਤਹਿਤ ਉਹ ਸਾਰਾ ਕੁਝ ਹੋਣਾ ਹੁੰਦਾ। ਆਪਣੇ ਤੌਰ ਤੇ ਕੁਝ ਵੀ ਨਹੀਂ ਕੀਤਾ ਜਾ ਸਕਦਾ।
ਹਾਂ ਉਹ ਉਧਰੋਂ ਕਾਨੂੰਨੀ ਤੌਰ ਤੇ ਸਾਡੀ ਆਪਣੀ ਜਿਹੜੀ ਪੜਚੋਲ ਹੈ ਉਹ ਚੱਲਦੀ ਪਈ ਹੈ। ਅਸੀਂ ਆਪਣੇ ਤੌਰ ਤੇ ਕਮੇਟੀ ਕਰਨ ਦੇ ਕਾਬਿਲ ਆ, ਜਦੋਂ ਧਾਮੀ ਸਾਹਿਬ ਨੇ ਕਿਹਾ, ਤੇ ਅਸੀਂ ਆਉਣ ਵਾਲੇ ਦਿਨਾਂ 'ਚ ਕਰ ਲੈਣਾ। ਸਾਨੂੰ ਇਹਦੇ ਤੇ ਸਿਆਸਤ ਨਾ ਕਰੋ ਪਲੀਜ਼। ਹੋਰ ਵੀ ਮੇਰੇ ਖਿਆਲ ਨਾਲ ਕਾਫੀ SGPC ਦੇ ਲੀਡਰ ਸਾਹਿਬਾਨ ਨੇ, ਜਾਂ ਕਹਿ ਲਓ ਕਿ ਵੀ ਅਹੁਦੇਦਾਰ ਨੇ, ਉਹਨਾਂ ਵੱਲੋਂ ਜਿਹੜੀ ਗੱਲ ਵਾਰ-ਵਾਰ ਕਹੀ ਗਈ ਵੀ ਮਹਾਰਾਜ ਅਸੀਂ ਤੁਹਾਡੇ ਬੋਲਾਂ ਦਾ ਤੇ ਸਤਿਕਾਰ ਕਰਦੇ ਹਾਂ ਜੀ, ਪਰ ਸਾਨੂੰ ਤੁਹਾਡੇ ਬੋਲਾਂ 'ਚੋਂ ਸਿਆਸਤ ਜਾਪਦੀ ਹੈ। ਮੈਨੂੰ ਲੱਗਦਾ ਹੈ ਵੀ ਜੇ ਉਹ ਕਹਿ ਰਹੇ ਨੇ ਤੇ ਹੋ ਸਕਦਾ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਵੀ ਠੀਕ ਹੈ ਯਾਰ, ਜਿਹੜੀ ਕੰਮਾਂ ਦੇ ਉੱਪਰ ਮੇਰੇ ਤੇ ਇਲਜ਼ਾਮ ਲੱਗਦਾ ਵੀ ਮੰਨ ਲਓ ਵੀ ਸਰਕਾਰ ਨੂੰ ਆ ਕਰਕੇ ਦੇਣਾ ਚਾਹੀਦਾ, ਪਹਿਲਾਂ ਉਹ ਨਜਿੱਠ ਲੈਣ। ਉਹਦੇ ਤੋਂ ਬਾਅਦ ਉਹਨੇ ਦਿਨਾਂ ਤੱਕ ਜੇ ਕੋਈ ਲੋੜ ਜਾਪੇ ਤੇ ਫਿਰ ਕਹਿ ਦੇਣ ਵੀ ਮੈਂ ਆ ਲਓ ਜੀ, ਮੈਂ ਫਲਾਨੀ ਬੇਨਤੀ ਕਰਦਾ, ਹੁਣ ਦੱਸੋ। ਸੰਧਾਲੀਆ ਸਾਹਿਬ, ਮੈਨੂੰ ਇੱਥੇ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ, ਕਿਉਂਕਿ ਅਕਾਲੀ ਦਲ ਦੇ ਨਾਲ ਗੱਠ ਜੁੜ ਵੀ ਰਿਹਾ, ਸੰਪਰਕ ਵੀ ਬਹੁਤ ਨੇ, ਕੇਂਦਰ ਸਰਕਾਰ ਉਹਨਾਂ ਦੀ ਹੈ, ਮੈਨੂੰ ਲੱਗਦਾ ਕਿ ਜ਼ਿੰਮੇਵਾਰੀ ਉਹੀ ਲੈ ਲੈਣ ਕਿ ਭਾਈ ਪ੍ਰਵਾਨਗੀ ਲੈ ਦਿੰਦੇ ਆ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਚੈਨਲ ਸ਼ੁਰੂ ਕਰਨਾ, ਪ੍ਰਵਾਨਗੀ ਤਾਂ ਉਹਨਾਂ ਨੂੰ ਵੀ ਲੈਣੀ ਪੈਣੀ ਹੈ, ਕਿਉਂਕਿ ਜੇ ਭਗਵੰਤ ਮਾਨ ਸਾਹਿਬ ਨੇ ਕਿਹਾ ਜੀ ਅਸੀਂ ਇੱਧਰੋਂ ਸ਼ੁਰੂ ਕਰਦੇ ਹਾਂ, ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ SGPC ਨੂੰ ਆਫਰ ਕਰਨ ਕਿ ਗੱਲ ਕਿਹੜੀ ਹੈ, ਆਪਾਂ ਤੁਹਾਡੇ ਨਾਲ ਆ। ਕਿਉਂਕਿ ਪਹਿਲਾਂ ਵੀ SGPC ਜਿਹੜੀ ਹੈ ਉਹ ਕੇਂਦਰ ਸਰਕਾਰ ਨੂੰ ਚਿੱਠੀ ਲਿਖਦੀ ਹੁੰਦੀ ਹੈ ਕਿ ਆਹ ਕੰਮ ਕਰਨ ਵਾਲਾ, ਆਹ ਕੰਮ ਕਰਨ ਵਾਲਾ ਚੰਗਾ ਹੋਵੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਬੜੇ ਚਿਰ ਦਾ ਰੌਲਾ ਗੁਰਬਾਣੀ ਦੇ ਪ੍ਰਸਾਰਣ ਦਾ ਕਿ ਭਾਈ ਘਰ ਘਰ ਦੇ ਵਿੱਚ ਗੁਰਬਾਣੀ ਪ੍ਰਸਾਰਣ ਦੇ ਰਾਹੀਂ ਜੇ ਗੁਰਬਾਣੀ ਅਪੜੇ ਤਾਂ ਹੋਰ ਕੀ ਚਾਹੀਦਾ। SGPC ਵੀ ਸਹਿਮਤ ਹੋ, ਕਹਿੰਦੇ ਹੋਣੀ ਚਾਹੀਦੀ ਹੈ, ਸਰਕਾਰ ਵੀ ਸਹਿਮਤ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੀ ਵੀ ਸਹਿਮਤ ਨੇ, ਕੋਈ ਵੀ ਬੰਦਾ ਸਹਿਮਤ ਨਹੀਂ ਹੈ। ਮੈਨੂੰ ਲੱਗਦਾ ਹੁਣ ਕੰਮ ਨਿਬੜ ਜਾਓ ਤਾਂ ਵਧੀਆ। ਇੱਕ ਚੀਜ਼ ਮੈਨੂੰ ਲੱਗਦਾ ਵੀ ਜੇ ਇਹ ਚੀਜ਼ ਇਦਾਂ ਹੋ ਜਾਂਦੀ ਹੈ ਤੇ ਹੋ ਸਕਦਾ ਕਿ ਵੀ, ਕਿਉਂਕਿ ਹੁਣ ਤਾਂ ਇਹ ਹੈ ਨਾ ਵੀ ਕਿਸੇ ਵੀ ਚੈਨਲ ਦੀਆਂ ਆਪਣੀਆਂ ਲਿਮਿਟੇਸ਼ਨਸ ਹੁੰਦੀਆਂ ਕਿ ਅਸੀਂ ਇੰਨੇ ਤੋਂ ਇੰਨੇ ਪ੍ਰਸਾਰਣ ਕਰ ਸਕਦੇ ਹਾਂ, ਇੰਨੇ ਤੋਂ ਇੰਨੇ ਪ੍ਰਸਾਰਣ ਕਰ ਸਕਦੇ ਹਾਂ। ਦੂਜੀ ਗੱਲ ਇਹ ਵੀ ਆ ਵੀ ਹੁਣ ਜੇ ਸਿੱਖ ਸੰਗਤਾਂ ਦੀ ਗੱਲ ਕਰੀਏ, ਦੁਨੀਆ ਭਰ 'ਚ ਬੈਠੀਆਂ, ਐਂਡ ਦੁਨੀਆ ਭਰ ਦੇ ਵਿੱਚ ਟਾਈਮ ਵੀ ਅਲੱਗ-ਅਲੱਗ ਆ ਜੀ। ਮੇਰੇ ਖਿਆਲ ਨਾਲ ਜੇ SGPC ਖੁਦ ਕਰੇ, ਜਿੱਦਾਂ ਉਹ ਕਹਿੰਦੇ ਵੀ ਅਸੀਂ ਆਪ ਕਰ ਸਕਦੇ ਹਾਂ, ਉਹਦੇ ਨਾਲ ਉਹ ਆਪਣੇ ਹਿਸਾਬ ਨਾਲ ਕਰ ਸਕਦੇ ਮੈਨੇਜ ਵੀ ਕਿਹੜੇ ਮੁਲਕ ਦੇ ਹਿਸਾਬ ਦੀ ਕੀ ਟਾਈਮਿੰਗ ਹੋਊਗੀ, ਜਾਂ ਆਪਾਂ 24 ਘੰਟੇ ਕਿੱਥੋਂ ਕਿਵੇਂ ਪੇਸ਼ ਕਰਨਾ, ਜਾਂ ਬਹੁਤ ਸਾਰੇ ਸੁੱਖ ਸੁਨੇਹੇ ਐਸੇ ਹੁੰਦੇ ਆ, ਮੈਸੇਜ ਹੁੰਦੇ ਆ ਜਿਹੜੇ ਡਾਇਰੈਕਟ ਉਸ ਚੈਨਲ ਤੋਂ ਭੇਜੇ ਜਾ ਸਕਦੇ। ਇੱਕ ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਛੇਤੀ ਹੀਲਾ ਕਰ ਲੈ, ਬਹੁਤ ਵਾਰੀ ਚਰਚਾ ਹੁੰਦੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕੀਤਾ, ਬਜਟ ਬੜਾ ਵੱਡਾ, ਉਹ ਕਹਿੰਦੇ ਹੁੰਦੇ ਅਸੀਂ ਬਹੁਤ ਕੁਝ ਕੀਤਾ, ਫਿਰ ਲਗਾਤਾਰ ਜੋ ਕੁਝ ਹੁੰਦਾ ਸਾਰਾ ਕੁਝ ਹੀ ਪ੍ਰਸਾਰਿਤ ਹੋਈ ਜਾਣਾ, ਲੋਕ ਕਿਸੇ ਨੂੰ ਕਹਿਣ ਦਾ ਮੌਕਾ ਨਹੀਂ ਮਿਲਣਾ। ਬਸ ਚਲੋ ਆਸ ਕਰਦੇ ਕੰਮ ਨਿਬੜ ਜੂਗਾ। ਦੂਜਾ ਕੰਮ ਜਿਹੜਾ ਪਿਛਲੇ ਦਿਨ ਹੀ ਹੋਇਆ ਸੀਗਾ ਡੇਰੇ ਸਿਰਸੇ ਵਾਲੇ ਮੁਖੀ ਦੀ ਪੈਰੋਲ ਦਾ ਜਾਂ ਫਰਲੋ ਦਾ, ਉਹ ਹੁਣ ਅਦਾਲਤ ਦੇ ਵਿੱਚ ਗਈ ਸੀ ਗੱਲ, ਉਹ ਕਹਿੰਦੇ ਮਹਾਰਾਜ ਇਹ ਤਾਂ ਮਿਲ ਨਹੀਂ ਸਕਦੀ ਸੀ, ਇਹ ਕਿਹੜੇ ਹਿਸਾਬ ਦੇ ਵਿੱਚ ਇਹ ਕੀਤਾ ਗਿਆ ਜੀ, ਇਹ ਕੋਈ ਨਾ ਕੋਈ ਵੋਟਾਂ ਦੇ ਨਾਲ ਤਾਰਾਂ ਤੂਰਾਂ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਪਰ ਹੁਣ ਉੱਥੇ ਕਹਿੰਦੇ ਜੱਜ ਸਾਹਿਬ ਨੇ ਉਹ ਖਾਰਜ ਕਰਤੀ, ਕਹਿੰਦੇ ਨਹੀਂ ਇਦਾਂ ਦੀ ਗੱਲ ਕੋਈ ਨਹੀਂ, ਉਹ ਬੰਦੇ ਦਾ ਹੱਕ ਬਣਦਾ ਹੈ। ਦੇਖੋ ਉਹ ਜਿਹੜੀ ਪਟੀਸ਼ਨ ਪਾਈ ਸੀ ਨਾ ਪਟਿਆਲਾ ਜ਼ਿਲ੍ਹੇ ਦੇ ਇੱਕ ਵਿਅਕਤੀ ਨੇ, ਉਹਨਾਂ ਨੇ ਕਿਹਾ ਸੀ ਜੀ ਹਾਰਡ ਕੋਰ ਕ੍ਰਿਮੀਨਲ ਨੇ, ਨਾ ਇਹਨਾਂ ਦੀ ਉਨੀ ਸਜ਼ਾ ਪੂਰੀ ਹੋਈ ਹੈ ਕਿ ਇਹ ਪੈਰੋਲ ਲੈ ਸਕਣ, ਪਰ ਹਰਿਆਣਾ ਸਰਕਾਰ ਨੇ ਉੱਥੇ ਤਰਕ ਦਿੰਦਿਆਂ ਕਿਹਾ ਸੀ ਕਿ ਨਾ ਤਾਂ ਉਹ ਹਾਰਡ ਕੋਰ ਕ੍ਰਿਮੀਨਲ ਨੇ, ਤੇ ਜਿੰਨੀ ਘੱਟੋ ਘੱਟ ਸਜ਼ਾ ਪੂਰੀ ਕਰਨੀ ਹੁੰਦੀ ਪੈਰੋਲ ਦੀ ਡਿਮਾਂਡ ਤੋਂ ਪਹਿਲਾਂ ਉਹ ਪੂਰੀ ਹੋ ਚੁੱਕੀ ਹੈ। ਜੱਜ ਸਾਹਿਬ ਨੇ ਸਾਰਾ ਕੇਸ ਸੁਣਿਆ, ਪਟੀਸ਼ਨ ਖਾਰਜ ਕਰਤੀ, ਕਹਿੰਦੇ ਜੀ ਹਾਰਡ ਕੋਰ ਕ੍ਰਿਮੀਨਲ ਉਹ ਹੈ ਨਹੀਂਗੇ ਤੇ ਘੱਟੋ ਘੱਟ ਸਜ਼ਾ ਪੂਰੀ ਹੋ ਚੁੱਕੀ ਸੀ, ਇਸ ਕਰਕੇ ਉਹਨਾਂ ਨੂੰ ਫਰਲੋ ਜਾਣੀ ਕਿ ਪੈਰੋਲ ਦੇ ਉੱਤੇ ਜੇ ਕੁਝ ਦਿਨ ਲਈ ਬਾਹਰ ਕੱਢਿਆ ਗਿਆ ਸੀ ਸ਼ਰਤਾਂ, ਨਿਯਮਾਂ ਤੇ ਸਖਤੀਆਂ ਦੇ ਨਾਲ, ਤਾਂ ਉਹਦੇ ਵਿੱਚ ਕੁਝ ਵੀ ਗਲਤ ਨਹੀਂ ਸੀ। ਬਾਕੀ ਆਪਣੇ ਹੁਣ ਜਾਣ ਦਾ ਵੇਲਾ ਹੋ ਗਿਆ। ਚਲੀਏ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।